ਰਿਹਾ ਕਿ ਆਪੀਏ 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਪਿਆਰ ਤੋਂ ਸਹਿਤ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ। 7 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਯਾਨੀ ਕਿ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਤੇ ਆਪਾਂ ਅੱਜ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਫੈਡਰਲ ਬਜਟ ਪੇਸ਼ ਕਰਨਾ ਅੱਜ ਲਿਬਰਲ ਸਰਕਾਰ ਨੇ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਫੈਡਰਲ ਲਿਬਰਲਸ ਨੇ ਬਜਟ ਪੇਸ਼ ਕਰਨਾ। ਇੱਕ ਤਾਂ ਬਜਟ ਵੈਸੇ ਇਹ ਸੀਰੀਅਸ ਇਸ਼ੂ ਹੁੰਦੀ ਨਾਰਮਲ ਮਾਈਨੋਰਿਟੀ ਸਰਕਾਰ ਲਈ, ਘੱਟ ਗਿਣਤੀ ਲਈ, ਕਿਉਂਕਿ ਬਜਟ ਇੱਕ ਵੋਟ ਆਫ ਕੌਨਫੀਡੈਂਸ ਹੈ। ਜੇ ਤੁਸੀਂ ਬਜਟ ਦੀ ਵੋਟ ਲੂਜ਼ ਕਰ ਜਾਂਦੇ ਆ, ਹਾਰ ਜਾਂਦੇ ਆ, ਤਾਂ ਪਾਰਲੀਮੈਂਟ ਭੰਗ ਕਰਾਉਣੀ ਪੈਂਦੀ ਹੈ। ਮਤਲਬ ਵੈਸਟਮਿੰਸਟਰ ਜਿਹੜਾ ਸਾਡਾ ਸਿਸਟਮ ਹੈ ਉਹਦੇ ਹਿਸਾਬ ਦੇ ਨਾਲ। ਪਰ ਇੱਥੇ ਮਿਸਟਰ ਜਗਮੀਤ ਸਿੰਘ ਹੁਣੀ ਪਹਿਲਾਂ ਹੀ ਉਹਨਾਂ ਨੂੰ ਕਹਿ ਚੁੱਕੇ ਕਿ ਅਸੀਂ 2025 ਤਾਈਂ ਤੁਹਾਨੂੰ ਕੁਝ ਨਹੀਂ ਕਹਿਣਾ। ਹਾਂਜੀ, ਉਹਦਾ ਐਗਰੀਮੈਂਟ ਹੋਇਆ। ਫੈਡਰਲ ਲਿਬਰਲਸ ਕੀ ਕਰਦੇ ਆ ਇਹਦੇ ਬਜਟ ਦੇ ਵਿੱਚ, ਕੀ ਨਹੀਂ ਕਰਦੇ, ਉਹਨਾਂ ਨੂੰ ਇਸ ਗੱਲ ਦਾ ਡਰ ਨਹੀਂ ਕਿ ਇਹਦੇ ਖਿਲਾਫ ਵੋਟ ਵੀ ਪੈ ਜਾਊਗੀ, ਕਿਉਂਕਿ ਜਿਹੜੇ ਉਹਨਾਂ ਦੇ ਆਪਣੇ ਮੈਂਬਰ ਹੈ ਉਹਨੂੰ ਤਾਂ ਵਿਪ ਕਰ ਦੇਣੀ, ਉਹ ਤਾਂ ਪਾ ਹੀ ਨਹੀਂ ਸਕਦੇ ਉਹਦੇ ਖਿਲਾਫ। ਹਾਂਜੀ, ਬਾਕੀ ਐਨਡੀਪੀ ਦੇ ਨਾਲ ਹੈਗੇ ਆ, ਉਹਨਾਂ ਨੇ ਪਹਿਲਾਂ ਹੀ ਕਿਹਾ ਹੈ ਉਹਨਾਂ ਨੂੰ। ਪਿਛਲੀ ਵਾਰ ਇਹਨਾਂ ਨੇ $354 ਬਿਲੀਅਨ ਦਾ ਘਾਟਾ ਸ਼ੋਅ ਕੀਤਾ ਸੀ। ਹਾਂਜੀ, ਤੇ ਐਤਕੀ ਹੁਣ ਬਜਟ ਜਿਹੜਾ ਆਫਿਸ ਆ ਉਹਨੇ ਖਬਰ ਦਿੱਤੀ ਹੈ ਕਿ ਉਹ ਘਾਟਾ 327 ਬਿਲੀਅਨ ਦਾ ਹੈ। 27 ਬਿਲੀਅਨ ਮਤਲਬ ਜਾਂ ਤੇ ਸਰਵਿਸਿਸ ਦੇ ਵਿੱਚ ਓਨੇ ਪੈਸੇ ਨਹੀਂ ਲੱਗੇ ਜਿੰਨੇ ਉਹਨਾਂ ਨੇ ਪ੍ਰੋਜੈਕਟ ਕੀਤੇ ਸੀ, ਤੇ ਜਾਂ ਉਹਨਾਂ ਦੀ ਇਨਕਮ ਵੱਧ ਗਈ ਹੈ। ਦੋ ਹੀ ਚੀਜ਼ਾਂ ਹੋ ਸਕਦੀਆਂ। ਹਾਂਜੀ, ਕਿਉਂਕਿ ਹੋਰ ਤਾਂ ਕਿਤੇ ਆਉਂਦੇ ਨਹੀਂ। ਸਰਕਾਰ ਦੇ ਬੰਦੇ MP ਜਾ ਕੇ ਰਾਤ ਨੂੰ ਟੈਕਸੀ ਦਾ ਚਲਾਉਂਦੇ ਨੇ ਜੀ। ਸੋ ਸਰਕਾਰ ਨੂੰ ਕਿੰਨਾ ਰੈਵਨਿਊ ਆਉਂਦਾ ਤਾਂ ਕਿੰਨਾ ਉਹਨਾਂ ਨੇ ਖਰਚਣਾ ਹੈ, ਉਹਦੇ ਬਿਨਾਂ ਤੇ ਇਹਨਾਂ ਨੇ ਪਹਿਲਾਂ ਤੋਂ 2015 ਦੇ ਕਹਿੰਦੇ ਆਏ ਆ ਕਿ ਮਲਟੀਨੈਸ਼ਨਲ ਕਾਰਪੋਰੇਸ਼ਨਸ ਦੇ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਾਂ ਬਹੁਤ ਪੈਸੇ ਬਣਾਉਂਦੀਆਂ ਉਹਨਾਂ ਤੇ ਅਸੀਂ ਟੈਕਸ ਹੋਰ ਲਾਉਣਾ। ਇੱਕ ਤਾਂ ਸਾਨੂੰ ਅਮਰੀਕਾ ਦੇ ਨਾਲ ਕੰਪੀਟ ਕਰਨਾ ਪੈਂਦਾ। ਉੱਥੇ ਡੋਨਲਡ ਟਰੰਪ ਨੇ ਥੋੜ੍ਹੇ ਜਿਹੇ ਖਾਸ ਤੌਰ 'ਤੇ ਵੱਡੀਆਂ ਕੰਪਨੀਆਂ ਦੇ ਜਿਹੜੇ ਟੈਕਸਸ ਘੱਟ ਕੀਤੇ ਸੀ, ਔਰ ਕਾਫੀ ਘੱਟ ਕੀਤੇ ਉਹਨਾਂ ਨੇ। ਜੇ ਯੂਰਪ ਦੇ ਮੁਕਾਬਲੇ ਤੁਸੀਂ ਦੇਖਦੇ ਆ ਤੇ ਨਾਰਥ ਅਮਰੀਕਾ ਦੀਆਂ ਕੰਪਨੀਜ਼ ਨੂੰ ਬਹੁਤ ਘੱਟ ਪੈਸੇ ਦੇਣੇ ਪਏ। ਯੂਨੀਵਰਸਿਟੀ ਕੈਲਗਰੀ ਦੀ ਇੱਕ ਸਟੱਡੀ ਹੈ, ਉਹ ਕਹਿੰਦੇ ਕਿ ਨਾਟ ਓਨਲੀ ਵੀ ਉਹਨਾਂ ਨੇ ਪੈਸੇ ਹੀ ਨਹੀਂ ਦਿੰਦੇ, ਉਹਨਾਂ ਨੂੰ ਟੈਕਸ ਨਹੀਂ ਦਿੰਦੇ, ਐਕਚੁਅਲੀ $27 ਬਿਲੀਅਨ ਉਹਨਾਂ ਨੂੰ ਸਰਕਾਰ ਦਿੰਦੀ ਹੈ। ਬਹੁਤ ਤਰ੍ਹਾਂ ਰਿਸਰਚ ਐਂਡ ਡਿਵੈਲਪਮੈਂਟ ਫੰਡਸ ਆ, ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਸਬਸਿਡੀਜ਼ ਆ ਸਾਡੇ, ਜਿਹੜੀਆਂ ਕਿ ਮਲਟੀਨੈਸ਼ਨਲ ਕਾਰਪੋਰੇਸ਼ਨਸ ਨੂੰ ਦਿੱਤੀਆਂ ਜਾਂਦੀਆਂ। ਫੈਡਰਲ ਸਰਕਾਰ ਪੈਸੇ ਐਕਚੁਅਲੀ ਕੋਲੋਂ ਦਿੰਦੀ ਹੈ ਇਹਨਾਂ ਨੂੰ। ਹੁਣ ਪਿਛਲੇ ਸਾਲ ਜਿਹੜੀਆਂ ਸਾਡੀਆਂ ਬੈਂਕਾਂ, ਇਹਨਾਂ ਨੂੰ $16 ਬਿਲੀਅਨ ਦਾ ਫਾਇਦਾ ਹੋਇਆ। ਕਾਫੀ ਵੱਡਾ ਮੁਨਾਫਾ ਹੈ। ਹਾਂਜੀ, ਤੁਹਾਡੇ ਪੈਸੇ ਲੈ ਕੇ ਤੁਹਾਡੇ ਤੋਂ ਤਾਂ ਪੈਸੇ ਚਾਰਜ ਕਰਦੇ ਕਿ ਤੁਸੀਂ ਸਾਡੇ ਬੈਂਕ ਦੇ ਵਿੱਚ ਅਕਾਊਂਟ ਖੁਲਾਇਆ ਆ ਤਾਂ ਤੁਸੀਂ ਪੈਸੇ ਦਿਓ। ਐਕਚੁਅਲੀ ਤੁਹਾਨੂੰ ਦੇਣ ਦੀ ਬਜਾਏ ਤੁਹਾਡੇ ਤੋਂ ਪੈਸੇ ਲੈਂਦੇ ਆ, ਉਹੀ ਪੈਸੇ ਚੱਕ ਕੇ ਕਿਸੇ ਨੂੰ ਹੋਰ ਨੂੰ ਦੇ ਦਿੰਦੇ ਆ, ਉਹਦੇ ਕੋਲੋਂ ਜ਼ਿਆਦਾ ਇੰਟਰਸਟ ਲੈਣਾ। ਸੋ ਬੈਂਕਾਂ ਨੂੰ ਫਾਇਦਾ ਹੁੰਦਾ ਹੀ ਹਮੇਸ਼ਾ। ਦੂਸਰਾ ਆਇਲ ਐਂਡ ਗੈਸ ਇੰਡਸਟਰੀ ਆ ਸਾਡੀ ਜਿਹੜੀ ਆ, ਉਹਨਾਂ ਨੂੰ $24 ਬਿਲੀਅਨ ਦਾ ਫਾਇਦਾ ਹੋਇਆ, ਔਰ ਉਹਨਾਂ ਦਾ ਫਾਇਦਾ ਅਗਲੇ ਸਾਲ ਉਦੋਂ ਵੀ ਜ਼ਿਆਦਾ ਹੋਣਾ। ਸੋ ਉਹਨਾਂ ਤੇ ਟੈਕਸ ਲਾਉਣਗੇ ਜਾਂ ਨਹੀਂ ਲਾਉਣਗੇ, ਇਹ ਪਿਛਲੇ ਕਈ ਸਾਲਾਂ ਦੇ ਕਰਦੇ ਆ ਰਹੇ ਆ। ਤੇ ਜੇ ਰੈਵਨਿਊ ਤੁਸੀਂ ਵਧਾਉਣਾ ਆ ਹੁਣ, ਤੇ ਉਹਨਾਂ ਤੇ ਟੈਕਸ ਲਾਉਣਾ ਪੈਣਾ। ਤੇ ਜਿਹੜੀਆਂ ਸਬਸਿਡੀਜ਼ ਦਿੰਦੇ ਆ ਵੱਡੀਆਂ ਕਾਰਪੋਰੇਸ਼ਨਸ ਨੂੰ, ਕੀ ਉਹਨਾਂ ਦਾ ਕਦੇ ਐਂਡ ਹੋਊਗਾ ਜਾਂ ਨਹੀਂ ਹੋਊਗਾ, ਇਹ ਹਲੇ ਡਿਬੇਟੇਬਲ ਗੱਲ ਹੈ ਜੀ। ਕੁਛ ਇੱਕ ਸੋਸ਼ਲ ਪ੍ਰੋਗਰਾਮ ਹੈ ਜਿਨ੍ਹਾਂ ਤੇ ਜ਼ੋਰ ਪਾ ਰਹੇ ਆ ਕਿ ਇੱਕ ਤਾਂ ਦੰਦਾਂ ਦਾ ਡੈਂਟਲ ਕੇਅਰ। ਹਾਂਜੀ, ਆਮ ਲੋਕਾਂ ਨੂੰ ਲੱਗਦਾ ਇੱਦਾਂ ਹੈ ਵੀ ਕੁਛ ਨਾ ਕੁਛ ਇੰਟਰੋਡਕਸ਼ਨ ਤਾਂ ਕਰਨਗੇ ਉਹ, ਪਰ ਹੁਣ ਬਾਕੀ ਬਜਟ ਆਏ ਤੇ ਪਤਾ ਲੱਗੂਗਾ। ਹਾਂਜੀ, ਇੰਟਰੋਡਕਸ਼ਨ ਇਸ ਤਰ੍ਹਾਂ ਕਰਦੇ ਆ, ਸਪੈਕੂਲੇਸ਼ਨ ਹੀ ਆ ਇਹ
ਕਿਆਸ ਰਾਹੀਂ ਲਾ ਰਿਹਾ ਕਿ ਪਹਿਲਾਂ ਸ਼ਾਇਦ ਬੱਚਿਆਂ ਦਾ ਡੈਂਟਲ ਕੇਅਰ ਕਰਨ, ਕੁਝ 11-12 ਸਾਲ ਤੋਂ ਥੱਲੇ ਵਾਲਿਆਂ ਦਾ, ਫਿਰ ਹੌਲੀ ਹੌਲੀ ਏਜ ਵਧਾਉਂਦਿਆਂ ਤੇ ਅਡਲਟ ਦਾ, ਸੀਨੀਅਰ ਦਾ, ਉਹਨਾਂ ਦਾ ਵੀ ਆ ਜਾਊਗਾ ਨਾ। ਦੂਸਰਾ ਵੱਡਾ ਪ੍ਰੋਜੈਕਟ ਹੈਗਾ ਫੈਡਰਲ ਸਰਕਾਰ ਲਈ, ਔਰ ਕਈ ਵਾਰ ਵਾਅਦਾ ਕਰ ਚੁੱਕੇ ਆ ਕਿ ਫਾਰਮਾਸਿਊਟੀਕਲ ਇੰਡਸਟਰੀ ਜਿਹੜੀ ਆ ਉਹ ਲੁੱਟ ਕਰ ਰਹੀ ਆ ਲੋਕਾਂ ਨੂੰ। ਇੱਕ ਫਾਰਮਾ ਕੇਅਰ ਪ੍ਰੋਗਰਾਮ ਹੋਣਾ ਚਾਹੀਦਾ ਸਾਡੇ ਕੋਲ ਨੈਸ਼ਨਲੀ। ਹੁਣ ਯੂਰਪ ਦੇ ਵਿੱਚ ਜਾਂਦੇ ਤੁਸੀਂ, ਜੇ ਮੈਡੀਕਲ ਸਰਵਿਸਿਜ਼ ਆ ਤਾਂ ਮੈਡੀਕਲ ਸਰਵਿਸਿਜ਼ ਦਾ ਮਤਲਬ ਇਹ ਹੈ ਨਹੀਂ, ਇੱਥੇ ਤੁਸੀਂ ਜਾਂਦੇ ਆ ਸਾਰੀ ਕੁਛ ਤਾਂ ਜੇਬ ਚੋਂ ਪੇ ਕਰਦੇ ਆ, ਬਾਕੀ ਫਿਰ ਟੈਕਸ ਦਿੰਦੇ ਆ। ਸਾਡੇ ਵੀ ਕਹਿੰਦੇ ਆ ਕਿ ਜਿਹੜਾ ਮੈਡੀਕਲ ਹੈ ਉਹ ਗੌਰਮੈਂਟ ਦਾ ਹੈ। ਗੌਰਮੈਂਟ ਕੀ ਕਰਦੀ ਹੈ? ਕੁਛ ਨਹੀਂ ਕਰਦੀ। ਇੱਕ ਡਾਕਟਰਾਂ ਨੂੰ ਜ਼ਰੂਰ ਦਿੰਦੇ ਇਹ ਪੈਸੇ। ਹਾਂਜੀ, ਹਸਪਤਾਲ ਫ੍ਰੀ ਆ ਜਾਂ ਨਹੀਂ ਫ੍ਰੀ, ਉਹਦੇ ਵਿੱਚ ਤੁਸੀਂ ਜਾ ਕੇ ਦੇਖ ਲਓ। ਇੱਥੇ ਸਰੀ ਮੈਮੋਰੀਅਲ, ਮੈਂ ਗਿਆ ਸੀ ਇੱਕ ਵਾਰੀ, ਤੇ ਉੱਥੇ ਇਹਨਾਂ ਨੇ ਮੈਨੂੰ ਕਮਰਾ ਜਿਹੜਾ ਦਿੱਤਾ ਐਮਰਜੈਂਸੀ ਦੇ ਵਿੱਚ, ਉਹਦੇ ਬਾਅਦ ਮੈਨੂੰ ਬਿੱਲ ਭੇਜ ਦਿੱਤਾ। ਇਹ ਜਿਹੜੇ ਕਮਰੇ ਨੂੰ ਕਹਿੰਦੇ ਆ ਇਕੱਲੇ ਨੂੰ ਬੰਦੇ ਨੂੰ ਕਮਰਾ ਦਿੱਤਾ, ਮੈਨੂੰ ਤਾਂ ਪੁੱਛਿਆ, ਮੈਂ ਤਾਂ ਬੇਹੋਸ਼ ਪਿਆ ਸੀ। ਮੈਨੂੰ ਤਾਂ ਚੱਕ ਕੇ ਉਹਨਾਂ ਨੇ ਸਟ੍ਰੈਚਰ ਤੇ ਪਾਇਆ, ਕਦੇ ਇੱਧਰ ਨੂੰ ਲਿਜਾਂਦੇ ਆ, ਕਦੇ ਉੱਧਰ ਨੂੰ ਲਿਜਾਂਦੇ ਆ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਸਵਾਲ ਪੁੱਛਿਆ, ਮੈਂ ਕਿਹਾ ਵੀ ਮੈਨੂੰ ਦੱਸੋ ਸਹੀ, ਵੀ ਮੈਨੂੰ ਪੁੱਛਿਆ ਵੀ ਸੀ? ਮੈਨੂੰ ਕੋਈ ਮਾਈਂਡ ਨਹੀਂ ਹੈ। ਮੈਂ ਕਿਸੇ, ਜੇ 2 ਬੰਦੇ ਪਏ ਆ, 3 ਬੰਦੇ ਪਏ ਆ, 4 ਬੰਦੇ ਪਏ ਆ। ਮੈਂ ਪਹਿਲਾਂ ਕਿਸੇ ਹਸਪਤਾਲ ਦੇ ਵਿੱਚ ਗਿਆ ਸੀ, ਉੱਥੇ 6 ਬੰਦੇ ਪਏ ਸੀ, ਤੇ ਮੈਨੂੰ ਜੇ ਪੁੱਛਿਆ ਹੀ ਨਹੀਂ ਤਾਂ ਮੈਨੂੰ ਬਿੱਲ ਕਾਹਦਾ ਭੇਜ ਰਹੇ? ਫਿਰ ਉਹਨਾਂ ਦਾ ਜਵਾਬ ਸੀ ਵੀ ਨਹੀਂ, ਅਸੀਂ ਬਿੱਲ ਤਾਂ ਭੇਜ ਰਹੇ ਹਾਂ, ਤੁਹਾਡੀ ਕੰਪਨੀ ਜਿਹੜੀ ਐਕਸਟੈਂਡਡ ਹੈਲਥ ਕੇਅਰ ਸਿਸਟਮ ਹੈ ਨਾ ਸਾਡੇ ਕੋਲ, ਉਹਨਾਂ ਨੂੰ ਭੇਜਣਾ ਆ, ਉਹਨਾਂ ਦੀ ਮਰਜ਼ੀ ਆ, ਪੇ ਕਰਨ ਚਾਹੇ ਨਾ ਕਰਨ। ਮੈਂ ਕਿਹਾ ਉਹ ਬਿੱਲ ਕਾਹਨੂੰ ਪੇਜ ਕਰਨਾ? ਇਹ ਸਾਡੇ ਮੈਡੀਕਲ ਸਿਸਟਮ ਹੈ ਸਾਡਾ, ਜਿਹਦੇ ਵਿੱਚ ਸਾਰਾ ਕੁਝ ਟੈਕਸ ਪੇਅਰ ਪੇ ਕਰਦੇ, ਪਰ ਸਰੀ ਮੈਮੋਰੀਅਲ ਵਾਲੇ ਪੈਸੇ ਤੁਹਾਨੂੰ ਭੇਜ ਰਿਹਾ ਕਿ ਤੁਹਾਨੂੰ ਕੱਲਿਆਂ ਨੂੰ ਰੂਮ ਦਿੱਤਾ ਸੀ। ਹੁਣ ਕੱਲਿਆਂ ਨੂੰ ਰੂਮ ਜਾਂ ਤਾਂ ਮੈਂ ਰਿਕੁਐਸਟ ਕੀਤੀ ਹੋਵੇ, ਜੇ ਰਿਕੁਐਸਟ ਹੀ ਨਹੀਂ ਕਰਦੀ, ਜਿਹੜਾ ਬੰਦਾ ਬੇਹੋਸ਼ ਪਿਆ ਉਹਨੂੰ ਤਾਂ ਪਤਾ ਹੀ ਨਹੀਂ ਹੈ ਕੀ ਹੋ ਰਿਹਾ, ਉਹਨੂੰ ਕੱਲੇ ਚ ਲੈ ਗਿਆ, ਉਹਨੂੰ 10 ਚ ਲੈ ਗਿਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੇ ਜੇ ਤੁਸੀਂ ਅੱਜ ਕੱਲ ਜਿੱਦਾਂ MRI ਵਗੈਰਾ ਦੀ ਵਾਰੀ ਨਹੀਂ ਆਉਂਦੀ, ਤੁਸੀਂ ਲੋਕੀ ਪ੍ਰਾਈਵੇਟ MRI ਕਰਾਉਂਦੇ ਆ। ਬਹੁਤ ਚੀਜ਼ਾਂ ਜਿਹੜੀਆਂ ਪ੍ਰਾਈਵੇਟ ਹੁੰਦੀਆਂ, ਤੁਸੀਂ ਜਿਹੜੀਆਂ ਦਵਾਈਆਂ ਲੈਂਦੇ ਆ ਪ੍ਰਾਈਵੇਟ ਲੈਂਦੇ ਜੀ, ਕੋਈ ਮੈਡੀਕਲ ਤਾਂ ਨਹੀਂ ਕਵਰ ਕਰਦਾ। ਨਹੀਂ। ਸੋ ਫਾਰਮਾ ਕੇਅਰ ਇਜ਼ ਵਨ ਆਫ ਦੀ ਇਸ਼ੂ, ਜਿਹੜੀ ਕਿ ਸਰਕਾਰ ਕਾਫੀ ਦੇਰ ਦੀ ਕਹਿ ਰਹੀ ਆ, ਅਜੇ ਤੱਕ ਕੀਤਾ ਨਹੀਂ। ਗੱਲਾਂ ਬਾਤਾਂ ਹੋ ਰਹੀਆਂ, ਕਰਨਗੇ ਸ਼ਾਇਦ ਜੇ ਕਲੋਜ਼ ਟੂ ਇਲੈਕਸ਼ਨ। ਇਲੈਕਸ਼ਨ ਦੇ ਨੇੜੇ ਆ ਕੇ ਤਾਂ ਕੁਛ ਨਾ ਕੁਛ ਕਰਦੇ, ਵੋਟਾਂ ਦੇ ਵੇਲੇ ਕੁਛ ਨਾ ਕੁਛ ਤਾਂ ਦੇਣਾ ਪੈਂਦਾ ਨਾ। ਤੇ ਉਹਦੇ ਨਾਲ 2 ਗੱਲਾਂ ਹੁੰਦੀਆਂ, ਇੱਕ ਤਾਂ ਫਾਇਦਾ ਹੁੰਦਾ ਲੋਕਾਂ ਨੂੰ ਕਿ ਜਿਹੜੀਆਂ ਤੁਹਾਨੂੰ ਦਵਾਈਆਂ ਲੈਣੀਆਂ ਪੈਂਦੀਆਂ ਕੋਲੋਂ, ਕਿਉਂਕਿ ਸਾਰਿਆਂ ਲੋਕਾਂ ਦਾ ਐਕਸਟੈਂਡਡ ਹੈਲਥ ਕੇਅਰ ਤਾਂ ਹੈ ਨਹੀਂ। ਸੋ ਉਹਨਾਂ ਨੂੰ ਜਿਹੜੇ ਜੇਬ ਦੇ ਵਿੱਚੋਂ ਲਾਉਂਦੇ ਆ। ਔਰ ਦੂਸਰੀ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ 5 ਗੋਲੀਆਂ ਲੈਣੀਆਂ ਤੁਹਾਨੂੰ ਮਹਿੰਗੀਆਂ ਮਿਲਣੀਆਂ, ਸਰਕਾਰ ਨੇ ਜੇ 50 ਲੱਖ ਲੈਣੀ ਹੈ ਤਾਂ ਸਸਤੀ ਮਿਲਣੀ ਹੈ ਜੀ। ਉਹ ਮਤਲਬ ਜਿਹੜੀ ਸਟੱਡੀਜ਼ ਕੀਤੀਆਂ ਉਹਨਾਂ ਨੇ ਫਾਰਮਾ ਕੇਅਰ ਤੇ, ਉਹ ਇਹ ਕਹਿੰਦੇ ਕਿ ਬਿਲੀਅਨਸ ਆਫ ਡਾਲਰ ਅਸੀਂ ਬਚਾ ਸਕਦੇ ਹਾਂ ਜੇ ਸਾਡੇ ਕੋਲ ਫਾਰਮਾ ਕੇਅਰ ਹੋਵੇ, ਕਿਉਂਕਿ ਤੁਸੀਂ ਬਲਕ ਦੇ ਵਿੱਚ ਖਰੀਦਣੀ ਹੈ। ਤੁਸੀਂ ਪ੍ਰੈਸ਼ਰ ਵੀ ਪਾ ਸਕਦੇ ਆ ਫਾਰਮਾਸਿਊਟੀਕਲ ਕੰਪਨੀ ਦੇ ਕਿ ਇੰਨੀ ਚੀਜ਼ ਲੈਣੀ ਹੈ ਤਾਂ ਸਸਤੀ ਦਿਓ। ਇਹ ਤਾਂ ਹਮੇਸ਼ਾ ਹੀ ਹੁੰਦਾ ਹੈ, ਜੇ ਤੁਸੀਂ ਕਾਰਾਂ ਲੈਣ ਜਾਣਾ, ਇੱਕ ਕਾਰ ਦੇ ਤਾਂ ਉਹਨਾਂ ਨੇ ਉਨੇ ਹੀ ਪੈਸੇ ਲੈਣੇ, ਤੁਸੀਂ ਉਹਨਾਂ ਨੂੰ ਕਹੋਗੇ 100 ਕਾਰ ਲੈਣੀ ਤਾਂ ਉਹਨਾਂ ਨੇ ਘੱਟ ਕਰ ਦੇਣੇ। ਸੋ ਫਾਰਮਾ ਕੇਅਰ, ਦੂਸਰਾ ਡੈਂਟਲ ਕੇਅਰ ਇਹਨਾਂ ਦਾ, ਤੀਸਰਾ ਹੈਗਾ ਚਾਈਲਡ ਕੇਅਰ। ਬਹੁਤ ਵਾਰ ਪ੍ਰੋਮਿਸ ਕਰ ਚੁੱਕੇ। ਕਿਊਬੈਕ ਦੇ ਵਿੱਚ ਜਿਹੜਾ ਚਾਈਲਡ ਕੇਅਰ ਉਹਨਾਂ ਨੇ ਲਾਇਆ ਉਹ $5 ਲੈਂਦੇ ਆ। $5 ਦੇ ਨਾਲ ਤੁਹਾਨੂੰ ਚਾਈਲਡ ਕੇਅਰ ਪ੍ਰੋਵਾਈਡ ਕਰਦੇ ਆ ਸਾਰਾ ਦਿਨ। ਤੇ ਜੇ ਹੁਣ ਤੁਸੀਂ ਚਾਈਲਡ ਕੇਅਰ ਦੇ ਵਿੱਚ ਕਿਸੇ ਨੂੰ ਆਪ ਹਾਇਰ ਕਰਨਾ, BC ਵਾਲਿਆਂ ਨੇ ਕਿਹਾ ਆ ਕਿ $10 ਨੂੰ ਦੇਵਾਂਗੇ ਅਸੀਂ, ਪਰ ਉਹਦੇ ਵਿੱਚ ਇਨਫ ਸਪੇਸਿਸ ਹੈ ਨਹੀਂ ਅਜੇ ਤੱਕ। ਜਿਨ੍ਹਾਂ ਲੋਕਾਂ ਦੇ ਛੋਟੇ ਬੱਚੇ ਆ ਉਹ ਇਹ ਕਹਿੰਦੇ ਕਿ ਉੱਥੇ ਸਪੇਸਿਸ ਹੈ ਨਹੀਂ। ਤੁਸੀਂ ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਲਾਇਆ ਆ
ਜਾਂ ਤਾਂ ਉਹਨਾਂ ਨੂੰ ਇਨਡਾਇਰੈਕਟਲੀ ਫੰਡਿੰਗ ਦੇਣ, ਉਹ ਤਾਂ ਮੁਫਤ ਘਰਾਂ ਦੇ ਵਿੱਚ ਕਰ ਰਹੇ ਆ। ਚਾਈਲਡ ਕੇਅਰ ਨੈਸ਼ਨਲੀ ਹੋਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਇਹ ਸਿਸਟਮ ਬਣ ਚੁੱਕਾ ਹੈ ਕਿ ਤਕਰੀਬਨ 2 ਜਣਿਆਂ ਨੂੰ ਕੰਮ ਕਰਨਾ ਪੈਂਦਾ। ਹਾਂਜੀ। ਫਿਰ ਇੱਕ ਵੱਡੀ ਆਈਟਮ ਆਉਂਦੀ ਹੈ ਜਿਹੜੀ ਅਫੋਰਡੇਬਲ ਹਾਊਸਿੰਗ ਦੀ ਗੱਲ ਹੈ। ਹਾਂਜੀ। ਉਹ ਤੇ ਗੱਲਾਂ ਬਾਤਾਂ ਜ਼ਿਆਦਾ ਹੋ ਰਹੀਆਂ ਹੈ। ਹੁਣ ਲੋਕਾਂ ਦਾ ਧਿਆਨ ਕਿੱਦਾਂ ਖਿੱਚਣਾ ਹੈ? ਸਿੱਧੀ ਗੱਲ ਤਾਂ ਇਹਨਾਂ ਦੇ ਕੋਲ PR ਵਾਲੇ ਜ਼ਿਆਦਾ ਬੰਦੇ ਕੰਮ ਕਰਦੇ ਆ, ਇਕੋਨਮਿਸਟ ਘੱਟ ਕਰਦੇ ਆ। PR ਵਾਲਿਆਂ ਦਾ ਕੰਮ ਹੋਣਾ ਹੈ ਕਿ ਤੁਸੀਂ ਕੋਈ ਐਦਾਂ ਦੀ ਚੀਜ਼ ਲੈ ਕੇ ਆਓ ਜਿਹੜਾ ਲੋਕੀ ਇਹ ਜਿਹੜੀ ਮਹਿੰਗੀ ਹੋ ਰਹੀ ਗੱਲ ਉਹਨੂੰ ਘੱਟ ਸੋਚਣ, ਪਰ ਕਿਸੇ ਤੇ ਭਾਂਡਾ ਫੋੜ ਦੇਣ। ਹੁਣ ਉਹ ਭਾਂਡਾ ਫੋੜਨ ਵਾਲਾ NDP ਸਾਡੇ ਇੱਥੇ ਵਿਕਟੋਰੀਆ ਵਾਲਿਆਂ ਨੇ ਬੜਾ ਵਧੀਆ ਕੰਮ ਕੀਤਾ ਸੀ ਕਿ ਫੋਰਨ ਬਾਇਰਸ ਨੂੰ ਤੇ ਟੈਕਸ ਲਾਤਾ ਇਹਨਾਂ ਨੇ। ਹਾਂਜੀ। ਹਾਲਾਂਕਿ ਇਹ ਸਾਬਤ ਨਹੀਂ ਹੋਇਆ ਕਿ ਫੋਰਨ ਬਾਇਰਸ ਨੇ ਉਹਨਾਂ ਦਾ ਕਰਕੇ ਪ੍ਰਾਈਸ ਵਧੀ ਹੈ। ਪ੍ਰਾਈਸ ਤਾਂ ਵੈਸੇ ਹੀ ਵੱਧ ਗਈ ਹੈ, ਉਦੋਂ ਬਾਅਦ ਵੀ ਵੱਧ ਗਈ ਹੈ। ਜਦੋਂ ਲਾਇਆ ਆ ਉਦੋਂ ਬਾਅਦ ਵੀ ਵੱਧ ਗਈ ਹੈ ਔਰ ਦੁੱਗਣੇ ਹੋ ਗਏ ਐਕਚੁਅਲੀ। ਜਦੋਂ ਲਾਇਆ ਜਦੋਂ ਤੋਂ ਉਸ ਤੋਂ ਬਾਅਦ ਦੁੱਗਣੇ ਹੋ ਗਏ। ਹਾਂਜੀ। ਜਾਂ ਤਾਂ ਫਿਰ ਇਹ ਹੁੰਦਾ ਵੀ ਟੈਕਸ ਲਾਉਣ ਤੋਂ ਬਾਅਦ ਪ੍ਰਾਈਸਿਸ ਘਟ ਗਈਆਂ, ਜਾਂ ਤਾਂ ਘਟ ਗਈਆਂ। ਹੁਣ ਫੈਡਰਲ ਸਰਕਾਰ ਨੂੰ PR ਵਾਲਿਆਂ ਨੇ ਇਹ ਦੱਸਿਆ ਆ ਕਿ ਲੋਕਾਂ ਦਾ ਦਿਮਾਗ ਉਧਰ ਨੂੰ ਪਾਉਣ ਲਈ ਨਾ ਉਹਨਾਂ ਨੂੰ ਫੋਰਨ ਬਾਇਰਸ ਨੂੰ ਬੰਦ ਹੀ ਕਰ ਦਿਓ। ਹਾਂਜੀ। ਬੰਦ ਕਰ ਦਿਓ ਤਾਂ ਫਿਰ ਜਿਹਦਾ ਪ੍ਰੈਜੂਡਿਸ ਆ ਨਾ ਜੀ ਬਿਲਕੁਲ। ਤੁਸੀਂ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਕਹਿ ਦੋ ਅਸੀਂ ਬਿਹਾਰੀਆਂ ਨੂੰ ਹੁਣ ਜ਼ਮੀਨ ਨਹੀਂ ਲੈਣ ਦੇਣੀ, ਉਹਦੇ ਨਾਲ ਫਾਇਦਾ ਉਹਨਾਂ ਨੂੰ ਹੋਵੇ ਚਾਹੇ ਨਾ ਹੋਵੇ, ਪਰ ਇਹ ਪ੍ਰੈਜੂਡਿਸ ਜਿਹੜੀ ਦਿਮਾਗ ਦੀ ਆ ਉਹ ਕੰਮ ਕਰ ਗਈ। ਹਾਂਜੀ। ਹੁਣ ਜਿਹੜੀ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਵੱਲ ਤਾਂ ਧਿਆਨ ਨਹੀਂ ਦਿੰਦੇ, ਪਰ PR ਵਾਲਿਆਂ ਨੇ ਕੁਝ ਗੱਲਾਂ ਦੱਸ ਦਿੱਤੀਆਂ। ਹੁਣ ਅਰਵਿੰਦ ਕੇਜਰੀਵਾਲ ਨੂੰ ਕਿ ਫੋਨ ਕਰਕੇ ਕਹੇ ਭਗਵੰਤ ਮਾਨ ਨੂੰ ਕਿ ਗੁਰਬਾਣੀ ਦਾ ਪ੍ਰਸਾਰ ਅਸੀਂ ਸਿੱਧਾ ਹੀ ਕਰਾਂਗੇ, ਸਰਕਾਰ ਵੱਲੋਂ ਕਰਾਂਗੇ। ਮਤਲਬ ਉਹ ਚੀਜ਼ ਕਰੋ ਜਿਹੜੀ ਜੇ ਤੇ ਸਾਡੀ ਕਾਸਟ ਕੋਈ ਨਹੀਂ ਹੈ, ਲੋਕਾਂ ਦਾ ਧਿਆਨ ਦੂਸਰੇ ਪਾਸੇ ਚਲਾ। ਹਾਂਜੀ। ਇਹ ਇੱਕ ਮਤਲਬ ਬਹੁਤ ਪੈਸਾ ਖਰਚਦੀਆਂ, ਹਰ ਸਰਕਾਰ ਖਰਚਦੀ ਹੈ, ਚਾਹੇ ਲੋਕਲ ਸਰਕਾਰ ਹੈ, ਚਾਹੇ ਪ੍ਰੋਵਿੰਸ਼ੀਅਲ ਹੈ, ਚਾਹੇ ਫੈਡਰਲ ਹੈ, ਕਿ ਲੋਕਾਂ ਦਾ ਧਿਆਨ ਇਧਰੋਂ ਤੁਸੀਂ ਦੇਖਿਓ ਕਿ ਜਿਹੜੀ ਟਾਈਮਿੰਗ ਡਿਸਾਈਡ ਕਰਦੇ ਆ ਨਾ ਇੱਕ ਬਿੱਲ ਨੂੰ ਲਿਆਉਣਾ, ਫਿਰ ਹਰ ਇੱਕ ਗੱਲ ਦੇਖਣੀ ਕਿ ਟਾਈਮ ਦੇ ਹਿਸਾਬ ਨਾਲ ਅੱਜ ਕੋਈ ਕੁਝ ਹੋਰ ਹੋ ਰਿਹਾ। BC ਦੇ ਵਿੱਚ ਜਿਸ ਦਿਨ ਨੇਟਿਵ ਬੱਚਿਆਂ ਦੀ ਰਿਪੋਰਟ ਆਉਣੀ ਸੀ ਉਸੇ ਦਿਨ ਇਹਨਾਂ ਨੇ ਜਾਣਬੁੱਝ ਕੇ ਕੋਈ ਹੋਰ ਬਿੱਲ ਲੈ ਆਂਦਾ। ਉਹ PR ਵਾਲਾ ਸਿੱਧਾ ਹੀ PR ਦਾ ਕੰਮ ਹੈ ਤਾਂ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਡਾਇਵਰਟ ਹੋ ਜਾਵੇ। ਐਗਜ਼ੈਕਟਲੀ। ਇਹ ਦੇਖਣਾ ਪੈਂਦਾ ਕਿ ਲੋਕਾਂ ਨੂੰ ਇਹ ਨਹੀਂ ਗੱਲ ਤੁਹਾਨੂੰ ਸਾਰਿਆਂ ਨੂੰ ਮੈਕੀਆਵੈਲੀ ਬਣਨ ਦੀ ਲੋੜ ਹੈ, ਇੰਨਾ ਦੇਖਣ ਦੀ ਲੋੜ ਹੈ ਵੀ ਅੱਜ ਕੀ ਹੋ ਰਿਹਾ, ਅੱਜ ਕਿਉਂ ਇਹ ਗੱਲ ਕਰ ਰਹੇ। ਹਾਂਜੀ। ਹੁਣ ਜਿਹੜੇ ਬੰਦੇ ਉਹਨੂੰ ਸਟੱਡੀ ਕਰਦੇ ਉਹ ਇਹੀ ਦੇਖਦੇ ਆ ਕਿ ਜੇ ਜੋ ਬਾਈਡਨ ਨੇ ਕੋਈ ਗੱਲ ਕਹਿਤੀ ਆ ਤੇ ਇਹਦਾ ਮਤਲਬ ਕੀ ਹੋ ਰਿਹਾ, ਕਿਹੜੀ ਗੱਲ ਆ ਜਿਹੜੀ ਜਿੱਦਾਂ ਓਨਟਾਰੀਓ ਵਾਲੇ ਲੈਜਿਸਲੇਸ਼ਨ ਲਿਆ ਰਹੇ ਆ ਵੀ ਅਸੀਂ ਰਾਹਤ ਦੇਣੀ ਆ, ਕੀ ਗੱਲ ਹੋਈ। ਫਿਰ ਬੰਦਾ ਸੋਚਦਾ ਇਹਨੇ ਇਲੈਕਸ਼ਨ ਕਦੋਂ। ਹਾਂਜੀ। ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੁੰਦਾ, ਪਹਿਲਾ ਸਵਾਲ ਤਾਂ ਆ ਜਾਂਦਾ ਨਾ। ਹਾਂਜੀ। ਅੱਛਾ, ਦੂਸਰਾ ਸਵਾਲ ਆ ਜਾਂਦਾ ਕਈ ਵਾਰੀ ਵੀ ਅੱਜ ਹੋਇਆ ਹੋਰ ਕੀ ਹੋ ਗਿਆ, ਕਿਹੜੀ ਚੀਜ਼ ਨੂੰ ਇਹ ਲੁਕਾਉਣਾ ਚਾਹੁੰਦੇ ਆ। ਹਾਂਜੀ। ਜਿਹੜੀ ਇੱਕ ਸਰਕਾਰਾਂ ਤਾਂ ਇੱਕ ਤਾਂ ਸਿੱਧਾ ਹੀ VOTING ਦੀ, ਜੇ ਵੋਟਾਂ ਨਹੀਂ ਪੈਂਦੀਆਂ ਤਾਂ ਪਾਵਰ 'ਚ ਨਹੀਂ ਆਉਣੇ ਜੀ, ਇਹ ਤਾਂ ਸਿੱਧਾ ਹੀ ਹਿਸਾਬ ਠੀਕ ਹੈ ਉਹਨਾਂ ਦਾ। ਦੂਸਰਾ ਉਹ ਲੁਕਾਉਣਾ ਕੀ ਚਾਹੁੰਦੇ ਆ, ਕਿਹੜੀ ਚੀਜ਼ ਹੈ ਜਿਹੜੀ ਲੁਕੋ ਕੇ ਬੈਠਣ ਲਈ। ਤੇ ਅੱਜ ਬਜਟ ਦੇ ਵਿੱਚ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚ ਉਹ ਨਹੀਂ ਕਰਨਾ ਚਾਹੁੰਦੇ ਨਾ, ਉਹਨਾਂ ਤੋਂ ਹੁਣ ਕਿੱਦਾਂ ਲੋਕਾਂ ਦਾ ਧਿਆਨ ਹਟਾ ਕੇ ਉਹਨਾਂ ਚੀਜ਼ਾਂ ਵੱਲ ਲਾਇਆ ਜਾਵੇ ਜਿਨ੍ਹਾਂ ਦਾ ਕੋਈ ਅਸਰ ਨਹੀਂ। ਹਾਊਸਿੰਗ ਦੇ ਉੱਤੇ ਕੀ ਅਜੇ ਤੱਕ ਕੋਈ ਸਟੱਡੀ ਆਈ ਹੈ ਵੀ ਜੇ ਬਾਹਰਲੇ ਲੋਕਾਂ ਨੇ ਆ ਕੇ ਇੱਥੇ ਮਹਿੰਗੇ ਕਰ ਦਿੱਤੇ? ਨਹੀਂ। ਪਰ ਲੋਕਾਂ ਦੇ ਦਿਮਾਗ 'ਚ ਇਹਨਾਂ ਨੇ ਇਹ ਗੱਲ ਪਾ ਦਿੱਤੀ ਹੈ ਕਿ ਜਿਹੜੇ ਫੋਰਨ ਬਾਇਰਸ ਹੈਗੇ ਆ ਉਹਨਾਂ ਦੀ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਨੇ ਤੇ ਇਹ ਲੋਕਾਂ ਦੀ ਬਹੁਤ ਜ਼ਿਆਦਾ ਫਿਕਰ ਕਰਦੇ ਨੇ, ਇਸੇ ਕਰਕੇ ਤਾਂ ਫਿਰ ਇਹ ਉਹਦੇ ਨਾਲ ਹੀ ਇੱਕ ਐਥਨੀਸਿਟੀ ਵੀ ਜੁੜੀ ਹੋਈ ਹੈ। ਹਾਂਜੀ। ਕਿਸੇ ਜ਼ਮਾਨੇ ਦੇ ਵਿੱਚ ਜਦੋਂ ਇੱਥੇ ਯੂਰਪੀਅਨ ਇਮੀਗ੍ਰੇਸ਼ਨ ਹੁੰਦੀ ਸੀ ਇਹ ਸਵਾਲ ਹੀ ਨਹੀਂ ਕਿਸੇ ਨੇ ਕੀਤਾ। ਹੁਣ ਇਮੀਗ੍ਰੇਸ਼ਨ ਆ ਰਹੀ ਆ ਚਾਈਨਾ ਤੋਂ, ਇੰਡੀਆ ਤੋਂ ਜੀ, ਫਿਲਪਾਈਨਸ ਤੋਂ। ਉਹਨਾਂ ਦੇ ਖਿਲਾਫ ਪ੍ਰੈਜੂਡਿਸ ਆ ਜੀ। ਬਿਲਕੁਲ। ਕਿ ਚਾਈਨਾ ਵਾਲੇ ਖਰੀਦ ਲੈਣਗੇ ਘਰ ਆ ਕੇ, ਇੱਥੇ ਕਿੰਨੇ ਖਰੀਦਦੇ ਆ ਉਹ
ਕਿੰਨੇ ਨਹੀਂ ਖਰੀਦਦੇ, ਕਿਹਦੇ ਨਾਲ ਪ੍ਰਾਈਸ ਵਧੀ ਆ, ਕਿਹਦੇ ਨਾਲ ਘਟੀ ਆ, ਉਹਦੇ ਬਾਰੇ ਇਹਨਾਂ ਨੂੰ ਕੋਈ ਚਿੰਤਾ ਨਹੀਂ, ਕਿਉਂਕਿ ਆਮ ਲੋਕਾਂ ਦੀ ਜਿਹੜੀ ਪ੍ਰੈਜੀਡਿਸ ਆ ਨਾ ਉਹਨੂੰ ਯੂਜ਼ ਕਰਨਾ ਹੈ ਜੀ। ਤਾਂ ਉਹਦੇ ਵਿੱਚ ਇਹ ਕਾਮਯਾਬ ਹੈ। ਹੁਣ ਤੁਸੀਂ ਜਾ ਕੇ ਜੌਨ ਹੌਰਗਨ ਜਾ ਕੇ ਦੱਸ ਦੇਵੇ ਬਈ ਇਹਨਾਂ ਨੇ ਤਾਂ ਚੀਨ ਵਾਲਿਆਂ ਨੇ ਤਾਂ ਇੱਥੋਂ ਖਰੀਦੀ ਜਾਣਾ, ਇਹਨਾਂ ਦਾ BC ਖਰੀਦ ਕੇ ਇਹਨਾਂ ਨੇ ਤਾਈਵਾਨ ਦੇ ਲਾਗੇ ਲੈ ਜਾਣੀ ਹੈ, ਤੇ ਉਹ ਸੱਚੀ ਜਿਹੜੇ ਯੂਰਪੀਅਨ ਮੂਲ ਦੇ ਬੰਦੇ ਆ ਉਹਨਾਂ ਨੇ ਮਨ ਦੇ ਵਿੱਚ ਆਉਣਾ ਹੀ ਆ ਵੀ ਕੀ ਪਤਾ ਇਹਨਾਂ ਨੇ ਖਰੀਦ ਕੇ ਇੱਥੋਂ ਚੀਨ ਨੂੰ ਹੀ ਲੈ ਜਾਣਾ। BC ਬਾਅਦ ਸਵੇਰ ਨੂੰ ਉੱਠਾਂਗੇ ਤਾਂ ਸਵੇਰੇ ਸਾਡੇ ਲਾਗੇ ਹਾਂਗਕਾਂਗ ਹੋਵੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਇਹ ਬਜਟ ਦੇ ਵਿੱਚ, ਇੱਕ ਤਾਂ ਬਜਟ ਹੈਗਾ ਇਕਨੋਮਿਸਟ ਦੇਖਦੇ ਆ ਕਿ ਜਿਹੜਾ ਸਾਨੂੰ ਰੈਵਨਿਊ ਕਿੰਨਾ ਆਉਣਾ, ਹਾਂਜੀ, ਉਹਦੇ ਵਿੱਚ ਇਹਨਾਂ ਨੇ ਜੋ ਕਿਹਾ ਹੈ ਕਿ ਅਸੀਂ ਸਿਰਫ ਤੇ ਸਿਰਫ ਅਮੀਰ ਲੋਕਾਂ ਲਈ, ਅਮੀਰ ਕੌਣ ਹੈ ਇੱਥੇ, ਅਮੀਰ ਆਹ ਆ ਜਿਹੜੀਆਂ ਬੈਂਕਾਂ ਪੈਸੇ ਬਣਾ ਰਹੀਆਂ, ਜਿਹੜੀਆਂ ਗੈਸ ਐਂਡ ਆਇਲ ਕੰਪਨੀਆਂ ਬਣਾ ਰਹੀਆਂ, ਜਾਂ ਜਿਹੜੇ CEO ਬਹੁਤ ਮਿਲੀਅਨ $200 ਮਿਲੀਅਨ ਜਿਹਦੀ ਤਨਖਾਹ ਆ, 50 ਮਿਲੀਅਨ ਤਨਖਾਹ ਆ, ਜਿਹੜੇ ਐਵਰੇਜ ਬੰਦੇ ਪ੍ਰੋਫੈਸ਼ਨਲਸ ਕੰਮ ਕਰਦੇ ਆ ਜਿਨ੍ਹਾਂ ਦੇ ਸਿਰ 70-80 ਹਜ਼ਾਰ ਦਾ ਲੋਨ ਚੜਿਆ ਆ, ਸਟੂਡੈਂਟ ਲੋਨ ਲੈ ਕੇ ਪੜ੍ਹੇ ਆ, ਉਹਨਾਂ ਤੇ ਟੈਕਸ ਲਾਈ ਜਾਣਗੇ, ਕਿਉਂਕਿ ਆਮ ਬੰਦਾ ਤਾਂ ਇਹੀ ਸੋਚਦਾ, ਜਿਹੜਾ ਬੰਦਾ $40,000 $50,000 ਬਣਾਉਂਦਾ ਨਾ ਉਹਨੂੰ ਲੱਗਦਾ ਕਿ ਜਿਹੜਾ ਬੰਦਾ ਲੱਖ ਬਣਾਉਂਦਾ ਬਹੁਤ ਅਮੀਰ ਬੰਦਾ ਹੈ, ਜਿਹੜਾ ਡਾਲਰ ਬਣਾਉਂਦਾ ਹੈ ਉਹ ਵੀ ਬੇਸਮੈਂਟ 'ਚ ਹੀ ਰਹਿ ਸਕਦਾ ਹੈ। ਕੋਈ ਜੇ ਉਹਨੇ 2.5 ਮਿਲੀਅਨ ਦਾ ਘਰ ਲੈਣਾ ਹੋਵੇ ਇੱਥੇ, $1,00,000 ਵਾਲਾ ਲੈ ਨਹੀਂ ਸਕਦਾ ਜੀ। ਤੁਸੀਂ ਆਪਣੇ ਹਿਸਾਬ ਕਿਤਾਬ ਲਾ ਕੇ ਦੇਖ ਲਓ। ਤਾਂ ਦੂਸਰਾ ਇੱਕ ਹਰ ਇੱਕ ਸਰਕਾਰ ਦਾ ਇਹ ਕੰਮ ਹੈ ਹੁਣ, ਤਾਂ ਹੀ ਲੋਕਾਂ ਦਾ ਥੋੜਾ ਵਿਸ਼ਵਾਸ ਘਟੀ ਜਾਂਦਾ ਕਿ ਹਰ ਇੱਕ ਬੰਦਾ, ਇਹ ਵੋਟਰ ਵੀ ਇਦਾਂ ਹੀ ਸੋਚਦੇ ਆ, ਅਸੀਂ ਵੀ ਇਦਾਂ ਹੀ ਜਿਹੜੇ ਲੋਕ ਵੋਟ ਪਾਉਂਦੇ ਆ ਉਹ ਇਹ ਸੋਚਦੇ ਕਿ ਅੱਜ ਮੈਨੂੰ ਕੀ ਫਾਇਦਾ ਹੋਣਾ, ਹਾਂਜੀ, ਇਹਦਾ ਕੱਲ ਤੇ ਕੀ ਅਸਰ ਪੈਣਾ, ਇਹਦੇ ਬਾਰੇ ਕੋਈ ਨਹੀਂ ਗੱਲ ਕਰਦਾ ਜੀ। ਹੁਣ ਪਿੱਛੇ ਜਿਹੜਾ ਡੈਫਿਸਿਟ ਹੋਇਆ ਸੀ, ਪਹਿਲਾਂ 42 ਬਿਲੀਅਨ ਨੂੰ ਟੈਕਲ ਕਰਦੇ ਸੀ, ਉਹਦੇ ਨਾਲ ਸਰਵਿਸਿਜ਼ ਕੱਟ ਕਰ ਦਿੱਤੀਆਂ, ਤੇ ਇੱਕ ਸਰਵਿਸ ਜਿਹੜੇ ਸਾਰਿਆਂ ਲੋਕਾਂ ਨੂੰ ਸਾਡਿਆਂ ਨੂੰ ਪਤਾ ਹੋਣਾ, ਉਹ ਸਰਵਿਸ ਸੀਗੀ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨਸ ਘੱਟ ਕਰਤੀਆਂ। ਹਾਂਜੀ, ਇਹਦਾ ਤਾਂ ਪਤਾ ਲੱਗ ਗਿਆ ਨਾ ਲੋਕਾਂ ਨੂੰ ਜੀ। ਉਹ ਡੈਫਿਸਿਟ ਫਾਈਟ ਕਰਦੇ, ਘਾਟੇ ਦਾ ਬਜਟ ਪੂਰਾ ਕਰਦਿਆਂ ਨੇ ਕੀਤੀਆਂ। ਜਿਹੜੀਆਂ ਐਜੂਕੇਸ਼ਨ ਤੇ ਹੋਈਆਂ ਉਹ ਤਾਂ ਉਹਨਾਂ ਨੂੰ ਹੀ ਪਤਾ ਹੋਣਾ ਜਿਹੜੇ ਐਜੂਕੇਸ਼ਨ ਦੇ ਵਿੱਚ ਆ, ਜੀ। ਜਿਹੜੀਆਂ ਹੈਲਥ ਕੇਅਰ ਦੇ ਵਿੱਚ ਆ ਉਹ ਹੁਣ ਤੁਹਾਨੂੰ ਪੈਂਡੈਮਿਕ ਦੇ ਵਿੱਚ ਪਤਾ ਲੱਗ ਗਿਆ ਹੁਣ, ਹਾਂਜੀ, ਜਿਹੜੀਆਂ ਕੱਟਸ ਕੀਤੀਆਂ ਇਹਨਾਂ ਨੇ। ਜੀ। ਸਰੀ ਵਾਲਿਆਂ ਨੂੰ ਤਾਂ ਵੈਸੇ ਹਮੇਸ਼ਾ ਹੀ ਪਤਾ ਸੀ ਕਿ ਸਰੀ 'ਚ ਕੋਈ ਹਸਪਤਾਲ ਜਿਹੜਾ ਹੈਗਾ ਆ ਉਹ ਕੰਮ ਹੀ ਨਹੀਂ ਕਰਦਾ। ਹਾਂਜੀ। ਫਿਰ ਜਿੰਨੀਆਂ ਵੀ ਸਰਵਿਸਿਜ਼ ਤੁਹਾਨੂੰ ਦੇਣੀਆਂ ਆ ਸਰਕਾਰ ਨੇ, ਉਹਨਾਂ ਤੇ ਉਹ ਘਾਟੇ ਦਾ ਬਜਟ ਜਿਹੜਾ ਉਹਦਾ ਅਸਰ ਪੈਂਦਾ ਆ, ਪਰ ਜਿਹੜੀ ਸਰਕਾਰ ਆ ਉਹਨੂੰ ਪਤਾ ਆ ਲੋਕਾਂ ਦਾ ਕਿ ਲੋਕੀ ਇਸ ਵੇਲੇ ਸਾਡੇ ਤੋਂ ਪੈਸੇ ਲੈਣਾ ਚਾਹੁੰਦੇ ਆ, ਜੀ, ਜਾਂ ਸਰਵਿਸ ਲੈਣਾ ਚਾਹੁੰਦੇ ਆ। ਜੇ ਪੈਂਡੈਮਿਕ ਆਈ ਹੈ, ਠੀਕ ਹੈ, ਖਰਚਾ ਵਧਿਆ ਲੋਕਾਂ ਦਾ, ਸਰਕਾਰਾਂ ਦਾ ਖਰਚਾ 30% ਵਧਿਆ, ਪਰ ਇਹ ਮੌਕਾ ਵੀ ਮਿਲ ਗਿਆ ਉਹਨਾਂ ਨੂੰ। ਹੁਣ ਮੌਕਾ ਆ, ਵੈਸੇ ਕੈਸ਼ ਦਿਓਗੇ ਤੁਸੀਂ ਤਾਂ ਕਹਿਣਗੇ ਆਪੋਜੀਸ਼ਨ ਵਾਲੇ ਕਿ ਬਰਾਈਬ ਕਰਦੇ ਆ, ਇਹ ਰਿਸ਼ਵਤ ਦਿੰਦੇ ਆ, ਪਰ ਜੇ ਪੈਂਡੈਮਿਕ ਦੇ ਨਾਂ ਤੇ ਰਿਸ਼ਵਤ ਦੇ ਰਹੇ ਆ ਤਾਂ ਫਿਰ ਸਭ ਕੁਝ ਚੱਲਦਾ ਹੈ। ਹਾਂਜੀ। ਹੁਣ ਕਈ ਇੱਥੇ ਬਿਜ਼ਨਸਮੈਨ ਆ ਜਿਹੜੇ ਕਿ NDP, ਜਿਹੜੇ ਕਿ ਪਾਰਟੀਆਂ ਨੂੰ ਬਹੁਤ ਪੈਸੇ ਦਿੰਦੇ ਆ, ਹੁਣ ਉਹਨਾਂ ਨੇ ਗੌਰਮੈਂਟ ਤੋਂ ਪੈਸੇ ਵੀ ਲਏ ਆ, ਰਹਿੰਦੇ ਉਹ ਜਿਹੜੇ ਆ 20,000 ਸਕੁਅਰ ਫੁੱਟ ਵਾਲਾ ਘਰ ਹੁੰਦਾ, ਚਲਾਉਂਦੇ ਉਹ ਮਰਸੀਡੀਜ਼ ਜਾਂ 1.5 ਲੱਖ ਦੀਆਂ। ਤਾਂ ਸਰਕਾਰ ਨੂੰ ਜੇ ਉਹਨਾਂ ਦੇ ਪੇਪਰ ਦੇਖਿਆ ਜਾਵੇ ਤਾਂ ਉਹਨਾਂ ਨੇ ਕਹਿਣਾ ਕਿ ਸਾਨੂੰ ਬਹੁਤ ਘਾਟਾ ਪੈ ਰਿਹਾ। ਸਰਕਾਰ ਫਿਰ ਉਹਨਾਂ ਨੂੰ ਸਬਸਿਡੀ ਦਿੰਦੀ ਜੀ। ਇਦਾਂ ਦਾ ਵੀ ਬਹੁਤ ਚੱਲਦਾ ਨਾ। ਹਾਂਜੀ, ਹਾਂਜੀ। ਛੋਟਾ ਬਿਜ਼ਨਸ ਹੋਵੇ, ਚਾਹੇ ਮੱਧਮ ਸਾਈਜ਼ ਦਾ ਹੋਵੇ, ਚਾਹੇ ਵੱਡਾ ਹੋਵੇ, ਉਹ ਤਾਂ ਪੈਸੇ ਲੈ ਰਹੇ ਆ ਸਰਕਾਰ ਦੇ ਕੋਲੋਂ, ਇਹ ਦਿਖਾਲ ਕੇ ਕਿ ਅਸੀਂ ਸਾਡੇ ਤਾਂ ਪੈਂਡੈਮਿਕ ਨੇ ਸਾਡੀ ਤਾਂ ਬੱਸ ਕਰਾ ਕੇ ਰੱਖ ਦਿੱਤੀ। ਹੁਣ ਉਸੇ ਤਰ੍ਹਾਂ ਜਿਹੜੇ ਵੋਟਰ ਆ ਉਹਨਾਂ ਨੂੰ ਵੀ ਦਿੱਤਾ ਉਹਨਾਂ ਨੇ ਪੈਸਾ ਪੈਂਡੈਮਿਕ ਦੇ ਦੌਰਾਨ। ਹਾਂਜੀ, ਦਿੱਤਾ ਇਸ ਕਰਕੇ ਵੀ ਆ ਕਿਉਂਕਿ ਮਿਨੋਰਟੀ ਸਰਕਾਰ ਸੀ ਜੀ, ਜੀ, ਫਿਕਰ ਸੀ ਉਹਨਾਂ ਨੂੰ ਜਸਟਿਨ ਟਰੂਡੋ ਨੂੰ ਕਿ ਇਲੈਕਸ਼ਨ ਹੋਣੀ ਆ। 2 ਇਲੈਕਸ਼ਨ ਹੋ ਗਈਆਂ, ਉਹਨਾਂ ਦੀਆਂ ਸੀਟਾਂ ਤਾਂ ਵਧੀਆਂ ਨਹੀਂ, ਹਾਂਜੀ, ਪਰ 2 ਹੀ ਵਾਰ ਮੌਕਾ ਸੀ ਆਪੋਜੀਸ਼ਨ ਦੇ ਕੋਲ
ਕਿ ਉਹ ਮੈਜੋਰਟੀ ਬਣਾ ਸਕਦੇ ਸੀ। ਲੋਕਾਂ ਨੂੰ ਉਹਨਾਂ ਦੀ ਜਿਹੜੀ ਆਪੋਜੀਸ਼ਨ ਹੈ, ਉਹਨਾਂ ਦੇ ਲੀਡਰਸ ਔਰ ਉਹਨਾਂ ਦੀਆਂ ਪਾਲਿਸੀਜ਼ ਬਿਲਕੁਲ ਪਸੰਦ ਨਹੀਂ ਆਈਆਂ ਜੀ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸੁਨੇਹਾ ਦੇ ਦਿੱਤਾ ਕਿ ਅਸੀਂ ਜਿਹੜੀ ਆ ਘੱਟ ਗਿਣਤੀ ਦੀ ਸਰਕਾਰ ਹੈ, ਇਹਨੂੰ ਵੀ ਵੱਧ ਗਿਣਤੀ ਦੀ ਸਰਕਾਰ ਨਹੀਂ ਬਣਾਉਣਾ ਚਾਹੁੰਦੇ। ਇੱਕ ਜਗਮੀਤ ਸਿੰਘ ਨੂੰ ਸਮਝ ਨਹੀਂ ਆਈ। ਉਹਨਾਂ ਨੇ ਸ਼ਰੇਆਮ ਲੋਕਾਂ ਦੇ ਵਰਡਿਕਟ ਦੇ ਖਿਲਾਫ ਜਾ ਕੇ ਆਪਣੀ ਜੌਬ ਪੱਕੀ ਕਰਨ ਲਈ, ਇੱਕ ਤਾਂ ਉਹਨਾਂ ਨੂੰ ਹੈਗਾ ਕਿ ਮੈਂ ਇੱਕ ਪਾਰਟੀ ਦਾ ਲੀਡਰ ਹਾਂ, ਉਹਨਾਂ ਚਿਰ ਪਾਰਟੀ ਵਾਲੇ ਖਰਿਆ ਉਹਨਾਂ ਨੂੰ ਵੱਧ ਪੈਸੇ ਹੋਰ ਵੀ ਦਿੰਦੇ ਹੋਣੇ, ਉਹ ਬਾਅਦ ਚ ਆਡਿਟਿੰਗ ਕਰੇ ਪਤਾ ਲੱਗਣਾ। ਇਹਨਾਂ ਨੇ ਪਿੱਛੇ ਜਿਹੇ ਇੱਕ ਕੰਪਨੀ ਨੇ, ਇਹਨਾਂ ਦੀ ਬੇਟੀ ਹੋਈ ਹੈ ਨਾ, ਹਾਂਜੀ ਹਾਂਜੀ, ਤੇ ਉਸ ਕੰਪਨੀ ਨੇ ਕਿਹਾ ਇਹਨਾਂ ਨੂੰ ਕਿ ਰੌਕਿੰਗ ਚੇਅਰ ਹੁੰਦੀ ਹੈ, ਹਾਂਜੀ, ਜੇ ਤੇ ਬੱਚਾ ਪੈ ਉਹਨੂੰ ਨੀਂਦ ਆ ਜਾਂਦੀ ਹੈ, ਜੀ ਜੀ, ਕਿ ਪੇਰੈਂਟਸ ਲੈ ਕੇ ਬੈਠੇ ਹੁੰਦੇ, ਉਹਨੂੰ ਰੌਕਿੰਗ ਚੇਅਰ ਇਹਨਾਂ ਦੀ ਜਗਮੀਤ ਸਿੰਘ ਉਹਨਾਂ ਦੀ ਵਾਈਫ ਨੂੰ ਦਿੱਤੀ। ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣੇ ਇੰਸਟਾਗ੍ਰਾਮ ਤੇ ਇਹਦੀ ਫੋਟੋ ਪਾਉਣੀ ਹੈ ਤਾਂ ਕੰਪਨੀ ਦਾ ਨਾਮ ਲਿਖਣਾ। ਜੀ ਬਿਲਕੁਲ। ਤਾਂ ਰੌਕਿੰਗ ਚੇਅਰ ਮੁਫਤ ਮਿਲਣੀ ਹੈ। ਇਹਨਾਂ ਨੇ ਉਹ ਰੌਕਿੰਗ ਚੇਅਰ ਲੈ ਲਈ, ਇਹਨਾਂ ਦੀ ਵਾਈਫ ਨੇ ਪਾਤੀ ਇੰਸਟਾਗ੍ਰਾਮ ਤੇ, ਪਰ ਨਾਲ ਹੀ ਮਿਸਟਰ ਜਗਮੀਤ ਸਿੰਘ ਨੇ ਫਿਰ ਉਹਦੀ ਫੋਟੋ ਪਾਤੀ ਆਪਣੇ ਇੰਸਟਾਗ੍ਰਾਮ ਤੇ, ਤਾਂ ਉਹ ਤੋਂ CBC ਵਾਲਿਆਂ ਨੇ ਫੜ ਲਿਆ। ਹਾਂਜੀ। ਪੱਤਰਕਾਰਾਂ ਨੇ ਪੁੱਛਿਆ ਕਿ ਮੁਫਤ ਦੀ ਚੇਅਰ ਕਿੱਥੋਂ ਲਈ ਫਿਰਦੇ ਆ ਜੀ, ਤੁਸੀਂ ਕੀ ਕੀਤਾ ਜਿਹੜੀ ਤੁਹਾਨੂੰ ਮੁਫਤ ਦੀ ਚੇਅਰ ਮਿਲ ਗਈ? ਫਿਰ ਇਹਨਾਂ ਨੇ $1700 ਦੀ ਚੈੱਕ ਲੈ ਕੇ ਦੇਤੀ। ਹਾਂਜੀ। ਮਤਲਬ ਚੋਰ ਚੋਰੀ ਕਰਨ ਤੋਂ ਨਹੀਂ ਡਰਦਾ, ਫੜੇ ਹੋਣ ਜਾਣ ਤੋਂ ਡਰਦਾ। ਜੀ ਬਿਲਕੁਲ ਬਿਲਕੁਲ। ਜਿਹੜੀ ਚੋਰੀ ਕਰਕੇ ਤੁਹਾਡੀ ਆਤਮਾ ਠੀਕ ਹੋਵੇ ਤਾਂ ਆਤਮਾ ਤੁਹਾਨੂੰ ਸੌਣ ਨਹੀਂ ਦਿੰਦੀ। ਮਿਸਟਰ ਜਗਮੀਤ ਸਿੰਘ ਦੀ ਆਤਮਾ ਇੰਨੀ ਮਰੀ ਹੋਈ ਹੈ, ਜਿਹੜਾ ਪੱਗ ਲਈ ਨਹੀਂ ਖੜ ਹੋਇਆ ਜੇ ਤੋਂ ਕਿਊਬੈਕ ਦੇ ਵਿੱਚ, ਉਹਦੀ ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਫੜਿਆ ਗਿਆ ਤਾਂ ਸਿਰਫ ਪੱਤਰਕਾਰ ਨੇ ਫੜ ਲਿਆ ਉਹਨੂੰ। ਜੀ। ਸਾਡੇ ਚੰਡੀਗੜ੍ਹ ਦੇ ਵਿੱਚ ਹੁਣ ਹੋਇਆ ਮਨਪ੍ਰੀਤ ਸਿੰਘ ਬਾਦਲ, ਜਿਹੜਾ ਇੱਥੇ ਆਇਆ ਸੀ PPP ਜਦੋਂ ਬਣਾਈ ਉਹਨਾਂ ਨੇ। ਹਾਂਜੀ। ਬਹੁਤ ਇਮਾਨਦਾਰ ਸਰਕਾਰ ਬਣਾਵਾਂਗੇ, ਅਸੀਂ ਆਹ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਜਿੱਦਾਂ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ। ਉਹ ਸਭ ਕੁਝ ਚੱਕ ਕੇ ਲੈ ਕੇ ਕਹਿੰਦੇ ਆਪਣੀਆਂ ਕੋਠੀਆਂ ਦੇ ਵਿੱਚੋਂ। ਹਾਂਜੀ, ਸਾਰਾ ਸਮਾਨ ਚੁੱਕ ਕੇ ਲੈ ਗਏ। ਜਿੱਦਣ ਉਹਨਾਂ ਨੂੰ ਫੜ ਹੋ ਗਏ, ਰੌਲਾ ਪਾਤਾ, ਅਫੀਸ਼ੀਅਲਸ ਨੇ ਕਹਿਤਾ ਵੀ ਆਹ ਚੀਜ਼ਾਂ ਇੱਥੋਂ ਮਿਸਿੰਗ ਹੈ। ਹਾਂਜੀ। ਉਦੋਂ ਉਹਨਾਂ ਨੂੰ ਚੈੱਕ ਦੇ ਕੇ ਤਾਂ ਉਸ ਚੈੱਕ ਦੀ ਫੋਟੋ ਕਾਪੀ ਕਰਕੇ ਆਪਣੇ ਇੰਸਟਾਗ੍ਰਾਮ ਤੇ ਪਾਤੀ। ਤੁਸੀਂ ਵੈਸੇ ਖਰੀਦ ਕੇ ਲਿਜਾ ਨਹੀਂ ਸਕਦੇ ਸਰਕਾਰੀ ਸਮਾਨ। ਹਾਂਜੀ। ਉਹ ਸਿਰਫ PR ਲਈ ਕੀਤਾ, ਦੱਸਣ ਲਈ ਲੋਕਾਂ ਨੂੰ ਕਿ ਮੈਂ ਤਾਂ ਖਰੀਦੀਆਂ। ਖਰੀਦੋਗੇ ਤਾਂ ਜੇ ਸਰਕਾਰ ਵੇਚਦੀ ਹੋਵੇ ਤਾਂ। ਹਾਂਜੀ। ਤੁਸੀਂ ਖਰੀਦ ਕਿੱਥੋਂ ਲਈਆਂ? ਜੀ। ਸੋ ਇਹੋ ਜਿਹੀਆਂ ਜਿਹੜੀਆਂ ਇਹ PR ਦੀ ਸਿਰਫ ਤੇ ਸਿਰਫ PR ਚੱਲਦੀ ਸੀ। ਸੋ ਇਸ ਬਜਟ ਦੇ ਵਿੱਚ ਜਿਹੜੀ PR ਚੱਲਣੀ ਆ ਉਹ ਇਹ ਹੋਣੀ ਆ ਕਿ ਰੌਲਾ ਪਾਉਣਾ, ਦੇਖਿਓ ਸ਼ਬਦ ਯੂਜ਼ ਕਰਨਗੇ ਮਿਡਲ ਕਲਾਸ, ਅਸੀਂ ਮਿਡਲ ਕਲਾਸ ਦੀ ਆਹ ਕਰਦੇ। ਮੈਨੂੰ ਜਸਟਨ ਟਰੂਡੋ ਜਾਂ ਇੱਥੇ ਸਾਡੇ MP ਜਿਹੜੇ ਬੈਠੇ ਆ ਇਹ ਦੱਸ ਦੇਣ ਕਿ ਮਿਡਲ ਕਲਾਸ ਹੁੰਦੀ ਕੀ ਆ। ਜੀ ਬਿਲਕੁਲ। ਵੈਸੇ ਡਾਕਟਰ ਸਾਹਿਬ ਕੁਝ ਇਕਨੋਮਿਸਟ ਦਾ ਕਹਿਣਾ ਇਹ ਵੀ ਹੈਗਾ ਵੀ ਜਿਹੜੀ ਟਰੂਡੋ ਦੀ ਸਰਕਾਰ ਹੈਗੀ ਹੈ ਨਾ, ਇਹ ਇਕਨੋਮਿਕਲੀ ਇਲਿਟਰੇਟ ਨੇ, ਇਹ ਸ਼ਬਦ ਯੂਜ਼ ਕੀਤਾ। ਦੇਖੋ PR ਦੇ ਵਿੱਚ ਤਾਂ ਠੀਕ ਹੈ, ਉਹ ਲੱਗਦੇ ਇਕਨੋਮਿਕਲੀ ਇਹਨਾਂ ਨੇ ਡੈਫਿਸਿਟ ਜਿਹੜਾ ਚਲੋ 354 ਨਹੀਂ ਤਾਂ 327 ਬਿਲੀਅਨ ਹੋ ਗਿਆ। ਇਹ ਕਿਸੇ ਨਾ ਕਿਸੇ ਦਿਨ ਤਾਂ ਦੇਣੇ ਹੀ ਪੈਣੇ ਨਾ ਪੈਸੇ। ਹਾਂਜੀ। ਜਿੱਦਾਂ ਅੰਗਰੇਜ਼ੀ ਕਹਿੰਦੇ ਹੁੰਦੇ ਵੀ ਕਿਸੇ ਦਿਨ ਤਾਂ ਮੁਰਗਾ ਘਰ ਆਉਣਾ ਹੀ ਹੈ। ਜੀ। ਮੁਰਗੇ ਬਾਹਰ ਚੁਗਦੇ ਰਹਿੰਦੇ ਆ, ਬਾਅਦ ਦੇ ਵਿੱਚ ਸ਼ਾਮ ਨੂੰ ਤਾਂ ਘਰ ਆਉਂਦੇ ਨਾ। ਜੀ। ਤੇ ਇਹਨਾਂ ਦੇ ਡੈਫਿਸਿਟ ਦੇ ਨਾਲ, ਜੇ ਪਹਿਲਿਆਂ ਡੈਫਿਸਿਟ ਦੇ ਨਾਲ ਸਾਡੇ ਤੇ ਆਹ ਕੁਝ ਹੋ ਗਿਆ, ਸਰਵਿਸਿਜ਼ ਕੱਟ ਹੋ ਗਈਆਂ, ਇਮੀਗ੍ਰੇਸ਼ਨ ਦੀਆਂ ਉਦੋਂ ਕੱਟ ਹੋਈਆਂ ਜਦੋਂ ਏਸ਼ੀਅਨ ਲੋਕੀ ਇੱਥੇ ਆ ਕੇ ਆਪਣੇ ਪੇਰੈਂਟਸ ਨੂੰ ਮੰਗਾਉਣ ਲੱਗੇ ਆ। ਜਦੋਂ ਯੂਰਪੀਅਨ ਮੰਗਾਉਂਦੇ ਸੀ ਉਦੋਂ ਨਹੀਂ ਕੱਟ ਹੋਈਆਂ ਕੁਝ ਵੀ। ਹਾਂਜੀ। ਹੁਣ ਫਿਰ ਇਹਨਾਂ ਨੇ ਇੱਕ ਸਮਾਰਟ ਮੂਵ ਕੀਤਾ ਕਿ ਸੁਪਰ ਵੀਜ਼ਾ ਕਰ ਦਿੱਤਾ। ਜੀ। ਇਹ ਨਹੀਂ ਕਿਹਾ ਕਿ ਅਸੀਂ ਪੇਰੈਂਟਸ ਦੀਆਂ ਸਰਵਿਸਿਜ਼ ਹੀ ਕੱਟ ਕਰਦੀਆਂ। ਸੁਪਰ ਵੀਜ਼ਾ ਦਾ ਮਤਲਬ ਹੈ ਤੁਹਾਨੂੰ ਇੱਥੇ ਆਓਗੇ, ਇੱਕ ਤਾਂ ਪਹਿਲੀ ਗੱਲ ਤਾਂ ਉਹ 10 ਸਾਲ ਦਾ ਕਹਿੰਦੇ ਹੀ ਆ, ਉਹਨਾਂ ਨੂੰ ਨਾਰਮਲੀ ਇਹ ਲਾਉਂਦੇ ਨਹੀਂ। ਇਹ 10 ਸਾਲ ਦਾ ਉੱਦਾਂ ਜਿੱਦਾਂ ਵਿਜ਼ਟਰ ਵੀਜ਼ਾ ਆ 10 ਸਾਲ ਦੀ ਉਹਦੀ ਬੁਨਿਆਦ ਆ, ਪਰ ਵੱਧ ਤੋਂ ਵੱਧ ਤੁਸੀਂ 6 ਮਹੀਨੇ ਇੱਥੇ ਰਹਿ ਸਕਦੇ। ਹਾਂਜੀ।
ਉਹਨਾਂ ਨੂੰ ਹੋ ਸਕਦਾ ਸਾਰ ਰਹਿਣ ਦਿੰਦੇ ਹੁਣ, ਫਿਰ ਉਹਨਾਂ ਦੀ ਮੈਡੀਕਲ ਕਵਰੇਜ ਹੈ ਨਹੀਂ, ਕੋਈ ਬਜ਼ੁਰਗ ਇੱਥੇ ਆਏ ਆ ਬਿਮਾਰ ਹੋ ਜਾਂਦੇ ਆ, ਉਹ ਕੀ ਕਰਨਗੇ? ਮੈਡੀਕਲ ਕਵਰੇਜ ਕੋਈ ਨਹੀਂ ਉਹਨਾਂ ਦੀ, ਕੋਈ ਹੋਰ ਕੋਈ ਕਵਰੇਜ ਨਹੀਂ ਉਹਨਾਂ ਦੀ, ਤਾਂ ਉਹ ਤੁਹਾਡੇ ਤੇ ਬਰਡਨ ਬਣ ਸਕਦੇ ਆ। ਇੱਥੇ ਜਿਹੜੀ ਜੇ ਤੁਸੀਂ ਹਸਪਤਾਲਾਂ ਦੇ ਵਿੱਚ ਆਪਣੇ ਜੇਬ ਚੋਂ ਦੇਣੇ ਹੋਣ ਨਾ, ਤਾਂ ਇਹ 4-4, 5-5 ਹਜ਼ਾਰ ਡਾਲਰ ਚਾਰਜ ਕਰਦੇ ਆ ਰਾਤ ਦਾ। ਹਾਂਜੀ। ਹੁਣ ਤੁਸੀਂ ਕੋਈ 7-7 ਹੋਟਲ 'ਚ ਤਾਂ ਜਾ ਕੇ ਠਹਿਰੇ ਨਹੀਂ ਜੀ, ਉੱਥੇ ਨਾਲ 10 ਬੰਦੇ ਹੋਰ ਪਏ ਹੁੰਦੇ ਆ ਜਿੱਥੇ ਤੁਸੀਂ ਬੈਠੇ ਆ। ਸੋ ਮੈਡੀਕਲ ਸਰਵਿਸਿਜ਼ ਆਰ ਐਕਸਪੈਂਸਿਵ। ਇਹਨਾਂ ਦੇ ਵਿੱਚ ਕੀ ਹੁਣ ਵਾਧਾ ਕਰਦੇ ਆ, ਕੁਛ ਨਾ ਕੁਛ ਤਾਂ ਦੇਣਾ ਹੀ ਪੈਂਦਾ ਹੈ ਹਰੇਕ ਬਜਟ ਦੇ ਵਿੱਚ। ਜੀ, ਪਤਾ ਲੱਗ ਜਾਣਾ ਸੀ ਅੱਜ ਦੁਪਹਿਰ ਉਹਨਾਂ ਨੇ ਹੁਣ ਕਿਹੜੀਆਂ ਚੀਜ਼ਾਂ ਇਹਨਾਂ ਨੇ ਕਰਨੀਆਂ ਆ, ਕਿਹੜੀਆਂ ਨਹੀਂ ਕਰਨੀਆਂ, ਉਹ ਬਜਟ ਦੇ ਵਿੱਚ ਸਾਡੇ ਸਾਹਮਣੇ ਆ ਜਾਣਗੀਆਂ। ਪਰ ਇੱਕ ਗੱਲ ਹੋਰ ਹੋਈ ਹੈ, NDP ਨੇ ਇਹਨਾਂ ਨੇ ਐਗਰੀਮੈਂਟ ਕੀਤਾ ਸੀ, ਉਹ ਬਿਆਨ ਵੀ ਦਿੱਤੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਡਿਫੈਂਸ ਵਾਧਾ ਹੋਵੇ, ਪਰ ਉਹ ਡਿਫੈਂਸ ਦੇ ਵਿੱਚ ਵੀ ਵਾਧਾ ਕਰ ਰਿਹਾ ਹੁਣ, ਕਿਉਂਕਿ ਬਲੈਂਕ ਚੈੱਕ ਜਗਮੀਤ ਸਿੰਘ ਉਹਨਾਂ ਨੇ ਦੇ ਦਿੱਤੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਸਮਾਂ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਤੋਂ ਬਾਅਦ ਵਾਪਸ ਪਰਤ ਕੇ ਆਪਾਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਅਪ੍ਰੈਲ 2022 ਰੇਡੀਓ ਇੰਡੀਆ ਦੇ ਸਰੋਤਿਆਂ ਦਾ ਸੁਖਜੀਤ ਮੰਗਟ ਵੱਲੋਂ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਪੇਸ਼ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅੱਜ ਫੈਡਰਲ ਬਜਟ ਪੇਸ਼ ਕਰਨਗੇ ਲਿਬਰਲਸ। ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕਾਉਂਸਲ ਵਿੱਚੋਂ ਰੂਸ ਨੂੰ ਸਸਪੈਂਡ ਕਰਨ ਲਈ ਅੱਜ ਕੀਤੀ ਜਾਏਗੀ ਵੋਟਿੰਗ। ਮੈਨੀਟੋਬਾ ਦੇ ਯੂਕਰੇਨੀ ਦੋਭਾਸ਼ੀ ਸਕੂਲ ਹਿਜਰਤ ਕਰਕੇ ਆ ਰਹੇ ਬੱਚਿਆਂ ਦੇ ਦਾਖਲੇ ਲਈ ਤਿਆਰ। ਪਾਕਿਸਤਾਨ 'ਚ ਸਿਆਸੀ ਸੰਕਟ, ਸੁਪਰੀਮ ਕੋਰਟ ਅੱਜ ਰਾਤ 8 ਵਜੇ ਸੁਣਾਏਗੀ ਫੈਸਲਾ। ਅਮਰੀਕਾ ਨੇ ਕਿਹਾ ਰੂਸ ਨਾਲ ਨੇੜਤਾ ਭਾਰਤ ਨੂੰ ਮਹਿੰਗੀ ਪੈ ਸਕਦੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪਿਛਲੇ ਸਾਲ ਦੀ ਚੋਣ ਕੈਂਪੇਨ ਵਿੱਚ ਵੋਟਰਾਂ NDP ਨਾਲ ਪਿੱਛੇ ਜਿਹੇ ਕੀਤੇ ਸਮਝੌਤੇ ਤੇ ਆਪਣੇ ਗਲੋਬਲ ਡਿਫੈਂਸ ਭਾਈਵਾਲਾਂ ਨਾਲ ਬਜਟ ਨੂੰ ਸੰਤੁਲਿਤ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਫੈਡਰਲ ਲਿਬਰਲ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਅੱਜ ਦੁਪਹਿਰੇ ਹਾਊਸ ਆਫ ਕਾਮਨਜ਼ ਵਿੱਚ ਇਹ ਬਜਟ ਪੇਸ਼ ਕੀਤਾ ਜਾਵੇਗਾ। ਲਿਬਰਲਾਂ ਵੱਲੋਂ ਆਪਣੇ ਕੰਪੇਨ ਪਲੇਟਫਾਰਮ ਵਿੱਚ $48.5 ਬਿਲੀਅਨ ਦੇ ਨਵੇਂ ਖਰਚੇ ਕਰਨ ਦੀ ਗੱਲ ਆਖੀ ਗਈ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਕਿਹੜੀ ਥਾਂ ਉੱਤੇ ਕਿੰਨਾ ਖਰਚਾ ਕਰਨ ਨੂੰ ਤਰਜੀਹ ਦਿੰਦੀ ਹੈ, ਪਰ ਸਰਕਾਰ ਵੱਲੋਂ ਵੱਡੇ ਵਿੱਤੀ ਅਦਾਰਿਆਂ ਤੋਂ ਵਾਧੂ ਟੈਕਸ ਵਸੂਲਣ ਦਾ ਸੰਕੇਤ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਕਿਫਾਇਤੀ ਹਾਊਸਿੰਗ ਦਾ ਟੀਚਾ ਪੂਰਾ ਕਰਨ ਦੀ ਗੱਲ ਵੀ ਆਖੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਨੂੰ NDP ਨਾਲ ਪਿੱਛੇ ਜਿਹੇ ਕੀਤੇ ਗਏ ਸਮਝੌਤੇ ਦੀ ਵੀ ਲਾਜ ਰੱਖਣੀ ਹੋਵੇਗੀ ਤੇ ਫਾਰਮਾ ਕੇਅਰ ਤੇ ਡੈਂਟਲ ਕੇਅਰ ਦੀਆਂ ਅਦਾਇਗੀਆਂ ਲਈ ਵੀ ਕੁਝ ਸਕਾਰਾਤਮਕ ਰਵੱਈਆ ਅਪਣਾਉਣਾ ਪਵੇਗਾ। ਲਿਬਰਲ ਸਰਕਾਰ ਵੱਲੋਂ ਡਿਫੈਂਸ ਉੱਤੇ ਖਰਚਾ ਵਧਾਉਣ ਦੇ ਨੈਟੋ ਭਾਈਵਾਲਾਂ ਨਾਲ ਕੀਤੇ ਵਾਅਦੇ ਨੂੰ ਵੀ ਪੂਰਾ ਕਰਨਾ ਹੋਵੇਗਾ, ਜਿਸ ਤੋਂ ਭਾਵ ਹੈ ਕਿ ਰੱਖਿਆ ਬਜਟ ਵਿੱਚ ਵੀ ਵਾਧਾ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕਾਉਂਸਲ ਵਿੱਚੋਂ ਰੂਸ ਨੂੰ ਸਸਪੈਂਡ ਕਰਨ ਲਈ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਮਤੇ ਉੱਤੇ ਅੱਜ ਵੋਟਿੰਗ ਹੋਵੇਗੀ। ਦੋਸ਼ ਹਨ ਕਿ ਯੂਕਰੇਨ ਦੀ ਰਾਜਧਾਨੀ ਤੋਂ ਪਰਤਦੇ ਰੂਸੀ ਸੈਨਿਕਾਂ ਨੇ ਯੂਕਰੇਨੀ ਨਾਗਰਿਕਾਂ ਦਾ ਕਤਲੇਆਮ ਕੀਤਾ। ਅਮਰੀਕਾ ਦੀ ਐਂਬੈਸਡਰ ਲਿੰਡਾ ਥਾਮਸ ਗ੍ਰੀਨਫੀਲਡ ਨੇ ਮਤਾ ਪੇਸ਼ ਕਰਦਿਆਂ ਆਖਿਆ ਕਿ 47 ਮੈਂਬਰੀ ਹਿਊਮਨ ਰਾਈਟਸ ਕਾਉਂਸਲ ਦੀ ਸੀਟ ਤੋਂ ਰੂਸ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ। ਇਸ ਪਿੱਛੇ ਕਾਰਨ ਦੱਸਦਿਆਂ ਉਨ੍ਹਾਂ ਆਖਿਆ ਕਿ ਬੂਚਾ ਦੀਆਂ ਸੜਕਾਂ ਤੇ ਗਲੀਆਂ ਉੱਤੇ ਆਮ ਲੋਕਾਂ ਦੀਆਂ ਲਾਸ਼ਾਂ ਦੇ ਲੱਗੇ ਢੇਰ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਤੋਂ ਬਾਅਦ ਹੀ ਅਮਰੀਕਾ ਵੱਲੋਂ ਇਹ ਮਤਾ ਪੇਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਮੌਤਾਂ ਕਾਰਨ ਗਲੋਬਲ ਪੱਧਰ ਉੱਤੇ ਰੂਸ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਸ ਖਿਲਾਫ ਸਖਤ ਪਾਬੰਦੀਆਂ ਲਾਉਣ ਦੀ ਮੰਗ ਵੀ ਉੱਠ ਰਹੀ ਹੈ, ਪਰ ਰੂਸ ਦਾ ਕਹਿਣਾ ਹੈ ਕਿ ਇਸ ਮਾਰਕਾਟ ਦੇ ਲਈ ਉਹ ਜ਼ਿੰਮੇਵਾਰ ਨਹੀਂ ਤੇ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਮੈਨੀਟੋਬਾ ਸੂਬੇ ਦੇ ਯੂਕਰੇਨੀ ਦੋਭਾਸ਼ੀ ਸਕੂਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯੂਕਰੇਨ ਸੰਕਟ ਕਾਰਨ ਹਿਜਰਤ ਕਰਕੇ ਆ ਰਹੇ ਰਿਫਿਊਜੀ ਬੱਚਿਆਂ ਦੀ ਮਦਦ ਕਰਨ ਦੀ ਤਿਆਰੀ ਕਰ ਲਈ ਹੈ। ਮੈਨੀਟੋਬਾ ਵਿੱਚ ਅਜਿਹੇ 11 ਦੋਭਾਸ਼ੀ ਸਕੂਲ ਹਨ ਜਿੱਥੇ ਯੂਕਰੇਨੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਪਾਠਕ੍ਰਮ ਪੜ੍ਹਾਇਆ ਜਾਵੇਗਾ।
ਸਕੂਲਾਂ ਵਿੱਚ ਅੰਗਰੇਜ਼ੀ ਯੂਕਰੇਨੀ ਦੋ ਭਾਸ਼ੀ ਪ੍ਰੋਗਰਾਮ ਦਾ ਪ੍ਰਚਾਰ ਕਰਨ ਵਾਲੀ ਗੈਰ ਮੁਨਾਫਾ ਸੰਸਥਾ ਮੈਨੀਟੋਬਾ ਪੈਰੈਂਟਸ ਫਾਰ ਯੂਕਰੇਨੀਅਨ ਐਜੂਕੇਸ਼ਨ ਦੀ ਪ੍ਰੈਜ਼ੀਡੈਂਟ ਨੇ ਉਮੀਦ ਜਤਾਈ ਹੈ ਕਿ ਰਿਫਿਊਜੀ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਦਾਖਲ ਕਰਨ ਨਾਲ ਉਨ੍ਹਾਂ ਲਈ ਕੈਨੇਡੀਅਨ ਰਹਿਣ ਸਹਿਣ ਦੀ ਆਦਤ ਪਾਉਣਾ ਆਸਾਨ ਹੋ ਜਾਵੇਗਾ। ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਪ੍ਰੋਵਿੰਸ ਵਿੱਚ ਆਉਣ ਵਾਲੇ ਯੂਕਰੇਨੀ ਨਵੇਂ ਲੋਕਾਂ ਦੀ ਸਹਾਇਤਾ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ। ਉਪਾਵਾਂ ਵਿੱਚ ਯੂਕਰੇਨੀਆਂ ਨੂੰ ਓਨਟੇਰੀਓ ਹੈਲਥ ਇੰਸ਼ੋਰੈਂਸ ਪਲਾਨ, ਸ਼ਰਨਾਰਥੀਆਂ ਅਤੇ ਕਮਿਊਨਿਟੀ ਗਰੁੱਪਾਂ ਲਈ ਵਿੱਤੀ ਅਤੇ ਰਿਹਾਇਸ਼ੀ ਸਹਾਇਤਾ, ਜਨਤਕ ਤੌਰ ਤੇ ਫੰਡ ਕੀਤੇ ਸਕੂਲਾਂ ਵਿੱਚ ਮੁਫਤ ਵਿੱਚ ਜਾਣ ਦੀ ਇਜਾਜ਼ਤ ਦੇਣਾ ਅਤੇ ਨਵੀਂ ਸਮਰਪਿਤ ਹੌਟਲਾਈਨ ਅਤੇ ਈਮੇਲ ਵੀ ਸ਼ਾਮਲ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਨੀ ਜੌਲੀ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਦਿਨਾਂ ਵਿੱਚ ਰੂਸ ਦੇ ਖਿਲਾਫ ਹੋਰ ਪਾਬੰਦੀਆਂ ਦਾ ਐਲਾਨ ਕਰੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਸਨੇ ਆਪਣੇ ਉਪ ਮੁੱਖ ਮੰਤਰੀ ਨੂੰ ਕੈਨੇਡਾ ਵਿੱਚ ਰੂਸ ਦੇ ਰਾਜਦੂਤ ਨੂੰ ਤਲਬ ਕੀਤਾ ਸੀ ਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਹੈ। ਪਾਰਲੀਮੈਂਟ ਹਿੱਲ ਤੇ ਇੱਕ ਨਿਊਜ਼ ਕਾਨਫਰੰਸ ਵਿੱਚ ਸਾਬਕਾ ਕੰਜ਼ਰਵੇਟਿਵ ਐਮਪੀ ਅਤੇ ਡਿਪਟੀ ਲੀਡਰ ਲਿਓਨਾ ਐਲਸਲੋਵਾ ਨੇ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। 2018 ਵਿੱਚ ਐਲਸਲੇਵ ਨੇ ਕੰਜ਼ਰਵੇਟਿਵ ਐਮਪੀ ਵਜੋਂ ਬੈਠਣ ਲਈ ਲਿਬਰਲਸ ਤੋਂ ਮੰਜ਼ਿਲ ਪਾਰ ਕੀਤੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ $10 ਕਰੋੜ ਦੀ ਜੈਵਲਿਨ ਐਂਟੀ ਹਥਿਆਰ ਮਿਸਾਈਲ ਦੇ ਟ੍ਰਾਂਸਫਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਾਈਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬਾਈਡਨ ਨੇ ਜਨਵਰੀ 2021 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਾਸ਼ਿੰਗਟਨ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਫੌਜੀ ਮਦਦ $2.4 ਅਰਬ ਤੇ ਪਹੁੰਚ ਗਈ ਹੈ। ਵਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਬਾਈਡਨ ਨੇ ਯੂਕਰੇਨ ਨੂੰ $10 ਕਰੋੜ ਦੀ ਮਿਸਾਈਲ ਸਹਾਇਤਾ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਰੂਸ ਦੇ ਹਮਲੇ ਤੋਂ ਪਿਛਲੇ ਮਹੀਨੇ ਸੰਸਦ ਵੱਲੋਂ ਯੂਕਰੇਨ ਲਈ ਮਨਜ਼ੂਰ $13.6 ਅਰਬ ਦਾ ਵਿਆਪਕ ਸਹਾਇਤਾ ਰਾਸ਼ੀ ਦਾ ਹਿੱਸਾ ਹੈ। ਪਾਕਿਸਤਾਨ ਦੇ ਚੀਫ ਜਸਟਿਸ ਉਮਰ ਅਤੇ ਬੰਦਿਆਲ ਨੇ ਕਿਹਾ ਕਿ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਦਾ ਵਿਵਾਦਪੂਰਨ ਫੈਸਲੇ ਰਾਹੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਦਾ ਕਦਮ ਪਹਿਲੀ ਨਜ਼ਰੇ ਸੰਵਿਧਾਨ ਦੀ ਧਾਰਾ 95 ਦੀ ਉਲੰਘਣਾ ਹੈ। ਚੀਫ ਜਸਟਿਸ ਨੇ ਕਿਹਾ ਕਿ ਸੁਪਰੀਮ ਕੋਰਟ ਆਪਣਾ ਫੈਸਲਾ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਸੁਣਾਏਗੀ। ਪਾਕਿਸਤਾਨ ਦੀ ਸੁਪਰੀਮ ਕੋਰਟ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਅਤੇ ਰਾਸ਼ਟਰਪਤੀ ਦੀ ਸਲਾਹ ਤੇ ਸੰਸਦ ਨੂੰ ਭੰਗ ਕਰਨ ਦੇ ਮਾਮਲੇ ਦੀ ਚੌਥੇ ਦਿਨ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਆਰਥਿਕ ਸਲਾਹਕਾਰ ਨੇ ਕਿਹਾ ਕਿ ਯੂਕਰੇਨ ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਰੂਸ ਨਾਲ ਬਹੁਤ ਨਜ਼ਦੀਕੀ ਭਾਈਵਾਲੀਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਈਟ ਹਾਊਸ ਦੀ ਰਾਸ਼ਟਰੀ ਆਰਥਿਕ ਪਰਿਸ਼ਦ ਦੇ ਡਾਇਰੈਕਟਰ ਬ੍ਰਾਇਨ ਡੀਜ਼ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਉਨ੍ਹਾਂ ਦਾ ਸੰਦੇਸ਼ ਹੈ ਕਿ ਰੂਸ ਦੇ ਨਾਲ ਵਧੇਰੇ ਸਪਸ਼ਟ ਰਣਨੀਤਿਕ ਗੱਠਜੋੜ ਵਿੱਚ ਜਾਣ ਦੀ ਕੀਮਤ ਅਤੇ ਨਤੀਜੇ ਭੁਗਤਣੇ ਪੈ ਸਕਦੇ ਨੇ। ਇਸ ਦੇ ਨਾਲ ਹੀ ਅੱਜ ਦੀਆਂ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਧੰਨਵਾਦ। यार सुरजीत बड़ा अपडेट रहता है। रेडियो इंडिया जो सुनता है, गुरप्रीत नु भी ना पूरी दुनिया की खबर रहती है। रेडियो इंडिया जो सुनती है ते तेरी नॉलेज भी आजकल वध गई है। मैं भी तो रेडियो इंडिया सुनती हाँ। खबर चाहे राजनीति दी होवे या बॉलीवुड दी, इन्फॉर्मेशन दे नाल इत्थे पंजाबी म्यूजिकल शोज तुहानू देंगे एंटरटेनमेंट दा फुल डोज। म्यूजिक सुनो एंड अपडेटेड भी रहो। रेडियो इंडिया ते एडवर्टाइजमेंट ਲਈ कांटेक्ट करो 6045929191 और radioindia.ca। ਉਹ ਸਰਦਾਰਨੀਏ ਸਿਆਟਲ ਚ ਵੀ ਖੁੱਲ ਗਏ ਹੁਣ ਤਾਂ ਏਸੀ ਜੂਲਰਸ ਵਾਲੇ। ਚੱਲ ਲੈ ਚੱਲਾਂ ਤੈਨੂੰ ਵੀ, ਐਵੇਂ ਮੂੰਹ ਫੁਲਾਈ ਬੈਠੀ ਰਹਿਣੀ ਹੈ। ਤੁਸੀਂ ਵੀ ਨਾ ਬਸ ਪਹਿਲਾਂ ਗੁੱਸੇ ਕਰ ਲੈਂਦੇ ਹੋ ਤੇ ਫਿਰ ਦਿਲ ਦੀਆਂ ਵੀ ਬੁੱਝ ਲੈਂਦੇ ਹੋ। ਤੇਰੀਆਂ ਸਾਰੀਆਂ ਰੀਝਾਂ ਦਾ ਪਤਾ ਮੈਨੂੰ। ਭਤੀਜੇ ਦਾ ਵਿਆਹ ਆ ਰਿਹਾ ਤੇ ਤਿਉਹਾਰਾਂ ਦਾ ਮਹੀਨਾ ਵੀ, ਜੋ ਮਰਜ਼ੀ ਬਣਵਾ ਲਈ ਏਸੀ ਜੂਲਰਸ ਸਿਆਟਲ ਵਾਲਿਆਂ ਤੋਂ। ਝਾਂਜਰਾਂ, ਝੁਮਕੇ, ਕਾਂਟੇ, ਛੱਲੇ, ਮੁੰਦੀਆਂ ਰਾਣੀ ਬਣਾ ਕੇ ਤੋਰਨਗੇ ਤੈਨੂੰ ਏਸੀ ਜੂਲਰਸ ਸਿਆਟਲ ਵਾਲੇ। ਤੁਸੀਂ ਵੀ ਹੁਣੇ ਪਹੁੰਚੋ ਏਸੀ ਜੁਐਲਰ 25416 104 Avenue South East Kent, Seattle 2536562666। ਨਾ ਤਾਂ ਜ਼ਿੰਦਗੀ ਦਾ ਭਰੋਸਾ ਹੈ ਤੇ ਨਾ ਹੀ ਅਨਹੋਣੀ ਦਾ, ਪਰ ਇਹ ਸੋਚ ਕੇ ਇਮੋਸ਼ਨਲ ਹੋਣ ਦੀ ਨਹੀਂ
नहीं सेंसिबल होने की लोड़ है बिकॉज यू हैव AMC इंश्योरेंस। होम इंश्योरेंस होवे या ऑटो इंश्योरेंस, कमर्शियल इंश्योरेंस होवे या लाइफ इंश्योरेंस, ये तुहानू सेफ रखणगे ते डिस्काउंट्स एंड डील दी चिंता ते ना ही करो। लॉग ऑन टू www.amcinsurance.ca or call on 604-351-6539। ਸਰੀ ਦੇ ਵਿੱਚ ਸਨ ਫਾਰਮ ਤੇ ਚੱਲ ਰਹੀ ਹੈ ਸਪੈਸ਼ਲ ਸੇਲ। ਹਰ ਤਰ੍ਹਾਂ ਦੇ ਗ੍ਰੀਨ ਪ੍ਰੋਡਿਊਸ ਡੇਰੀ ਪ੍ਰੋਡਕਟਸ ਬਹੁਤ ਹੀ ਘੱਟ ਕੀਮਤਾਂ ਤੇ, ਬਟਰ ਦੀਆਂ ਬਾਲਟੀਆਂ, ਪਿਓਰ ਖੋਆ, ਪਨੀਰ, ਦਹੀਂ, ਸਭ ਕੁਝ ਬਹੁਤ ਹੀ ਘੱਟ ਕੀਮਤਾਂ ਦੇ। ਹਰ ਤਰ੍ਹਾਂ ਦੇ ਭਾਂਡੇ, ਲੋਹੇ ਦੀਆਂ ਕੜਾਈਆਂ, ਸਪੈਸ਼ਲ ਗੈਸ ਵਾਲੇ ਚੁੱਲ੍ਹੇ ਵੀ, ਇਹ ਸਭ ਕੁਝ ਸਿਰਫ ਤੇ ਸਿਰਫ ਰਾਜਾ ਭਾਈ ਦੇ ਸਟੋਰ ਤੇ ਹੈ। ਐਡਰੈਸ 8882 ਸਕਾਟ ਰੋਡ, ਸਰੀ। ਫੋਨ 6045919999। अगर इकट्ठी ग्रोसरी लेंदे हो तो होर भी स्पेशल डिस्काउंट मिलेगा। मैं क्या ਤੁਹਾਡਾ ਸਜਣਾ ਸਵਰਨਾ ਪੂਰਾ ਹੋ ਗਿਆ ਹੋਵੇ ਤਾਂ ਇੰਡੀਆ ਪੈਸੇ ਭੇਜਣ ਲਈ ਵੀ ਸੋਚ ਲਵੋ ਕਿੱਦਾਂ ਭੇਜਣੇ ਨੇ। ਉਹ ਤੂੰ ਟੈਨਸ਼ਨ ਨਾ ਲੈ, ਮੈਂ ਤਿਆਰ ਹੋ ਰਿਹਾ ਵਾਲੀਆ ਫੋਰੈਕਸ ਤੇ ਜਾਣ ਨੂੰ। ਵਾਲੀਆ ਫੋਰੈਕਸ ਦੁਨੀਆ ਦੇ ਕਿਸੇ ਵੀ ਕੋਨੇ 'ਚ ਪੈਸੇ ਭੇਜਣ ਜਾਂ ਮੰਗਵਾਉਣ ਲਈ ਇੱਕੋ ਭਰੋਸੇਮੰਦ ਨਾਮ ਹੈ ਵਾਲੀਆ ਫੋਰੈਕਸ। ਮੇਜਰ ਕਰੰਸੀ ਖਰੀਦਦੇ ਵੀ ਨੇ ਤੇ ਵੇਚਦੇ ਵੀ ਨੇ। ਵਾਲੀਆ ਫੋਰੈਕਸ 1028078 128th स्ट्रीट सरी। कॉल 7788610324 2A2599 Cedar Park, Abbotsford, BC। कॉल 7788228410। ਉਹ ਰਤਾ ਠੰਡ ਰੱਖ, ਟਿਕਟ ਦਾ ਰੇਟ 2-3 ਥਾਈਂ ਪਤਾ ਕਰ ਲੈਂਦੇ। ਕਹਿੰਦੇ COVID-19 ਦਾ ਪੇਪਰ ਵਰਕ ਵੀ ਭਰਨਾ ਪਊ। ਆਪਾਂ ਚੱਲਦੇ ਹਾਂ ਗਾਬਾ ਟਰੈਵਲਸ ਸਰੀ ਵਾਲਿਆਂ ਕੋਲ, ਸਾਰੇ ਕੰਮ ਉੱਥੇ ਹੀ ਹੋ ਜਾਣੇ। COVID-19 ਦੀ ਟੈਸਟਿੰਗ ਲਈ ਅਪਾਇੰਟਮੈਂਟ, ਪੇਪਰ ਵਰਕ ਕੰਪਲੀਟ ਕਰਨ ਦੀ ਪੂਰੀ ਗਾਈਡੈਂਸ ਅਤੇ ਟਿਕਟਸ ਵੀ ਬੈਸਟ ਰੇਟ ਤੇ, ਟਰੈਵਲ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਫੈਸਿਲਿਟੀ ਵੀ। ਕੰਟੈਕਟ ਗਾਬਾ ਟਰੈਵਲਸ 101-128-30 80th Avenue, Surrey। Call 604-507-4477। ਪੁੱਤ ਮੈਨੂੰ ਕਿਸੇ ਨੇ ਹੈਰੀਟੇਜ ਇਮੀਗ੍ਰੇਸ਼ਨ ਵਾਲੇ ਜਸਬੀਰ ਸਿੰਘ ਜੀ ਦੀ ਦੱਸ ਪਾਈ ਹੈ। ਹੈਰੀਟੇਜ ਇਮੀਗ੍ਰੇਸ਼ਨ ਤੋਂ ਜਸਬੀਰ ਸਿੰਘ ਜੀ? ਆਹੋ, ਰਾਈਟ ਕੁਆਲਿਟੀ ਇਮੀਗ੍ਰੇਸ਼ਨ ਸਰਵਿਸਿਜ਼ ਤੇ ਇਨਕਮ ਟੈਕਸ ਦੇ ਬਾਰੇ ਸਹੀ ਜਾਣਕਾਰੀ ਪ੍ਰੋਵਾਈਡ ਕਰਦੇ ਨੇ। ਵਰਕ ਪਰਮਿਟ, ਵਿਜ਼ਿਟਰ ਵੀਜ਼ਾ, ਫੈਮਿਲੀ ਸਪਾਂਸਰਸ਼ਿਪ, LMIA, DNB, AINB, ਐਕਸਪ੍ਰੈਸ ਐਂਟਰੀ, PR ਐਪਲੀਕੇਸ਼ਨ ਪ੍ਰੋਸੈਸਿੰਗ, ਅਫੋਰਡੇਬਲ ਤੇ ਰਿਲਾਇਬਲ ਇਮੀਗ੍ਰੇਸ਼ਨ ਐਂਡ ਇਨਕਮ ਟੈਕਸ ਸਰਵਿਸਿਜ਼ ਲਈ ਪਿਛਲੇ 15 ਸਾਲਾਂ ਤੋਂ ਆਪਣੀ ਸੇਵਾਵਾਂ ਦੇ ਰਹੇ ਨੇ। ਕਾਲ ਕਰੋ ਜਸਬੀਰ ਸਿੰਘ 604-307-0081। ਐਡਰੈਸ 214-128 80th Avenue, Surrey। ਕੀ ਤੁਸੀਂ ਜਾਣਦੇ ਹੋ ਸਰੀ ਦੇ ਮੇਅਰ ਮਕਲਮ ਉੱਪਰ ਇੱਕ ਜਨਤਕ ਸ਼ਰਾਰਤ ਭਾਵ ਪਬਲਿਕ ਮਿਸਚੀਫ ਦਾ ਚਾਰਜ ਲੱਗਾ ਹੋਇਆ ਹੈ ਕਿਉਂਕਿ ਉਹਨਾਂ ਨੇ ਇੱਕ ਸੀਨੀਅਰ ਔਰਤ ਉੱਪਰ ਉਹਨਾਂ ਦੇ ਪੈਰ ਉੱਤੇ ਕਾਰ ਚੜਾਉਣ ਦੇ ਝੂਠੇ ਇਲਜ਼ਾਮ ਲਗਾਏ ਸਨ। ਉਹਨਾਂ ਤੇ ਹੁਣ ਕੇਸ ਚੱਲ ਰਿਹਾ ਹੈ। ਇਸ ਕੇਸ ਨੂੰ ਲੜਨ ਲਈ ਉਸਨੇ BC ਦੇ ਸਭ ਤੋਂ ਮਹਿੰਗੇ ਵਕੀਲ ਨੂੰ ਅਦਾਲਤ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਹਾਇਰ ਕੀਤਾ ਹੈ ਅਤੇ ਤੁਹਾਨੂੰ ਆਪਣੀ ਮਿਹਨਤ ਨਾਲ ਕਮਾਏ ਟੈਕਸ ਦੇ ਪੈਸੇ ਵਿੱਚੋਂ ਇਸ ਵਕੀਲ ਦਾ ਖਰਚਾ ਦੇਣਾ ਪਵੇਗਾ। ਕੀ ਤੁਸੀਂ ਅਜਿਹੇ ਵਿਅਕਤੀ ਨੂੰ ਆਪਣੀ ਪੁਲਿਸ ਸਰਵਿਸ ਦੇ ਮੁਖੀ ਦੇ ਤੌਰ ਤੇ ਵੇਖਣਾ ਚਾਹੁੰਦੇ ਹੋ? ਆਓ ਸਰੀ ਪੁਲਿਸ ਸਰਵਿਸ ਨੂੰ ਨਾ ਕਹੀਏ। This message is sponsored by Keep the RCMP in Surrey। इस समय तुसी सुन रहे हो प्रोग्राम पंजाबी आवाज रेडियो इंडिया KRPA 1110 AM ते। सब कनेडियन एयरलाइंस ने चार्टर ऑफ पैसेंजर राइट ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜਿਹੜੇ ਲੋਕੀ ਟਰੈਵਲ ਕਰਦੇ ਆ ਉਹਨਾਂ ਨੂੰ ਪਤਾ ਹੋਣਾ ਕਿ ਬਹੁਤ ਚਿਰ ਪਹਿਲਾਂ ਕੰਜ਼ਿਊਮਰ ਗਰੁੱਪਸ ਨੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਸਾਡੇ ਲੌਬੀ ਕਰਦੇ ਹੀ ਰਹੇ ਆ। ਟਰਾਂਸਪੋਰਟ ਮਿਨਿਸਟਰ ਨੇ ਫਾਈਨਲੀ ਮੰਨ ਕੇ 2018 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ। ਟਰਾਂਸਪੋਰਟ ਐਕਟ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਸੀ ਥੋੜ੍ਹੀਆਂ। ਇਹਨੂੰ ਕਹਿੰਦੇ ਆ ਪੈਸੇਂਜਰ ਰਾਈਟਸ। ਜਿੱਦਾਂ ਪਹਿਲਾਂ ਕੀ ਕਰਦੇ ਆ ਕਿ ਤੁਸੀਂ ਘਰ 'ਚ ਬੈਠੇ ਆ, ਬੁੱਕ ਕਰਾ ਕੇ 2 ਮਹੀਨੇ ਦੇ, ਤੁਹਾਡੀ ਅਖੀਰ ਤੇ ਜਾ ਕੇ ਟਿਕਟ ਕੈਂਸਲ ਕਰ ਦਿੰਦੇ ਜੀ ਮਰਜ਼ੀ ਦੇ ਨਾਲ ਹੀ, ਤੇ ਉਹ ਓਵਰਬੁੱਕ ਹੋ ਗਈ ਸੀ ਸਾਡੇ ਤੋਂ। ਇਹਦਾ ਬਹਾਨਾ ਲਾਉਂਦੇ ਸੀ। ਯੂਰਪੀਅਨ ਯੂਨੀਅਨ ਨੇ ਵਧੀਆ ਕਾਨੂੰਨ ਬਣਾਇਆ ਸੀ ਪੈਸੇਂਜਰ ਬਿੱਲ ਆਫ ਰਾਈਟਸ। ਉਹਦੇ ਵਿੱਚ ਫਿਰ ਉਹ ਕਹਿੰਦੇ ਸੀ ਵੀ ਪਹਿਲਾਂ ਤਾਂ ਤੁਸੀਂ ਟਾਈਮ ਦੇ ਹਿਸਾਬ ਦੇ ਨਾਲ, ਜੇ 2 ਹਫ਼ਤੇ ਪਹਿਲਾਂ ਤੁਸੀਂ ਦੱਸਦੇ ਆ ਠੀਕ ਹੈ ਕਿ ਸਾਡੇ ਤੋਂ ਸੀਟ ਹੈ ਨਹੀਂਗੀ। ਜੇ ਤੁਸੀਂ ਬੰਦੇ ਨੂੰ 24 ਘੰਟੇ ਪਹਿਲਾਂ ਦੱਸਦੇ ਆ, ਇਹਦਾ ਮਤਲਬ ਉਹ ਬੰਦੇ ਨੂੰ ਕੋਈ ਨਾ ਕੋਈ ਤਾਂ ਅਰੇਂਜਮੈਂਟ ਕਰਨਾ ਪੈਣਾ। ਉਹਦੇ ਪੈਸੇ ਪਹਿਲਾਂ ਮੋੜੋ ਜੀ ਔਰ ਉਹਦਾ ਫਾਈਨ ਦਿਓ। ਇਸ ਕਰਕੇ ਇੱਥੇ ਵੀ ਥੋੜ੍ਹੀਆਂ ਜਿਹੀਆਂ ਕੀਤੀਆਂ, ਉਹ ਯੂਰਪੀਅਨ ਯੂਨੀਅਨ ਵਾਲਿਆਂ ਤਾਂ ਨਹੀਂ ਕੀਤੀਆਂ, ਪਰ ਜਿੱਦਾਂ ਹੁਣ ਤੁਸੀਂ ਏਅਰਪੋਰਟ ਤੇ ਜਾ ਕੇ ਬਹਿ ਜਾਂਦੇ ਆ ਤਾਂ ਡਿਲੇ ਹੁੰਦੀਆਂ ਹੀ ਰਹਿੰਦੀਆਂ। ਹਾਂਜੀ, ਡਿਲੇ ਦਾ ਮਤਲਬ ਪਤਾ ਨਹੀਂ ਕਿਉਂ ਕਰਦੇ ਆ, ਕਿਉਂ ਕੋਈ ਇੰਟਰਨਲ ਰੀਜ਼ਨ ਹੁੰਦਾ ਜਿਹੜਾ ਸਾਨੂੰ ਦੱਸਦੇ ਨਹੀਂ ਕਦੇ।
ਉਹਦਾ ਕਰਕੇ ਕਹਿਣਗੇ 20 ਮਿੰਟ ਲੇਟ ਹੋ ਗਈ ਹੈ, 20 ਮਿੰਟ ਲੇਟ ਹੋ ਗਈ ਹੈ, ਤੁਹਾਨੂੰ ਉੱਥੇ ਬਿਠਾ ਹੀ ਰੱਖਣਾ 4 ਘੰਟੇ। ਯੂਰਪੀਅਨ ਯੂਨੀਅਨ ਨੇ ਕਿਹਾ ਕਿ ਇਹ ਡਿਲੇ ਨਹੀਂ ਹੋਣੀ, ਜੇ ਡਿਲੇ ਹੋ ਰਹੀ ਆ ਤੁਸੀਂ ਫਿਰ ਪੈਸੇਂਜਰ ਨੂੰ ਉਹਦਾ ਕੰਪਨਸੇਟ ਕਰੋ ਜੀ। ਹੁਣ ਉਹਨਾਂ ਨੇ 250 ਪੌਂਡ ਤੋਂ ਲੈ ਕੇ 600 ਪੌਂਡ ਤਾਈਂ ਇਹਨਾਂ ਨੂੰ ਜੁਰਮਾਨਾ ਲਾਇਆ ਹੈ, ਜਿਹੜਾ ਕਿ 250 ਪੌਂਡ ਮਤਲਬ $500 ਬਣ ਜਾਂਦਾ ਕੈਨੇਡੀਅਨ। ਹਾਂਜੀ। ਉਹਦੇ ਹਿਸਾਬ ਦੇ ਨਾਲ ਇਹਨਾਂ ਨੇ ਥੋੜੇ ਜਿਹੇ ਪੈਸੇ ਲਾਏ ਸੀ ਕਿ ਜੇ ਤੁਸੀਂ ਡਿਲੇ ਕਰਦੇ ਆ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਥੇ ਇੱਕ ਮੇਰਾ ਦੋਸਤ ਹੈ, ਮੈਨੂੰ ਛੱਡ ਕੇ ਹੀ ਆਇਆ 에ਅਰਪੋਰਟ ਤੇ, ਤਾਂ ਉਹਦਾ 5 ਘੰਟੇ ਬਾਅਦ ਫੋਨ ਆ ਗਿਆ, ਕਹਿੰਦਾ ਵੀ ਉਹ ਫਲਾਈਟ ਗਈ ਨਹੀਂ ਏਅਰ ਕੈਨੇਡਾ ਦੀ। ਮੈਂ ਉਹਨੂੰ ਚੱਕ ਕੇ ਲੈ ਕੇ ਆਇਆ, ਫਿਰ ਵਾਪਸ ਜਾਣਾ ਸੀ ਉਹਨੇ ਇੱਥੋਂ ਵੈਨਕੂਵਰ ਤੋਂ ਵਿਨੀਪੈਗ। ਹਾਂਜੀ। ਤੇ ਉਹ ਬਾਅਦ ਦੇ ਵਿੱਚ ਉਹਨੇ, ਉਹ ਵੀ ਬੰਦਾ ਕੰਪਲੇਂਟ ਤਾਂ ਲਿਖਣ ਵਾਲਾ ਸੀ, ਉਹਨੇ ਕੰਪਲੇਂਟ ਕੀਤੀ ਵੀ ਤੁਸੀਂ ਮੇਰੀ ਜਿਹੜੀ, ਜੇ ਰਾਤ ਨੂੰ, ਮੈਂ ਤਾਂ ਚਲੋ ਦੋਸਤ ਦੇ ਰਹਿ ਗਿਆ ਜੁਦੀ ਗੱਲ ਹੈ, ਪਰ ਜੇ ਰਾਤ ਨੂੰ ਕਿਸੇ ਬੰਦੇ ਨੇ ਹੋਟਲ 'ਚ ਰਹਿਣਾ ਹੋਵੇ, ਟੈਕਸੀ ਕਰਨੀ ਹੋਵੇ, ਸਵੇਰ ਨੂੰ ਕਰਕੇ ਆਉਣਾ ਹੋਵੇ, ਉਹਦੇ ਪੈਸੇ ਦਿਓ। ਹਾਂਜੀ। ਤਾਂ ਉਹਨਾਂ ਨੇ ਕਹਿਤਾ, ਕਹਿੰਦੇ ਕਿ ਵੈਦਰ ਤੇ ਸਾਡੀ ਜੀ ਕੋਈ ਕੰਟਰੋਲ ਨਹੀਂ ਹੈ। ਫਿਰ ਉਹਨੇ, ਫਿਰ ਜਿਹੜੇ ਵੈਦਰ ਕੈਨੇਡਾ, ਜਿਹੜੀ ਆਪਣੇ এনवायरमेंट ਕੈਨੇਡਾ ਵਾਲੇ ਦੱਸਦੇ ਆ, ਹਾਂਜੀ, ਵੈਦਰ ਦੇ ਹਿਸਾਬ ਨਾਲ ਉੱਥੇ ਫਲਾਈਟਸ ਜਾ ਰਹੀਆਂ ਸੀ ਉਸ ਦਿਨ। ਉਹਨਾਂ ਨੇ ਐਕਸਕਿਊਜ਼ ਦਿੱਤਾ, ਉਸੇ 에ਅਰਲਾਈਨ ਦੀਆਂ ਫਲਾਈਟਸ ਬਾਕੀ ਸ਼ਹਿਰਾਂ ਨੂੰ ਗਈਆਂ ਹੈ। ਉਹ ਐਕਸਕਿਊਜ਼ ਇਹ ਯੂਜ਼ ਕਰ ਲਿਆ ਕਿਉਂਕਿ ਉਹ ਕਰ ਸਕਦੇ ਸੀ ਉਸ ਵੇਲੇ, ਕੋਈ ਪੈਸੇਂਜਰ ਬਿਲ ਆਫ ਰਾਈਟਸ ਨਹੀਂ ਸੀ। ਹੁਣ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਫਲਾਈਟ ਕੈਂਸਲ ਕਰਤੀ, ਉਦੋਂ ਕੰਪਨਸੇਟ ਕਰੋ ਬੰਦੇ ਨੂੰ। ਤੇ ਉਹਦੇ ਖਿਲਾਫ ਹੁਣ ਜਿਹੜੀਆਂ ਗਈਆਂ ਆ, ਇੱਕ ਤਾਂ ਫਲਾਈਟ ਕੈਂਸਲ ਕਰਨੀ, ਫਲਾਈਟ ਡਿਲੇ ਕਰਨੀ, ਬਾਕੀ ਉਹਨਾਂ ਨੇ ਕਈ ਕੁਛ ਹੀ ਕਰਦੇ ਆ। ਕਈ ਵਾਰੀ ਚੀਜ਼ਾਂ ਤੋੜ ਦਿੰਦੇ ਤੁਹਾਡਾ ਲੱਗੇਜ ਜਿਹੜਾ ਗਿਆ, ਉਹ ਤੁਸੀਂ ਵੈਨਕੂਵਰ ਆਏ ਹੁੰਦੇ, ਉਹ ਮੌਂਟਰੀਅਲ ਗਿਆ ਹੁੰਦਾ, ਮਿਸ ਵੀ ਹੋ ਜਾਂਦਾ ਕਈ ਵਾਰੀ। ਕਿੰਨੇ ਦਿਨ ਫਿਰ ਲੋਕ ਵੇਟ ਕਰਦੇ ਰਹਿੰਦੇ ਆ, ਮਿਸ ਹੋ ਜਾਂਦਾ ਕਿ ਇਹਨੂੰ ਚੀਜ਼ਾਂ ਤੋੜ ਦਿੰਦੇ। ਮੈਂ ਮੈਕਸੀਕੋ ਗਿਆ ਸੀ, ਵਾਪਸ ਆਇਆ ਤਾਂ ਜਿਹੜੀਆਂ ਮੈਂ ਉੱਥੋਂ ਚੀਜ਼ਾਂ ਖਰੀਦੀਆਂ ਤਾਂ ਉਹ ਟੁੱਟੀਆਂ ਸਾਰੀਆਂ। ਇਸ ਤਰ੍ਹਾਂ ਵੀ ਕਰਦੇ ਆ। ਹਾਲਾਂਕਿ ਉਹਦੇ ਤੇ ਲਿਖਿਆ ਸੀ ਹੈਂਡਲ ਵਿਦ ਕੇਅਰ ਜੀ। ਜੇ ਕਈ ਵਾਰੀ ਲਾਉਂਦੇ ਨਾ ਸਟਿੱਕਰ ਜਿਹਾ ਹੈਂਡਲ ਵਿਦ ਕੇਅਰ ਵਾਲਾ, ਜਿਹੜੀਆਂ ਚੀਜ਼ਾਂ ਟੁੱਟ ਸਕਦੀਆਂ, ਉਹਦੇ ਹੈਂਡਲ ਵਿਦ ਕੇਅਰ ਤੋਂ ਬਾਵਜੂਦ ਵੀ ਤੋੜਿਆ ਸਭ ਕੁਝ ਜੀ। ਤੇ ਹੁਣ ਉਸ ਪੈਸੇਂਜਰ ਬਿਲ ਆਫ ਰਾਈਟਸ ਨੂੰ 에ਅਰਲਾਈਨਸ ਕਹਿ ਰਿਹਾ ਕਿ ਨਹੀਂ ਹੋਣਾ ਚਾਹੀਦਾ। ਸਾਰੀਆਂ 에ਅਰਲਾਈਨਸ ਇਕੱਠੀਆਂ ਹੈ। ਇਹਨਾਂ ਨੇ ਫੈਡਰਲ ਕੋਰਟ ਦੇ ਵਿੱਚ ਉਹਨੂੰ ਚੈਲੰਜ ਕੀਤਾ ਹੈ ਤੇ ਫੈਡਰਲ ਕੋਰਟ ਹੁਣ ਕੰਜ਼ਿਊਮਰਸ ਨਾਲ ਖੜਦੀ ਆ ਕਿ 에ਅਰਲਾਈਨਸ ਨਾਲ ਖੜਦੀ, ਇਹਦਾ ਹੁਣ ਪਤਾ ਲੱਗੂਗਾ। ਮੇਰਾ ਖਿਆਲ ਲੋਕਾਂ ਨਾਲ ਖੜਨਗੇ ਉਹ, ਕਿਉਂਕਿ ਇਹ ਲੌਜੀਕਲ ਗੱਲ ਆ, ਦਲੀਲ ਵਾਲੀ ਗੱਲ ਹੈ ਕਿ ਜੇ ਜਾਣ ਬੁੱਝ ਕੇ ਤੁਸੀਂ ਡਿਲੇ ਕਰਦੇ ਆ ਫਲਾਈਟਸ, ਪਤਾ ਨਹੀਂ ਕੀ ਹੋਇਆ, ਫਲਾਈਟ ਤੁਹਾਡਾ ਪਾਇਲਟ ਨਹੀਂ ਆਇਆ ਜਾਂ ਕੁਝ ਤੁਹਾਡੇ ਸਟਾਫ ਦੇ ਮੈਂਬਰ ਨਹੀਂ ਆਏ। ਸਟਾਫ ਦੇ ਮੈਂਬਰ ਇੰਨੇ ਕੁ ਤਾਂ ਹੋਣੇ ਚਾਹੀਦੇ 에ਅਰਪੋਰਟ ਤੇ ਕਿ ਜੇ 4 ਨਹੀਂ ਆਏ ਤਾਂ 4 ਹੋਰ ਲੈ ਜਾਓ। ਬੈਕਅਪ ਤਾਂ ਹੋਣਾ ਚਾਹੀਦਾ, ਬੈਕਅਪ ਹੋਣੀ ਚਾਹੀਦੀ ਹੈ ਜੀ ਜੀ। ਸੋ ਹੁਣ ਉਹਨਾਂ ਗੱਲਾਂ ਤੋਂ ਡਰਦੇ ਅੱਗੇ ਮਨਮਾਨੀਆਂ ਕਰਦੇ ਹੁੰਦੇ ਸੀ। ਹਾਂਜੀ, ਹੁਣ ਮਨਮਾਨੀਆਂ ਕਮ ਸੇ ਕਮ ਘੱਟ ਕਰਨਗੇ। ਹੈ ਤਾਂ ਅਜੇ ਵੀ ਕਰਦੇ ਆ ਵੈਸੇ, ਪੈਸੇਂਜਰ ਬਿਲ ਆਫ ਰਾਈਟਸ ਤੋਂ ਬਾਅਦ ਵੀ ਜੇ ਤੁਸੀਂ ਕੰਪਲੇਂਟ ਕਰਦੇ ਇਹਨਾਂ ਨੂੰ, ਹੁਣ ਉਹ ਨਾ ਕਰ ਦਿੰਦੇ ਆ। ਜਿਹੜਾ ਕਮਿਸ਼ਨ ਆ ਉਹ ਕਹੂਗਾ ਚਲੋ ਪੈਸੇ ਦੇ ਦਿਓ, ਅਲਟੀਮੇਟਲੀ ਤੁਹਾਨੂੰ ਕੋਰਟ 'ਚ ਜਾਣਾ ਪੈਂਦਾ। ਹੁਣ ਕੋਰਟ ਦੇ ਵਿੱਚ ਜਾਓਗੇ ਤਾਂ ਜਰਮਨ ਕਹਾਵਤ ਹੈ ਨਾ ਵੀ ਜੇ ਆਪਣੀ ਭੇਡ ਗਵਾਚੀ ਨੂੰ ਤੁਸੀਂ ਕੋਰਟ ਦੇ ਵਿੱਚ ਤਫਤੀਸ਼ ਕਰਾਉਣ ਲਈ ਜਾਓਗੇ ਨਾ ਤਾਂ ਆਪਣੀ ਗਾਂ ਵੀ ਵੇਚ ਕੇ ਆਓਗੇ ਜੀ। ਪੈਸੇ ਤਾਂ ਲੱਗਦੇ ਆ, ਜੇ ਤਾਂ ਮਿਲ ਗਏ ਉਹ ਤਾਂ ਠੀਕ ਹੈ, ਹਾਂਜੀ, ਨਹੀਂ ਤਾਂ ਤੁਹਾਨੂੰ ਲਾਇਰਸ ਦੇ ਪੈਸੇ ਕਰਨਗੇ। ਆਮ ਜਿਹੜਾ ਪੈਸੇਂਜਰ ਆ ਉਹ ਕਿਹੜਾ ਜਾਂਦਾ ਹੈ ਕੋਰਟਸ ਦੇ ਵਿੱਚ ਜੀ। ਪਹਿਲਾਂ ਕੋਰਟਸ ਵਾਲੇ ਇਹ ਪੁੱਛਣਗੇ ਕਿ ਪਹਿਲਾਂ ਤੁਸੀਂ ਕੰਪਲੇਂਟ ਪ੍ਰੋਸੈਸ ਜਿਹੜੀਆਂ ਪਹਿਲੀਆਂ ਲੈਡਰਸ ਆ, ਜਿਹੜੀਆਂ ਪਹਿਲੇ ਕਦਮ ਪੂਰੇ ਕੀਤੇ ਜਾਂ ਨਹੀਂ, ਉਹ ਬੰਦੇ ਕਈ ਵਾਰੀ ਪੂਰੇ ਨਹੀਂ ਕਰਦੇ। ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਿੰਨੇ ਸਟੈਪਸ ਆ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ। ਸੋ 에ਅਰਲਾਈਨਸ ਜਿੱਤਦੀਆਂ ਜਾਂ ਨਹੀਂ ਜਿੱਤਦੀਆਂ, ਮੇਰਾ ਖਿਆਲ ਨਹੀਂ ਜਿੱਤਣੀਆਂ ਚਾਹੀਦੀਆਂ ਜੀ। ਵੈਸੇ ਤਾਂ ਨਹੀਂ ਲੱਗਦਾ ਵੀ ਜਿੱਤਣਗੀਆਂ, ਪਰ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਇਹ ਤਾਂ ਹੁਣ ਵੀ ਕੀ ਹੁੰਦਾ।
ਡਾਕਟਰ ਸਾਹਿਬ ਹੁਣ ਗੱਲ ਕਰਦੇ ਹਾਂ ਆਪਾਂ US ਪ੍ਰੈਜ਼ੀਡੈਂਟ ਜੋ ਬਾਈਡਨ ਬਾਰੇ। ਉਹਨਾਂ ਨੇ 31 ਅਗਸਤ ਤੱਕ ਸਟੂਡੈਂਟ ਲੋਨ ਪੇਮੈਂਟਸ ਜਿਹੜੀਆਂ ਇਹਨਾਂ ਨੂੰ ਪੌਜ਼ ਕਰ ਦਿੱਤਾ। ਹੁਣ ਜਿਵੇਂ ਕਿ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਸੀ ਵੀ ਜਦੋਂ ਕੋਈ ਇਹੋ ਜਿਹੀ ਖਬਰ ਆਉਂਦੀ ਆ ਫਿਰ ਆਪਾਂ ਨੂੰ ਦੇਖਣਾ ਪੈਂਦਾ ਵੀ ਹੁਣ ਕਿਸ ਚੀਜ਼ ਤੋਂ ਧਿਆਨ ਡਾਇਵਰਟ ਕੀਤਾ ਜਾ ਰਿਹਾ ਜਾਂ ਫਿਰ ਕਿਉਂ ਇਹ ਖਬਰ ਇਸ ਵਕਤ ਤੇ ਹੀ ਆਈ ਆ ਕਿ ਕਿਤੇ ਕੋਈ ਇਲੈਕਸ਼ਨ ਦਾ ਸੰਕੇਤ ਤਾਂ ਨਹੀਂ, ਕਿਤੇ ਕੋਈ ਹੋਰ ਤਾਂ ਨਹੀਂ ਸੰਕੇਤ ਦੇ ਰਹੀ ਸਰਕਾਰ। ਹੁਣ ਇਹ ਖਬਰ ਬਾਰੇ ਤੁਸੀਂ ਦੱਸੋ ਵੀ ਤੁਹਾਡਾ ਨਜ਼ਰੀਆ ਕੀ ਕਹਿੰਦਾ। ਇਹ ਖਬਰ ਸਿੱਧੀ ਦੱਸਦੀ ਹੈ ਕਿ ਨਵੰਬਰ ਨੂੰ ਇਲੈਕਸ਼ਨ ਹੋਣ ਲੱਗੀ ਹੈ ਜੀ। ਸਟੂਡੈਂਟਸ ਨੇ ਇਹਨਾਂ ਨੇ ਵੋਟ ਵੀ ਪਾਉਣੀ ਹੈ। ਹਾਂਜੀ। ਸਟੂਡੈਂਟਸ ਨੇ ਪਹਿਲੀ ਤਾਂ ਗੱਲ ਇਸ਼ੂ ਹੈਗੀ ਆ ਕਿ ਕਰਜ਼ਾ ਲੈ ਕੇ ਕੋਈ ਪੜ੍ਹਦਾ ਆ। ਹਾਂਜੀ। ਹੁਣ ਪਹਿਲਾਂ ਜਦੋਂ ਤੁਸੀਂ ਜੌਬ ਲੈਂਦੇ ਆ, ਜੌਬ ਤੇ ਪੁੱਛਦੇ ਆ ਕਿ ਤੁਹਾਡਾ ਤਜਰਬਾ ਹੈਗਾ, ਉਹ ਥੋੜੇ ਪੈਸੇ ਦਿੰਦੇ ਆ। ਪਹਿਲੇ ਤਾਂ 10 ਸਾਲ 5 ਸਾਲ ਉਸ ਬੰਦੇ ਨੂੰ ਲੱਗ ਜਾਂਦੇ ਕਿ ਆਪਣਾ ਕਰਜ਼ਾ ਸਿਰੋਂ ਉਤਾਰੇ, ਫਿਰ ਉਸ ਤੋਂ ਬਾਅਦ ਪੈਸੇ ਬਣਾਉਣ ਲੱਗਦਾ ਨਾ। ਹਾਂਜੀ। ਤੇ $1.7 ਟ੍ਰਿਲੀਅਨ ਸਟੂਡੈਂਟਸ ਦਾ ਕਰਜ਼ਾ ਆ US ਦੇ ਵਿੱਚ। $1700 ਬਿਲੀਅਨ ਬਹੁਤ ਵੱਡਾ। ਹਾਂਜੀ। ਪੈਂਡੈਮਿਕ ਦੇ ਦੌਰਾਨ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਸਕੀਮ ਬਣਾਈ ਸੀ ਕਿ ਕਿਉਂਕਿ ਉਸ ਵੇਲੇ ਆਰਥਿਕ ਤੰਗੀਆਂ ਆ ਗਈਆਂ ਸੀ ਲੋਕਾਂ ਨੂੰ, ਤੁਸੀਂ ਹੁਣ ਜਿਹੜੀਆਂ ਪੇਮੈਂਟਸ ਦਿੰਦੇ ਆ ਉਹ ਬੰਦ ਕਰ ਦਿੰਦੇ ਅਸੀਂ ਜੀ। ਸਰਕਾਰ ਪੇਮੈਂਟ ਦੇਊਗੀ, ਕੋਈ ਗੱਲ ਨਹੀਂ। ਤਾਂ ਉਹਨੂੰ ਫਿਰ ਐਕਸਟੈਂਡ ਕਰਦੇ ਰਹੇ ਪੈਂਡੈਮਿਕ ਕਰਕੇ। ਹੁਣ ਇਕੋਨੋਮਿਸਟ ਕਹਿ ਰਹੇ ਸੀ ਕਿ ਹੁਣ ਇਕੋਨਮੀ ਖੁੱਲ ਗਈ ਆ, ਹੁਣ ਦੇ ਦਿਓ ਪੈਸੇ। ਹਾਂਜੀ। ਪਰ ਹੁਣ ਇਲੈਕਸ਼ਨ ਆ ਗਈ ਜੀ। ਤੇ ਇਲੈਕਸ਼ਨ ਆਈ ਤੇ ਹੁਣ ਉਹਨਾਂ ਨੇ ਅਗਸਤ ਦੇ ਐਂਡ ਤਾਈਂ ਕੀਤੀ ਆ। ਤੁਸੀਂ ਦੇਖਿਓ ਅਗਸਤ ਦੇ ਐਂਡ ਤੇ ਫੇਰ ਕਰ ਦੇਣੀ, ਕਿਉਂਕਿ ਫੇਰ ਸਤੰਬਰ ਅਕਤੂਬਰ ਤੇ 8 ਨਵੰਬਰ ਨੂੰ ਜਾ ਕੇ ਇਲੈਕਸ਼ਨ ਆ ਜੀ। ਉਹਨਾਂ ਚਿਰ ਤਾਂ ਕਮ ਸੇ ਕਮ ਕਰਨਗੇ ਨਾ, ਉਦੋਂ ਤੱਕ ਤਾਂ ਕਰਨਗੇ ਐਕਸਟੈਂਡ ਇਹ। ਸੋ ਇਸ਼ੂ ਹੈਗੀ ਆ ਵੀ ਸਟੂਡੈਂਟਸ ਦੇ ਕੋਲ ਜਿਹੜੀ ਖਾਸ ਤੌਰ ਤੇ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਆ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ। ਵੈਸੇ ਫ੍ਰੀ ਵੀ ਐਜੂਕੇਸ਼ਨ ਦੇ ਸਕਦੇ ਆ। ਜਿੱਦਾਂ ਹਾਰਵਰਡ ਦੇ ਕੋਲ ਕੋਈ 70-75 ਬਿਲੀਅਨ ਡਾਲਰ ਆ। ਹਾਂਜੀ। ਕਈ ਦੇਸ਼ਾਂ ਤੋਂ ਹੈ ਨਹੀਂ ਨਾ ਜੀ ਜਿੰਨਾ ਉਹਨਾਂ ਦੇ ਕੋਲ ਪੈਸਾ ਹੈ। ਤੇ ਜਿਹੜੀਆਂ ਸਟੇਟ ਯੂਨੀਵਰਸਿਟੀਜ਼ ਜਿੱਦਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਆ, ਜਿਹੜੀਆਂ ਤਾਂ ਸਟੇਟ ਯੂਨੀਵਰਸਿਟੀਜ਼ ਆ ਉੱਥੇ ਕੋਈ ਫੀਸ ਇੰਨੀ ਜ਼ਿਆਦਾ ਨਹੀਂ ਹੈ। ਨਾਰਮਲੀ ਕੋਈ $5500 ਲੱਗਦਾ ਇੱਥੇ ਇੱਕ ਐਵਰੇਜ ਅੰਡਰ ਗ੍ਰੈਜੂਏਟ ਸਟੂਡੈਂਟ ਨੂੰ। ਤੇ ਸਾਡੇ ਵੀ ਉਹਨਾਂ ਕਹੀ ਆ, ਸਾਡੇ ਰੌਲਾ ਜ਼ਿਆਦਾ ਪਾਉਂਦੇ ਆ ਕਿ ਪਬਲਿਕ ਐਜੂਕੇਸ਼ਨ ਹੈ ਹੁੰਦਾ ਉਹ ਸਟੂਡੈਂਟਸ ਫੀਸ ਫੇਰ ਵਧੀ ਜਾਂਦੀਆਂ ਜੀ, ਉਹਨਾਂ ਦੇ ਬਰਾਬਰ ਹੀ ਆ। ਸੋ ਇਲੈਕਸ਼ਨ ਕਰਕੇ ਹੋ ਰਿਹਾ ਔਰ ਚੰਗੀ ਗੱਲ ਹੈ ਫਿਰ ਸਟੂਡੈਂਟਸ ਥੋੜਾ ਜਿਹਾ ਹੋਰ ਕਮ ਸੇ ਕਮ 1 ਸਾਲ ਹੋਰ ਮਿਲ ਗਿਆ ਉਹਨਾਂ ਨੂੰ ਥੋੜਾ ਜਿਹਾ ਹੋਰ ਸੁੱਖ ਦਾ ਸਾਹ ਆ ਗਿਆ, ਥੋੜੇ ਜਿਹਾ ਹੋਰ ਉਹ ਕਹਿ ਲਓ ਕਿ ਸਮਾਂ ਮਿਲ ਗਿਆ ਹੈਗਾ। ਸਭ ਯੂਰਪੀਅਨ ਯੂਨੀਅਨ ਨੇ ਰਸ਼ੀਆ ਤੇ ਨਵੀਆਂ ਸੈਂਕਸ਼ਨਸ ਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਅੱਗੇ ਵੀ ਗੱਲ ਕਰਦੇ ਸੀ ਕਿ ਸੈਂਕਸ਼ਨਸ ਜਿੱਦਾਂ US ਨੇ ਦੇਖੋ ਇੱਕ ਪਾਸੇ ਸੈਂਕਸ਼ਨਸ ਯੂਰਪੀਅਨ ਯੂਨੀਅਨ ਨੂੰ ਪ੍ਰਪੋਜ਼ ਕਰ ਰਹੇ ਕਿ ਤੁਸੀਂ ਹੋਰ ਲਾਓ। ਹਾਂਜੀ। ਆਪਣੇ ਖਾਦ ਮਗਾਉਣ ਲੱਗਿਆ ਨੇ ਐਕਸੈਪਸ਼ਨ ਕਰ ਲਈ, ਉਹਦੀ ਚੀਜ਼ ਆਫ ਕਰਤਾ। ਜਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਆ ਉਹ ਠੀਕ ਹੈ। ਹਾਂਜੀ। ਜਿਹੜੀ ਚੀਜ਼ ਇਹਨਾਂ ਨੇ ਵੇਚਣੀ ਆ ਉਹਦੇ ਚੋਂ ਕੰਪੀਟੀਸ਼ਨ ਖਤਮ ਹੁੰਦਾ ਹੈ, ਵਧੀਆ ਗੱਲ ਹੈ। ਇਹਨਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚ ਬਹੁਤ ਚੀਜ਼ਾਂ ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਮਿਸਾਲ ਦਿੰਦਾ, ਇਹਨਾਂ ਨੇ ਕਿਹਾ ਵੀ ਕੋਲਾ ਲੈਣਾ ਬੰਦ ਕਰ ਦਿਓ ਉਹਨਾਂ ਤੋਂ। ਹਾਂਜੀ। ਕਈ ਮੁਲਕ ਯੂਰਪੀਅਨ ਯੂਨੀਅਨ ਦੇ ਇਦਾਂ ਦੇ ਆ ਜਿਨ੍ਹਾਂ ਦਾ 100% ਕੋਲਾ ਜਿੱਦਾਂ ਪੰਜਾਬ ਦੇ ਵਿੱਚ ਹੁਣ ਪਲਾਂਟ ਲੱਗੇ ਨਾ, ਹੁਣ ਕੋਲਾ ਨਹੀਂ ਆਉਂਦਾ ਤਾਂ ਬਿਜਲੀ ਨਹੀਂ ਆਉਂਦੀ ਉੱਥੇ। ਹਾਂਜੀ। ਸੋ ਇਸੇ ਤਰ੍ਹਾਂ ਹਾਲਾਤ ਹੋਏ ਆ ਯੂਰਪੀਅਨ ਯੂਨੀਅਨ ਦੇ। ਕੁਝ ਮੁਲਕਾਂ ਦੇ ਵਿੱਚ 100% ਜਿਹੜਾ ਕੋਲਾ ਆਉਂਦਾ ਹੈ ਰਸ਼ੀਆ ਤੋਂ, ਤੇ ਉਹ ਕਿੱਦਾਂ ਕੋਲਾ ਬੰਦ ਕਰ ਦੇਣ ਉੱਥੇ ਜੀ। ਤੁਸੀਂ ਕਹਿੰਦੇ ਕਿ ਅਸੀਂ ਤੁਹਾਨੂੰ ਵੇਚ ਦਵਾਂਗੇ, ਇੱਕ ਪਾਸੇ ਤਾਂ ਕਹਿੰਦੇ ਅਸੀਂ ਫੋਸਲ ਫਿਊਲ ਖਤਮ ਕਰ ਦੇਣੇ ਆ। ਹਾਂਜੀ। ਦੂਸਰੇ ਪਾਸੇ ਉਹ ਕਿੱਦਾਂ ਹਨੇਰਾ ਕਰ ਲੈਣ ਇੱਕਦਮ, ਪਲਾਂਟਸ ਕਿੱਦਾਂ ਖਤਮ ਕਰ ਲੈਣ ਆਪਣੇ। ਸੋ ਯੂਰਪੀਅਨ ਯੂਨੀਅਨ ਦੇ ਉਹਨਾਂ ਨੇ ਨਵੇਂ ਸੈਂਕਸ਼ਨਸ ਤੋਂ ਇਸ ਕਰਕੇ ਮਨਾ ਕੀਤਾ ਕਿ ਪਹਿਲਾਂ ਸਾਨੂੰ ਸਟੱਡੀ ਤਾਂ ਕਰ ਲੈਣ ਦਿਓ, ਵੀ ਦੇਖ ਲਈਏ ਕਿਹੜੇ ਅਸੀਂ ਕਰਨੇ ਆ। ਫਿਰ ਉਹਨਾਂ ਦੇ ਵਿੱਚ ਹੁਣ 30 ਮੁਲਕਾਂ ਦੇ ਵਿੱਚੋਂ ਕੀ ਪਤਾ ਕਿ ਇਹਨੂੰ ਕਿਹੜੀ ਚੀਜ਼ ਤੇ ਡਿਪੈਂਡੈਂਟ ਹੈ ਉਹ ਰਸ਼ੀਆ ਤੇ। ਜਿਹੜੀ ਚੀਜ਼ ਤੇ ਉਹ ਡਿਪੈਂਡੈਂਟ ਹੈ ਉਹ ਚੀਜ਼ ਉਹ ਲਈ ਆਉਂਦੇ ਆ ਤੇ ਬਾਕੀਆਂ ਤੇ ਸੈਂਕਸ਼ਨ ਲਾਉਂਦੇ ਜਿਹਦੀ ਲੋੜ ਨਹੀਂ ਹੁੰਦੀ। ਸੋ ਇਹਦੇ ਵਿੱਚ
ਜਿੰਨੀ ਇਹਨਾਂ ਨੇ ਲਿਸਟ ਭੇਜੀ ਸੀ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਇਹਨੂੰ ਜੀ ਇਸ ਵਕਤ ਜੀ। ਫਿਲਹਾਲ ਉਹਨਾਂ ਨੇ ਕੀਤਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਵੀ ਕੀ ਹੁੰਦਾ ਦੁਬਾਰਾ ਤੋਂ। ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਪ੍ਰੀਮੀਅਰ ਜੌਨ ਹੌਰਗਨ ਦੇ ਉਸ ਬਿਆਨ ਦੇ ਬਾਰੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਯੂਕਰੇਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਦਾ ਖੁੱਲੇ ਦਿਲ ਦੇ ਨਾਲ ਸਵਾਗਤ ਕਰਦੇ ਆ। ਉਹਦੀ ਕਾਫੀ ਚਰਚਾ ਹੋਈ ਹੈ, ਕਿਉਂਕਿ BC ਦੇ ਇਹਨਾਂ ਦਾ ਆਪਣਾ ਹੀ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਹੈ, ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਕਿ ਯੂਕਰੇਨੀਅਨ ਲੋਕਾਂ ਲਈ ਅਸੀਂ ਖੁੱਲੇ ਦਿਲ ਦੇ ਤੌਰ ਤੇ ਘਰ ਖੋਲ ਦੇਵਾਂਗੇ, BC ਖੋਲ ਦੇਵਾਂਗੇ, ਬੈਠਣ ਸਾਡੇ ਕੋਲ। ਹਾਂਜੀ। ਜਿਹੜੇ ਸਾਡੇ ਕੋਲ ਇੱਥੇ ਆਏ ਆ ਬੰਦੇ, ਉਹਨਾਂ ਨੂੰ ਤੁਸੀਂ ਜੇਲ੍ਹਾਂ 'ਚ ਵੜ ਜਾਂਦੇ ਜੀ। ਸਾਡੇ ਜਿਹੜੀ ਚਰਚਾ ਦੇ ਅਧੀਨ ਆ, ਜਿਹਨੂੰ ਐਮਨੈਸਟੀ ਇੰਟਰਨੈਸ਼ਨਲ ਨੇ, ਹਿਊਮਨ ਰਾਈਟਸ ਵਾਚ ਨੇ, ਹੁਣ BC ਹਿਊਮਨ ਰਾਈਟਸ ਨੇ ਸਿੱਧਾ ਹੀ ਕਿਹਾ ਕਿ ਇਹ ਗੱਲ ਗਲਤ ਹੈ। CBSA ਦਾ ਇੱਕ ਐਗਰੀਮੈਂਟ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ, ਸਾਡੇ ਵਿਕਟੋਰੀਆ ਦੇ ਨਾਲ, ਜਿਹੜੇ ਬੰਦੇ ਜਿਨ੍ਹਾਂ ਦੇ ਇਮੀਗ੍ਰੇਸ਼ਨ ਲਾਅ ਜਾਂ ਰੈਗੂਲੇਸ਼ਨ ਤੇ ਜਾਂ ਉਹਨਾਂ ਦੇ ਕੋਈ ਸੁਣਵਾਈ ਹੋਣ ਵਾਲੀ ਹੁੰਦੀ ਆ, ਉਹਨਾਂ ਨੂੰ ਡੀਪੋਰਟੇਸ਼ਨ ਲਾਉਣੀ ਆ ਜਾਂ ਨਹੀਂ ਲਾਉਣੀ, ਜੇ ਉਹਨਾਂ ਨੂੰ ਫਲਾਈਟ ਰਿਸਕ ਸਮਝਿਆ ਜਾਂਦਾ ਨਾ, ਤਾਂ ਉਹਨਾਂ ਨੂੰ ਫਿਰ ਜਿੱਥੇ ਨਾਰਮਲ ਕੈਦੀ ਜੇਲ੍ਹਾਂ ਦੇ ਵਿੱਚ, ਉੱਥੇ BC ਦੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਬੰਦ ਕਰਨ ਲਈ ਇਹਨਾਂ ਨੇ ਐਗਰੀਮੈਂਟ ਕੀਤਾ ਹੈ BC ਨੇ। ਇੱਕ ਪਾਸੇ ਯੂਕਰੇਨੀਅਨ ਲਈ ਇਹ ਬਹੁਤ ਵੱਡੇ ਇਨਸਾਨ ਬਣੇ ਫਿਰਦੇ ਆ, ਬਹੁਤ ਬੁੱਲੇ ਸ਼ਾਹ ਬਣੇ ਫਿਰਦੇ ਆ, ਦੂਸਰੇ ਪਾਸੇ ਉਹੀ ਹੌਰਗਨ, ਉਹੀ NDP, ਇਹਨਾਂ ਨੇ ਹੀ ਐਗਰੀਮੈਂਟ ਸਾਈਨ ਕੀਤਾ ਸੀ। ਤੇ ਅੱਜ ਤਾਈਂ ਇਹਨਾਂ ਦਾ ਹੀ ਹਿਊਮਨ ਰਾਈਟਸ ਕਮਿਸ਼ਨ ਕਹਿ ਰਿਹਾ, ਹਾਲਾਂਕਿ ਹਿਊਮਨ ਰਾਈਟਸ ਕਮਿਸ਼ਨ ਤੇ ਵੀ ਅਸੀਂ ਕਿਸੇ ਦਿਨ ਗੱਲ ਕਰਾਂਗੇ, ਕਿ ਉਹ ਕਹਿ ਰਿਹਾ ਹੈ ਕਿ ਇਹ ਗੱਲ ਗਲਤ ਹੈ ਕਿ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ, ਹੁਣ ਇੱਕ ਪਾਸੇ ਕ੍ਰਿਮੀਨਲ ਅਸੀਂ ਸਮਝਦੇ ਹਾਂ ਉਹ ਬੰਦਾ ਅਪਰਾਧੀ ਜਿਹੜਾ ਕੋਈ ਫਰਾਡ ਕਰਨ ਰਿਹਾ, ਜਿਹੜਾ ਕੋਈ ਕੁਛ ਨਾ ਕੁਛ ਕਰਕੇ ਜਿਹਨੇ ਕ੍ਰਾਈਮ ਕੀਤਾ ਉਹ ਜੇਲ੍ਹ 'ਚ ਗਿਆ ਹੈ। ਹਾਂਜੀ। ਉਹਦੇ ਨਾਲ ਤੁਸੀਂ ਇੱਕ ਬੰਦੇ ਨੂੰ ਮਿਸਾਲ ਦੇ ਤੌਰ ਤੇ, ਹਾਂਜੀ, ਕਿਸੇ ਨੇ ਇਮੀਗ੍ਰੇਸ਼ਨ ਤੇ ਦਾ ਕਾਨੂੰਨ ਤੇ ਰੈਗੂਲੇਸ਼ਨ ਭੰਗ ਕੀਤੇ ਹੋਣ, ਹੁਣ ਇੱਕ ਸਟੂਡੈਂਟ ਆਉਂਦਾ ਇੱਥੇ 17 ਸਾਲਾਂ ਦਾ, 17-18 ਸਾਲਾਂ ਦੇ ਬੱਚੇ ਹੀ ਹੁੰਦੇ ਜੀ ਜੀ। ਹੁਣ ਉਹ ਬੰਦਾ, ਜੇ ਤੁਹਾਨੂੰ ਕਾਨੂੰਨਨ ਤੌਰ ਤੇ ਤੁਹਾਨੂੰ ਫੁੱਲ ਟਾਈਮ ਸਟੂਡੈਂਟ ਹੋਣਾ ਪੈਂਦਾ, ਫੁੱਲ ਟਾਈਮ ਸਟੂਡੈਂਟ ਅਸੀਂ ਉਹਨੂੰ ਮੰਨਦੇ ਹਾਂ ਜਿਹਨੂੰ 60% ਕ੍ਰੈਡਿਟ ਲਈ ਆਏ ਹਾਂ। ਹੁਣ ਕਈ ਸਟੂਡੈਂਟਸ ਆ ਕੇ ਜਾਂ ਗਲਤ ਕੰਪਨੀ 'ਚ ਪੈ ਜਾਣ, ਜਾਂ ਉਹ ਫੇਲ ਵਗੈਰਾ ਹੋ ਜਾਣ, ਜਾਂ ਉਹਨਾਂ ਦੇ ਕੰਮ ਹੀ ਜ਼ਿਆਦਾ ਕਰਦੇ ਆ, ਉਹਨਾਂ ਤੋਂ ਐਪਲੀਕੇਸ਼ਨ ਪੂਰੀ ਨਹੀਂ ਹੁੰਦੀ। ਹਾਂਜੀ। ਜਾਂ ਤੁਸੀਂ 20 ਘੰਟੇ ਕੰਮ ਕਰ ਸਕਦੇ ਹੋ, ਉਹ ਫੜਿਆ ਗਿਆ ਕੋਈ 60 ਘੰਟੇ ਕੰਮ ਕਰਦਾ। ਹੁਣ ਇਹਦੇ ਵਿੱਚ ਉਹਨੇ ਕਿਸੇ ਲੱਤਾਂ ਤੋੜੀਆਂ ਨਹੀਂ, ਉਹਨੇ ਇੱਕ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਤਾਂ ਹੋਈ ਆ, ਉਹਨੂੰ ਚੱਕ ਕੇ ਤੁਸੀਂ ਕਾਮਨ ਕ੍ਰਿਮੀਨਲ ਦੇ ਨਾਲ, ਸਾਡੀਆਂ 2 ਪ੍ਰੋਵਿੰਸ਼ੀਅਲ ਜੇਲ੍ਹਾਂ ਆ ਇੱਥੇ, ਪੋਰਟ ਕੋਲਡਮ ਤੇ ਦੂਸਰੀ ਹੈਗੀ ਹੈ ਮੇਪਲ ਰਿਜ ਦੇ ਵਿੱਚ, ਇਹਨਾਂ ਦੇ ਵਿੱਚ ਉਹਨੂੰ ਬੰਦ ਕੀਤੇ ਜਾਂਦੇ ਆ। ਹੁਣ ਪਹਿਲਾਂ ਜਿਹੜੇ ਫਿਗਰਸ BC ਦੀ CBSA ਨੇ ਦਿੱਤੀਆਂ ਆ, 2017 ਤੋਂ 2020 ਤਾਈਂ ਉੱਥੇ 5500 ਬੰਦਾ ਬੰਦ ਸੀ। ਸਿਰਫ ਤੇ ਸਿਰਫ ਪੈਂਡੈਮਿਕ ਦੇ ਦੌਰਾਨ ਫਿਰ 21 ਦੇ ਵਿੱਚ ਇਹਨਾਂ ਨੇ ਥੋੜ੍ਹਾ ਜਿਹਾ ਘੱਟ ਕੀਤੇ ਕਿ ਉਹਨਾਂ ਨੂੰ ਬੰਦਿਆਂ ਨੂੰ ਹਾਫੇ ਹਾਊਸਸ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ ਕਮਿਊਨਿਟੀ ਦੇ ਵਿੱਚ, ਉੱਥੇ ਮੂਵ ਕਰ ਦਿੱਤਾ। ਹਾਂਜੀ। ਹੁਣ ਇੱਕ ਬੰਦੇ ਨੇ ਕੀ ਕ੍ਰਾਈਮ ਕਰ ਦਿੱਤਾ, ਉਹਨੂੰ 20 ਘੰਟੇ ਕਿਹਾ ਸੀ, ਉਹ 50 ਘੰਟੇ ਕਰਤਾ। ਚਲੋ ਰੈਗੂਲੇਸ਼ਨ ਤੋੜ ਦਿੱਤਾ, ਉਹਨੇ ਕਿਸੇ ਦੀਆਂ ਲੱਤਾਂ ਤੋੜੀਆਂ ਨਹੀਂ, ਤੁਸੀਂ ਜਾ ਕੇ ਉਹਨੂੰ ਕਾਮਨ ਕ੍ਰਿਮੀਨਲ ਦੇ ਨਾਲ ਬੰਦ ਕਰ ਦਿੱਤਾ। ਅੱਛਾ, ਫਿਰ ਦੇਖੋ ਫੈਡਰਲ ਸਰਕਾਰ ਦਾ ਸਾਡੇ ਕਾਨੂੰਨ ਜਿਹੜਾ ਆ ਇਹ ਹੀ ਕਹਿੰਦਾ ਸਿਰਫ ਕਿ ਇੱਕ ਬੰਦੇ ਨੂੰ ਜੇ ਡੀਪੋਰਟੇਸ਼ਨ ਲਾਉਣੀ ਆ ਜਾਂ ਡੀਪੋਰਟੇਸ਼ਨ ਦੀਆਂ ਹੀਅਰਿੰਗ ਚੱਲ ਰਹੀਆਂ, ਉਹਨੂੰ ਹਰ ਮਹੀਨੇ ਤੁਸੀਂ IRB ਦੇ ਮੋਹਰੇ ਲੈ ਕੇ ਆਉਣਾ, ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਜਿਹੜਾ ਹੈ, ਇਹੀ ਓਬਲੀਗੇਸ਼ਨ ਹੈ। ਉਹਨੂੰ 20 ਸਾਲ ਰੱਖਣਾ ਕਿ 30 ਸਾਲ ਰੱਖਣਾ ਹੈ, ਇਹ ਤੇ ਕੋਈ ਪਾਬੰਦੀ ਨਹੀਂ। ਈਵਨ ਕਤਲ ਕਰਕੇ ਵੀ ਬੰਦਾ 20 ਸਾਲਾਂ ਬਾਅਦ ਬਾਹਰ ਆ ਜਾਂਦਾ। ਹੁਣ 1.5 ਦਰਜਨ ਬੰਦੇ BC ਦੀਆਂ ਪ੍ਰੋਵਿੰਸ਼ੀਅਲ ਜੇਲ੍ਹ ਦੇ ਵਿੱਚ ਆਤਮ ਹੱਤਿਆ ਕਰ ਚੁੱਕੇ ਆ, ਮਰ ਚੁੱਕੇ ਆ ਇੱਥੇ ਪਿਛਲੇ 20 ਸਾਲਾਂ ਦੇ ਵਿੱਚ। ਇਹ ਯੂਕਰੇਨੀਅਨ ਕੈਨੇਡੀਅਨਸ ਨੂੰ ਕਹਿ ਰਿਹਾ ਕਿ ਸਾਡੇ
ਦਰਵਾਜ਼ੇ ਖੁੱਲੇ ਆ, ਅਸੀਂ ਬੜੇ ਖੁੱਲੇ ਆ, ਬੜੀ ਇਨਸਾਨੀਅਤ ਦੀਆਂ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਆ ਉਹਨਾਂ ਦੇ ਨਾਲ। ਹਾਂਜੀ। ਤਾਂ ਦੂਸਰੇ ਪਾਸੇ ਹਿਊਮਨ ਰਾਈਟਸ ਵਾਚ ਵਾਲੇ ਇਹਨਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਆਪਣੇ ਪੀੜੇ ਦੇ ਥੱਲੇ ਤਾਂ ਸੋਟਾ ਫੇਰ ਕੇ ਦੇਖ ਲਓ ਜੀ। ਹੁਣ ਇੱਕ ਨੌਜਵਾਨ ਨੂੰ ਫੜ ਕੇ ਤੁਸੀਂ ਜੇਲ੍ਹ 'ਚ ਦੇ ਦਿੱਤਾ, ਉਹਦੀਆਂ ਮਹੀਨੇ ਬਾਅਦ ਤੁਸੀਂ ਹੀਅਰਿੰਗ ਕਰੇ ਜਾਂਦੇ ਆ। ਅੱਛਾ, ਇੱਥੇ ਤੇ ਕੈਨੇਡਾ ਦੇ ਕਾਨੂੰਨ ਦੇਖੋ, ਉਹਦੀਆਂ ਡੀਪੋਰਟੇਸ਼ਨ ਹੀਅਰਿੰਗ ਚੱਲ ਰਹੀਆਂ, ਹੋ ਸਕਦਾ ਉਹਦੇ ਤੇ ਡੀਪੋਰਟੇਸ਼ਨ ਲੱਗ ਵੀ ਗਈ ਹੋਵੇ ਜੀ। ਉਹਦੀ ਡੀਪੋਰਟੇਸ਼ਨ ਲੱਗੀ ਆ, CBSA ਵਾਲੇ ਉਹਨੂੰ ਲੱਭਦੇ ਫਿਰਦੇ ਆ। CBSA ਦੀ ਫਾਈਲ ਤਾਂ ਹੁਣ 3-4 ਅਫਸਰ ਤਾਂ ਉਹ ਬਿਜ਼ੀ ਹੋਏ ਆ ਨਾ ਜੀ। ਵੈਸੇ ਜੇ CBSA ਨੂੰ ਕਹੋਗੇ ਆਹ ਬੰਦਾ ਕੋਈ ਕ੍ਰਾਈਮ ਕਰ ਰਿਹਾ, ਇਹਨੂੰ ਬਾਹਰ ਕੱਢੋ, ਇਹ ਤੇ ਡੀਪੋਰਟੇਸ਼ਨ ਲੱਗੀ ਹੈ, ਫੇਰ ਤਾਂ ਉਹ ਤੁਹਾਨੂੰ ਕਹਿੰਦੇ ਕਿ ਸਾਡੇ ਤੋਂ ਸਟਾਫ ਦੀ ਸ਼ਾਰਟੇਜ ਹੈ, ਵਰਕਲੋਡ ਬਹੁਤ ਆ। ਤਾਂ ਕਈ ਜਿਹੜੇ ਵਿਚਾਰੇ ਬਿਲਕੁਲ ਇਨੋਸੈਂਟ ਆ, ਹੋ ਸਕਦੇ ਉਹ 20 ਦੀ ਬਜਾਏ 50 ਘੰਟੇ ਕੰਮ ਕਰਦਾ ਹੋਵੇ। ਮਤਲਬ ਦੇਖਣਾ ਤਾਂ ਚਾਹੀਦਾ ਵੀ ਕ੍ਰਾਈਮ ਕਿਹੜਾ ਹੋ ਰਿਹਾ ਇੱਥੇ। ਹਾਂਜੀ। ਤਾਂ ਉਹਨੂੰ ਮੁੜ ਕੇ ਇੰਡੀਆ, ਪਾਕਿਸਤਾਨ, ਚੀਨ 'ਚ ਘੱਲਣ ਲਈ 4-4 ਬੰਦੇ ਮਗਰ ਤੁਰੇ ਫਿਰਦੇ ਆ। ਫੇਰ ਦੇਖੋ ਉਸੇ ਬੰਦੇ ਨੂੰ ਜੇ ਉਹ ਵਿਆਹ ਨਹੀਂ ਆ, ਜਿਹੜਾ ਸਾਡਾ ਇਮੀਗ੍ਰੇਸ਼ਨ ਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਆ, ਅਰਪਾ ਦੇ ਅਧੀਨ ਇੱਕ ਪਬਲਿਕ ਪਾਲਿਸੀ ਆ, ਜੇ ਕਿਸੇ ਦੇ ਕੋਲ ਕੋਈ ਸਟੇਟਸ ਵੀ ਨਹੀਂ ਹੈ ਇੱਥੇ, ਵੈਸੇ ਤੁਸੀਂ ਇੱਥੇ ਹੋਰ ਕੋਈ ਅਪਲਾਈ ਨਹੀਂ ਕਰ ਸਕਦੇ ਜਦੋਂ ਤੁਸੀਂ ਸਟੇਟਸ ਲੂਜ਼ ਕਰ ਜਾਂਦੇ ਆ, ਜੇ ਤੁਸੀਂ ਵਿਆਹ ਕਰਾ ਲੈਂਦੇ ਤੇ ਉਹ ਲੜਕੀ ਜਾਂ ਲੜਕਾ PR ਜਾਂ ਸਿਟੀਜ਼ਨ ਆ, ਤਾਂ ਫੇਰ ਤੁਹਾਨੂੰ ਤੁਹਾਡੀ ਇੱਥੇ ਐਪਲੀਕੇਸ਼ਨ ਲੈ ਲੈਂਦੇ। ਹਾਂਜੀ। ਫਿਰ ਤੁਸੀਂ ਪ੍ਰੋਸੈਸ ਆ, ਪਹਿਲਾਂ ਤਾਂ 9 ਮਹੀਨੇ ਲੱਗਦੇ ਹੁੰਦੇ ਸੀ, ਹੁਣ ਸ਼ਾਇਦ ਪੈਂਡੇਮਿਕ ਦਾ ਕਰਕੇ ਜ਼ਿਆਦਾ ਟਾਈਮ ਲੱਗਦਾ ਹੈ ਜੀ, ਪਰ ਫਿਰ ਵੀ ਪ੍ਰੋਸੈਸ ਤਾਂ ਚੱਲਦਾ ਹੈ। ਉਧਰੋਂ ਪ੍ਰੋਸੈਸ ਚੱਲੀ ਜਾਂਦਾ ਉਹਦੇ ਸਪੋਜ਼ਲ ਐਪਲੀਕੇਸ਼ਨ ਦਾ, ਤੇ ਉਧਰੋਂ CBSA ਵਾਲੇ ਨੱਠੇ ਪੈਰਦੇ ਹੁੰਦੇ ਆ ਇਹਨੂੰ ਰਿਪੋਰਟ ਕਰਨਾ ਹੈ। ਦੇਖੋ ਇੱਕੋ ਹੀ ਸਰਕਾਰ ਆ ਜੀ, 2 ਡਿਪਾਰਟਮੈਂਟ ਆ ਵੱਖਰੇ ਵੱਖਰੇ ਜੀ। ਡਿਪਾਰਟਮੈਂਟ ਵੀ 2 ਨਹੀਂ ਆ, ਮਤਲਬ ਇੱਕ ਪਬਲਿਕ ਸੇਫਟੀ ਦੇ ਅੰਡਰ ਆ, ਪਹਿਲਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਹੀ ਹੁੰਦਾ ਸੀ, ਹੁਣ ਡੀਪੋਰਟੇਸ਼ਨ ਦਾ ਜਿਹੜਾ ਕੰਮ CBSA ਨੂੰ ਦੇ ਦਿੱਤਾ। ਪਹਿਲਾਂ ਹੁੰਦਾ ਸੀ CIC ਵਾਲੇ ਸਭ ਕੁਝ ਕਰਦੇ ਸੀ, ਹੁਣ ਉਹਨਾਂ ਨੇ ਕਰਤਾ ਕਿ ਅਸੀਂ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਦੇਣੀ ਆ, ਜੇ ਡੀਪੋਰਟੇਸ਼ਨ ਕਰਨੀ ਤਾਂ CBSA ਨੇ ਕਰਨੀ। ਤਾਂ ਜੇ ਉਹ ਬੰਦੇ ਨੇ ਸਭ ਕੁਝ ਕਰਾ ਲਿਆ, ਮੈਡੀਕਲ ਹੋ ਗਈ ਆ, ਜੇ ਉਹ ਹੱਥ ਆ ਗਿਆ ਇਹਨਾਂ ਦੇ CBSA ਦੇ, ਉਹਨੂੰ ਚੱਕ ਕੇ ਡਿਪੋਰਟ ਕਰ ਦੇਣਾ। ਤਾਂ ਜੇ ਉਹ 2 ਹਫ਼ਤੇ ਹੋਰ ਹੱਥ ਨਾ ਆਇਆ ਤਾਂ ਉਹਨੂੰ PR ਮਿਲ ਜਾਣੀ। ਇੱਕੋ ਹੀ ਸਰਕਾਰ ਦੇ ਇਹ ਦੇਖੋ 2 ਕਾਨੂੰਨ ਬਣਾਏ ਆ, ਇਹ ਅੱਜ ਤਾਈਂ ਸਮਝ ਨਹੀਂ ਆਈ ਇਹਨਾਂ ਨੂੰ ਕਿ ਜਿਸ ਬੰਦੇ ਦੀ ਐਪਲੀਕੇਸ਼ਨ ਚੱਲ ਰਹੀ ਆ, ਕਿਸੇ ਨੇ ਜੇ ਅਪਲਾਓ ਤੁਸੀਂ PR ਤਾਂ ਸਿਟੀਜ਼ਨ ਸਪਾਊਸ ਨੂੰ ਅਲਾਓ ਕਰਦੇ ਆ ਕਿ ਇਹਦੀ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਹੋਣੀ ਚਾਹੀਦੀ ਆ। ਜਦੋਂ ਉਹਦੀ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਚੱਲ ਗਈ ਆ, ਤੁਸੀਂ ਐਕਸੈਪਟ ਕਰ ਲਈ ਆ, ਸਾਰੇ ਪੈਸੇ ਵੀ ਦੇ ਦਿੱਤੇ ਉਹਨੇ, ਤਾਂ ਫਿਰ ਉਹਦੀ ਡੀਪੋਰਟੇਸ਼ਨ ਬੰਦ ਕਰ ਦਿਓ ਜੀ। ਬਿਲਕੁਲ, ਤੁਸੀਂ ਰਿਸੋਰਸਸ ਖਰਾਬ ਕਰ ਰਹੇ ਆ। ਉਸ ਬੰਦੇ ਨੇ ਆ ਤਾਂ ਜਾਣਾ ਹੀ ਆ ਮੁੜ ਕੇ, ਅਲਟੀਮੇਟਲੀ ਤੁਸੀਂ ਉਹਨੂੰ ਰਿਪੋਰਟ ਕਰੋਗੇ, ਇਵੈਂਚੁਅਲੀ ਉਹ ਬੰਦੇ ਨੇ ਆਉਣਾ ਹੀ ਆ, ਕਿਉਂਕਿ ਉਹਦੇ PR ਉਹਦੇ ਕੋਲ ਸਪਾਊਸ ਜਿਹੜਾ ਆ PR ਜਾਂ ਸਿਟੀਜ਼ਨ ਆ, ਉਹਨੇ ਅੱਜ ਨਹੀਂ ਆਊਗਾ ਤਾਂ 4 ਸਾਲਾਂ ਬਾਅਦ ਆ ਜਾਊਗਾ, 5 ਸਾਲਾਂ ਬਾਅਦ ਆ ਜਾਊਗਾ। ਉਹਦੇ ਲਈ ਦਿੱਕਤਾਂ ਤਾਂ ਪੇਸ਼ ਕਰ ਰਹੇ ਨਾ ਤੁਸੀਂ ਜੀ। ਇੱਕ ਕੈਨੇਡੀਅਨ ਸਿਟੀਜ਼ਨ ਲਈ ਉਹਦਾ ਸਪਾਊਸ ਇੱਥੋਂ ਚੱਕ ਕੇ ਤੁਸੀਂ ਇੰਡੀਆ ਨੂੰ ਭੇਜ ਦਿੱਤਾ ਜਾਂ ਚਾਈਨਾ ਨੂੰ ਭੇਜ ਦਿੱਤਾ। ਇਹਦੇ ਵਿੱਚ ਹੁਣ ਜਸਟਿਨ ਟਰੂਡੋ ਪੋਲੈਂਡ ਦੇ ਬਾਰਡਰ ਤੇ ਖੜ ਕੇ ਕਨੇਡੀ ਚੱਕ ਕੇ ਯੂਕਰੇਨੀਅਨ ਤੋਂ ਲਿਆਉਣ ਨੂੰ ਤਾਂ ਇੱਥੇ ਤਿਆਰ ਆ, ਪਰ ਕਦੇ ਕਿਸੇ ਨੇ ਇਮੀਗ੍ਰੇਸ਼ਨ ਜਾਂ ਸਿਟੀਜ਼ਨਸ਼ਿਪ ਕਮੇਟੀ ਦੇ ਵਿੱਚ ਕਿਸੇ ਨੇ ਗੱਲ ਨਹੀਂ ਕੀਤੀ ਕਿ ਕੀ ਹੋ ਰਿਹਾ। ਸਾਡੇ ਸਾਰਾ ਇਮੀਗ੍ਰੇਸ਼ਨ ਸਿਸਟਮ ਜਿਹੜਾ ਉਹਨੂੰ ਰਿਵਿਊ ਤਾਂ ਕਰਨਾ ਚਾਹੀਦਾ ਨਾ ਵੀ ਕੀ ਹੋ ਰਿਹਾ ਜੀ। ਉਹਨਾਂ ਨੂੰ ਗੱਲਾਂ, ਕਿਉਂਕਿ ਜਿਹੜੇ ਸਾਡੇ ਸਿਵਲ ਸਰਵੈਂਟਸ ਆ, ਉਹਨਾਂ ਦੇ ਵਿੱਚ ਜਿਹੜੇ ਲੋਅਰ ਲੈਵਲ ਵਾਲੇ ਆ, ਉਹ ਵਿਚਾਰੇ ਪ੍ਰਪੋਜ਼ ਕਰਦੇ ਰਹਿੰਦੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਤਾਂ ਜਿਹੜੇ ਹਾਇਰ ਲੈਵਲ ਵਾਲੇ ਆ, ਉਹਨਾਂ ਨੂੰ ਹੁੰਦਾ ਵੀ ਅਸੀਂ ਮਿਨਿਸਟਰ ਨੂੰ ਖੁਸ਼ ਰੱਖਣਾ ਬਸ ਜੀ। ਵੈਸੇ ਵੀ ਡਾਕਟਰ ਸਾਹਿਬ, ਜੇ ਆਪਾਂ ਦੇਖਦੇ ਆ ਵੀ ਕੈਨੇਡਾ ਦੀ ਜਿਹੜੀ ਰਿਫਿਊਜੀ ਇਮੀਗ੍ਰੇਸ਼ਨ ਪਾਲਿਸੀ ਹੈਗੀ ਆ, ਇਹ ਫੇਅਰ ਨਹੀਂ ਹੈਗੀ, ਇਹ ਹੈਗੀ ਆ ਰੰਗ ਦੇ ਆਧਾਰਿਤ। ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਕਿ ਜੇ ਯੂਕਰੇਨ ਤੋਂ ਕਿਸੇ ਨੇ ਵੀ ਆਉਣਾ ਤਾਂ ਇਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ, ਉਹਦੇ 'ਚ ਕੋਈ ਹੈ ਨਹੀਂ ਵੀ ਅਸੀਂ ਇੰਨੇ ਬੰਦੇ ਹੀ ਬੁਲਾਉਣੇ ਆ ਜਾਂ ਫਿਰ ਅਸੀਂ ਇੰਨੇ ਸੈਟਲ ਕਰਨੇ ਆ।
ਇਹ ਪੁਰਾਣੀ ਰਹੀ ਹੈ ਸਾਡੀ ਇਮੀਗ੍ਰੇਸ਼ਨ ਦੀ। ਜਿੰਨੇ ਵੀ ਯੂਰਪ ਤੋਂ ਗੋਰੇ ਕੋਈ ਆਉਣੇ ਚਾਹੁੰਦੇ ਸੀ ਇੱਥੇ, ਉਹਨਾਂ ਤੇ ਕੋਈ ਲਿਮਿਟ ਨਹੀਂ ਸੀ। ਏਸ਼ੀਆ, ਅਫਰੀਕਾ, ਲੈਟਨ ਅਮਰੀਕਾ ਤੋਂ ਜਿੰਨੇ ਵੀ ਬੰਦੇ ਆਉਣੇ ਆ, ਉਹਨਾਂ ਦੇ ਦੇਸ਼ਾਂ ਨੂੰ ਕੋਟਾ ਲਾਇਆ ਹੁੰਦਾ ਸੀ। ਤੇ ਉਹ ਕੀ ਉਹ ਇਮੀਗ੍ਰੇਸ਼ਨ ਦੇ ਉਹ ਕਲੌਜ਼ ਤਾਂ ਖਤਮ ਹੋ ਗਈ 1962 ਦੇ ਵਿੱਚ, ਡੀ ਵਨ ਵਿਕ ਨੇ ਖਤਮ ਕਰਤੀ। ਪਰ ਪ੍ਰੈਕਟੀਕਲੀ ਆਹੀ ਕੁਝ ਚੱਲ ਰਿਹਾ। ਯੂਕਰੇਨੀਅਨ ਕੈਨੇਡੀਅਨਸ ਤੇ ਕੋਈ ਪਾਬੰਦੀ ਨਹੀਂ ਹੈ, ਜਿੰਨੇ ਮਰਜ਼ੀ ਆ ਜਾਣ। 4 ਮਿਲੀਅਨ ਹੈ, 4 ਮਿਲੀਅਨ ਲੈ ਲੈਣਗੇ ਉਹ। ਹਾਂਜੀ, ਜਿਹੜੇ ਅਫਗਾਨਿਸਤਾਨ 'ਚ ਬੈਠੇ, ਜਿਹੜੇ ਇਹਨਾਂ ਦੇ ਨਾਲ ਕੰਮ ਕਰਾਉਂਦੇ ਸੀ, ਉਹ ਨਹੀਂ ਆਉਣ ਦੇਣੇ ਜੀ। ਬਿਲਕੁਲ ਰੰਗ ਹੋ ਰਿਹਾ। ਯੂਐਸ ਮਿਲਟਰੀ ਨੇ ਬੀਜਿੰਗ ਦੇ ਤਾਈਵਾਨ ਤੇ ਹਮਲਾ ਕਰਨ ਦੀਆਂ ਸੰਭਾਵਨਾਵਾਂ ਦਾ ਅੰਦਾਜ਼ਾ ਲਗਾਇਆ। ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਵੈਸੇ ਕਈ ਸਟ੍ਰੈਟੇਜਿਕ ਐਨਾਲਿਸਟ ਇਹ ਸੋਚਦੇ ਸੀ ਕਿ ਇਸ ਵੇਲੇ ਰਸ਼ੀਆ ਨੇ ਯੂਕਰੇਨ ਤੇ ਹਮਲਾ ਕਰਤਾ ਤੇ ਇਹ ਵਧੀਆ ਟਾਈਮ ਹੈ, ਵਧੀਆ ਮੌਕਾ ਹੈ ਚਾਈਨਾ ਨੂੰ ਤਾਈਵਾਨ ਤੇ ਹਮਲਾ ਕਰਨ ਦਾ ਜੀ, ਕਿਉਂਕਿ ਤਾਈਵਾਨ ਹਮੇਸ਼ਾ ਹੀ ਉਹਨਾਂ ਨੇ ਕਿਹਾ ਕਿ ਸਾਡਾ ਹਿੱਸਾ ਹੈ। ਜਿਸ ਤਰ੍ਹਾਂ ਹਾਂਗਕਾਂਗ, ਮਕਾਓ ਉਹਨਾਂ ਨੇ ਲਿਆ ਵਾਪਸ, ਇਸੇ ਤਰ੍ਹਾਂ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਚਾਈਨਾ ਨੇ ਕਿਸੇ ਦਿਨ ਤਾਈਵਾਨ ਵੀ ਲੈਣਾ। ਹੁਣ ਤਾਈਵਾਨ ਦੀ ਹਿਸਟਰੀ ਹੈਗੀ ਹੈ ਕਿ ਪਹਿਲਾਂ ਚਾਈਨਾ ਨੂੰ ਇਹਨਾਂ ਨੇ ਵੀਟੋ ਪਾਵਰ ਦਿੱਤੀ 1946 ਦੇ ਵਿੱਚ, ਜਦੋਂ UN ਬਣੀ ਹੈ। ਉਸ ਵੇਲੇ ਚੰਗ ਕਾਈ ਸ਼ੇਕ ਜਿਹੜਾ ਸੀ ਚਾਈਨਾ ਦਾ ਪ੍ਰੈਜ਼ੀਡੈਂਟ, ਉਹ ਸੀ ਅਮਰੀਕਾ ਦਾ ਪਿੱਠੂ ਪੱਕਾ, ਇਹਨਾਂ ਦੇ ਨਾਲ ਸੀ, ਜਾਪਾਨੀਆਂ ਦੇ ਖਿਲਾਫ ਲੜੇ ਉਹ। ਤੇ ਫਿਰ ਉੱਥੇ ਕਮਿਊਨਿਸਟ ਪਾਰਟੀ ਦੀ ਜਿਹੜੀ ਹਕੂਮਤ ਬਣ ਗਈ, ਉਹਨਾਂ ਦੀਆਂ ਫੋਰਸਸ ਨੇ ਚੰਗ ਕਾਈ ਸ਼ੇਕ ਦੀਆਂ ਫੋਰਸਸ ਨੂੰ ਉੱਥੋਂ ਕੱਢ ਦਿੱਤਾ ਚਾਈਨਾ ਤੋਂ, ਤੇ ਉਹ ਆ ਕੇ ਤਾਈਵਾਨ ਦੇ ਵਿੱਚ ਉਹਨਾਂ ਨੇ ਹਕੂਮਤ ਬਣਾ ਲਈ। ਤਾਈਵਾਨ ਦੇ ਵਿੱਚ ਸਾਡਾ ਇੱਕ ਪ੍ਰੋਫੈਸਰ ਹੁੰਦਾ ਸੀ, ਬੜੇ ਹਾਸੋਹੀਣੀ ਗੱਲ ਉਹਦੀ, ਉਹ ਕਹਿੰਦਾ ਮੈਂ ਨਾਨਕਿੰਗ ਗਿਆ ਸੀ, ਬਿਲਕੁਲ ਤਾਈਵਾਨ ਤੇ ਚਾਈਨਾ ਦੇ ਨਾਲ ਨਾ ਉਹਨਾਂ ਦਾ ਬਾਰਡਰ ਤੇ ਛੋਟਾ ਜਿਹਾ ਟਾਊਨ ਹੈ। ਤਾਂ ਉਹ ਕਹਿੰਦਾ ਕਿ ਮੈਨੂੰ ਪਤਾ ਹੀ ਨਹੀਂ ਸੀ, ਕਹਿੰਦਾ ਲੋਕੀ ਗਧਿਆਂ ਤੇ ਘੋੜਿਆਂ ਤੇ ਇੱਕਦਮ ਬੈਠੇ, ਤਾਂ ਪਿੱਛੋਂ ਆ ਰਹੇ ਆ ਜੀ, ਆ ਰਹੇ ਆ ਲਾਲ ਰੈੱਡ ਆਰਮੀ ਆ ਰਹੀ ਹੈ, ਰੈੱਡ ਆਰਮੀ। ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਵੀ ਰੈੱਡ ਆਰਮੀ ਕੀ ਹੁੰਦੀ ਹੈ। ਮੈਂ ਵੀ ਕਹਿੰਦਾ ਕਿਸੇ ਤੇ ਗਧੇ ਤੇ ਬੈਠਾ ਤਾਂ ਚੱਲ ਗਿਆ ਨਾਲ, ਵੀ ਸ਼ਾਮ ਨੂੰ ਮੁੜ ਆਵਾਂਗੇ, ਕੋਈ ਗੱਲ ਨਹੀਂ। ਤੇ ਸ਼ਾਮ ਨੂੰ ਉਹਨਾਂ ਨੇ ਬਾਰਡਰ ਸੀਲ ਕਰ ਦਿੱਤਾ, ਜਿਸ ਤਰ੍ਹਾਂ ਸਾਡੇ ਬਟਵਾਰਾ ਹੋਇਆ ਸੀ। ਹਾਂਜੀ, 1947 'ਚ ਕਈ ਲੋਕ ਸੋਚਦੇ ਹੋਣੇ ਵੀ ਅਸੀਂ ਮੁੜ ਜਾਣਾ। ਆਉਣਾ ਕਿੱਥੋਂ, 2 ਤਾਂ ਦੇਸ਼ ਬਣ ਗਏ, ਉਹਨਾਂ ਦੇ ਵੀ 2 ਦੇਸ਼ ਬਣ ਗਏ। ਚੰਗ ਕਾਈ ਸ਼ੇਕ ਨੇ ਆਪਣੀ ਸਰਕਾਰ ਬਣਾ ਲਈ ਤਾਈਵਾਨ ਦੇ ਵਿੱਚ। ਫਿਰ ਇੱਕ ਵੱਡੀ ਗੱਲ ਕੀਤੀ ਜਿਹੜੀ ਯੂਨਾਈਟਿਡ ਨੇਸ਼ਨਜ਼ ਨੇ, ਕਿ ਜਿਹੜੀ ਚਾਈਨਾ ਦੀ ਸਰਕਾਰ ਸੀ ਮਾਓ ਜ਼ੇਟੁੰਗ ਦੀ, ਅਕਤੂਬਰ 1949 ਦੇ ਵਿੱਚ ਬਣੀ, ਉਹਨੂੰ ਉਹਨਾਂ ਨੇ ਮੈਂਬਰਸ਼ਿਪ ਨਹੀਂ ਦਿੱਤੀ ਯੂਨਾਈਟਿਡ ਨੇਸ਼ਨਜ਼ ਦੀ। ਤਾਈਵਾਨ ਦੀ ਸਰਕਾਰ ਨੂੰ ਰੈਕਗਨਾਈਜ਼ ਕੀਤਾ ਸੀ ਕਿ ਇਹ ਪਹਿਲੀ ਸਰਕਾਰ ਜਿਹੜੀ ਚੀਨ ਦੀ ਹੁੰਦੀ ਸੀ, ਉਹੋ ਹੀ ਸਰਕਾਰ ਰਹੂਗੀ। ਤੁਸੀਂ ਕੈਨ ਯੂ ਇਮੈਜਿਨ ਵੀ ਛੋਟਾ ਜਿਹਾ ਤਾਈਵਾਨ, ਨਿੱਕਾ ਜਿਹਾ, ਜਿਹੜਾ ਕਿ ਸਿਕਿਉਰਿਟੀ ਕੌਂਸਲ ਦੇ ਵਿੱਚ ਵੀਟੋ ਲੈ ਕੇ ਬੈਠਾ ਸੀ 1949 ਤੋਂ ਲੈ ਕੇ 1971 ਤਾਈਂ, ਉਹ ਚਾਈਨਾ ਨੂੰ ਰਿਪਰੈਜ਼ੈਂਟ ਕਰਦਾ ਰਿਹਾ। ਚੰਗ ਕਾਈ ਸ਼ੇਕ ਤੋਂ ਬਾਅਦ ਵੀ ਉਹ ਰਿਪਰੈਜ਼ੈਂਟ ਕਰਦੇ ਰਹੇ। ਤੇ ਫਿਰ ਜਦੋਂ ਇਹਨਾਂ ਨੇ ਉਸ ਵੇਲੇ ਕੈਸੰਜਰ ਨੇ ਇਹ ਸੋਚਿਆ ਕਿ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਸਾਰੇ ਕਮਿਊਨਿਸਟ ਇੱਕ ਪਾਸੇ ਆ, ਅਸੀਂ ਦੂਜੇ ਪਾਸੇ ਆ। ਇਹ ਤਾਂ ਆਪਸ ਵਿੱਚ ਹੀ ਲੜ ਜਾਂਦੇ ਆ, ਸੋਵੀਅਤ ਯੂਨੀਅਨ ਵੀ ਲੜਦਾ, ਚਾਈਨਾ ਵਾਲੇ ਵੀ ਲੜਦੇ ਆ, ਇੱਕ ਦੂਜੇ ਨਾਲ ਬੋਲਦੇ ਨਹੀਂ। ਮਾਓ ਜ਼ੇਤੁੰਗ ਸਮਝਦਾ ਕਿ ਇਹ ਮਾੜੇ ਬੰਦੇ ਆ ਤੇ ਇਹਦਾ ਫਾਇਦਾ ਉਠਾ ਲਿਆ ਜਾਵੇ। ਸੋ ਉਹੋ ਹੀ ਬੰਦੇ ਜਿਹੜੇ ਉਹ ਵਿਚਾਰਧਾਰਾ ਵਾਲੇ ਹੁਣ ਵੀ ਜੋ ਬਾਈਡਨ ਦੀ ਆਲੋਚਨਾ ਕਰਦੇ ਆ ਕਿ ਤੁਸੀਂ ਇਸ ਵੇਲੇ ਚਾਈਨਾ ਨੂੰ ਤੇ ਰਸ਼ੀਆ ਨੂੰ ਇਕੱਠਾ ਕਰ ਦਿੱਤਾ, ਇਹ ਤੁਹਾਡੀ ਪਾਲਿਸੀ ਨੇ ਇਕੱਠਾ ਕੀਤਾ। ਜਿਹੜਾ ਕੈਸੰਜਰ ਨੇ ਉਹਨਾਂ ਨੂੰ ਅਲੱਗ-ਅਲੱਗ ਕਰਤਾ ਸੀ। 1972 ਦੇ ਵਿੱਚ ਨਿਕਸਨ ਫਿਰ ਉੱਥੇ ਵਿਜ਼ਿਟ ਕੀਤਾ। ਉਸ ਵੇਲੇ ਤੋਂ ਫਿਰ ਇਹਨਾਂ ਨੇ ਵੀਟੋ ਪਾਵਰ ਜਿਹੜੀ ਹੈ ਚਾਈਨਾ ਨੂੰ ਦਿੱਤੀ, ਮੇਨਲੈਂਡ ਚਾਈਨਾ ਨੂੰ। ਤੇ ਮੇਨਲੈਂਡ ਚਾਈਨਾ ਦਾ ਉਸ ਵੇਲੇ ਤੋਂ ਵੀ ਇਹੀ ਪੋਜੀਸ਼ਨ ਰਹੀ ਹੈ। ਹਾਲਾਂਕਿ ਉਹਨਾਂ ਨੇ ਅਟੈਕ ਤਾਂ ਨਹੀਂ ਕੀਤਾ ਤਾਈਵਾਨ ਤੇ, ਉਹਨਾਂ ਦੀ ਇਹ ਪੋਜੀਸ਼ਨ ਰਹੀ ਕਿ ਜਿਹੜਾ ਤਾਈਵਾਨ ਹੈ ਉਹ ਸਾਡਾ ਹਿੱਸਾ ਆ, ਅਨਿੱਖੜਵਾਂ ਹਿੱਸਾ ਜਿਹਨੂੰ ਕਹਿੰਦੇ ਆ,
ਵੀ ਕਿਸੇ ਨਾ ਕਿਸੇ ਦਿਨ ਇਹਨੂੰ ਅਸੀਂ ਨਾਲ ਰਲਾਉਣਾ ਹੈ। ਹਾਂ, ਤੁਸੀਂ ਸਿਸਟਮ ਹੋਰ ਰੱਖਣਾ ਰੱਖ ਲਓ। ਤੁਸੀਂ ਜਿੱਦਾਂ ਹਾਂਗਕਾਂਗ ਦੇ ਵਿੱਚ ਕਹਿੰਦੇ ਸੀ ਹੁਣ ਉਹਨਾਂ ਦੀ ਪਾਲਿਸੀ ਆ 1 ਚਾਈਨਾ 2 ਸਿਸਟਮਸ ਜੀ। ਚਾਈਨਾ ਵਾਲੇ ਕਹਿੰਦੇ ਕਿ ਅਸੀਂ ਸੋਸ਼ਲਿਸਟ, ਜਿਹੜਾ ਸੋਸ਼ਲਿਜ਼ਮ ਉਹ ਉਹਨਾਂ ਦੇ ਹਿਸਾਬ ਦੇ ਨਾਲ ਆ, ਜਿਹੜਾ ਉਹਨਾਂ ਦਾ ਸਿਸਟਮ ਆ ਉਹਨਾਂ ਦਾ ਅਲੱਗ ਸਿਸਟਮ ਆ। ਹਾਂਗਕਾਂਗ ਦਾ ਤਾਂ ਮਕਾਓ ਦਾ ਅਲੱਗ ਸਿਸਟਮ ਹੈ। ਉਹਨਾਂ ਨੂੰ ਉਹ ਅਲਾਓ ਕਰਦੇ ਆ ਕਿ ਤੁਸੀਂ ਆਪਣਾ ਸਿਸਟਮ ਰੱਖੋ, ਇਕਨੋਮਿਕ ਸਿਸਟਮ ਜਿਹੜਾ ਹੈ। ਇਸੇ ਤਰ੍ਹਾਂ ਤਾਇਵਾਨ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਆਪਣਾ ਸਿਸਟਮ ਰੱਖੋ, ਪਰ ਤੁਸੀਂ ਹਿੱਸਾ ਬਣੋ ਚਾਈਨਾ ਦਾ। ਹੁਣ US ਦੀ ਮਿਲਟਰੀ ਪਾਵਰ ਇਹ ਕਹਿ ਰਹੀ ਆ ਕਿ ਸਾਨੂੰ ਲੱਗਦਾ ਇਹ ਆ ਕਿ ਹੁਣ ਮੌਕਾ ਹੈਗਾ ਚਾਈਨਾ ਦੇ ਕੋਲ, ਜੇ ਉਹਨਾਂ ਨੇ ਅਟੈਕ ਕਰਤਾ, ਕਿਉਂਕਿ ਇੱਕ ਪਾਸੇ ਤਾਂ ਰਸ਼ੀਆ ਨੇ ਯੂਕਰੇਨ ਨੂੰ ਲੈਣ ਨੂੰ, ਕਮ ਸੇ ਕਮ ਰਸ਼ੀਅਨ ਇਲਾਕਾ ਜਿਹੜਾ ਡਨਬਸ ਰੀਜਨ ਆ ਉਹ ਲੈਣ ਨੂੰ ਉਹਨਾਂ ਨੇ ਕੀਤਾ ਹੈ। ਦੂਸਰੇ ਪਾਸੇ ਜੇ ਚਾਈਨਾ ਨੇ ਕਰਤਾ ਫਿਰ ਪ੍ਰੋਬਲਮ ਖੜੀ ਹੋ ਜਾਣੀ ਹੈ, ਕਿਉਂਕਿ ਅਸੀਂ ਉਹਨਾਂ ਨੂੰ ਇਕੱਠੇ ਕਰ ਦਿੱਤਾ ਕਿ ਤੁਸੀਂ 2 ਜਣੇ ਇਕੱਠੇ ਹੀ ਆ। ਚਾਈਨਾ ਵਾਲੇ ਜੇ ਨਹੀਂ ਵੀ ਸੀ ਉਹਨਾਂ ਦੇ ਨਾਲ ਤੇ ਕਮ ਸੇ ਕਮ US ਦੀ ਪਾਲਿਸੀ ਨੇ ਇਕੱਠੇ ਕਰ ਦਿੱਤੇ ਇਹਨਾਂ ਜੀ। ਪਹਿਲਾਂ ਉਹ ਇੰਨੀ ਮਦਦ ਨਹੀਂ ਸੀ ਕਰਦੇ ਰਸ਼ੀਆ ਦੀ, ਜੋ ਬਾਈਡਨ ਨੇ ਕਰਨ ਲਾਤੇ। ਵੈਸੇ ਤੁਸੀਂ ਕਹਿੰਦੇ ਹੁੰਦੇ ਕਿ ਕਿਸੇ ਬੰਦੇ ਨੂੰ ਕੰਧ ਨਾਲ ਧੱਕ ਦਿਓ ਤਾਂ ਫਿਰ ਉਹਦਾ ਰਿਐਕਸ਼ਨ ਇਹੀ ਹੋਣਾ। ਜੇ ਕਹੀ ਜਾਂਦੇ ਆ, ਮੈਨੂੰ ਕਹੀ ਜਾਂਦੇ, ਮੈਂ ਉਹਦੇ ਨਾਲ ਆ, ਫਿਰ ਮੈਂ ਜਾ ਹੀ ਵੜਦਾ ਉਹਦੇ ਨਾਲ। ਹਾਂਜੀ। ਤੇ ਚਾਈਨਾ ਵਾਲਿਆਂ ਨੇ ਉਹਨਾਂ ਦੇ ਨਾਲ ਸਮਝੌਤਾ ਕੀਤਾ, ਜਿਹੜਾ ਰਸ਼ੀਆ ਦੇ ਨਾਲ ਉਹਨਾਂ ਨੂੰ ਵੈਸੇ ਵੀ ਫਾਇਦਾ ਆ। ਹਾਂਜੀ। ਕਿਉਂਕਿ ਜਿੰਨਾ ਆਇਲ ਐਂਡ ਗੈਸ ਆਉਂਦਾ ਉੱਥੋਂ ਰਸ਼ੀਆ ਤੋਂ, ਚਾਈਨਾ ਨੂੰ ਫਾਇਦਾ ਹੋ ਰਿਹਾ। ਇੱਕ ਸਸਤਾ ਮਿਲ ਰਿਹਾ, ਦੂਸਰਾ ਲਗਾਤਾਰ ਮਿਲ ਰਿਹਾ ਉਹਨਾਂ ਨੂੰ। ਉਹਨਾਂ ਦੇ ਕੋਲ ਉਹ ਰਿਸੋਰਸਸ ਹੈ ਨਹੀਂ ਜਿਹੜੇ ਰਸ਼ੀਆ ਦੇ ਕੋਲ ਹੈ। ਜਿਹੜੇ ਰਸ਼ੀਆ ਦੇ ਕੋਲ ਰਿਸੋਰਸਸ ਹੈ ਨੇਗੇ ਹਾਈਟੈਕ ਵਾਲੇ, ਉਹ ਚਾਈਨਾ ਦੇ ਕੋਲ ਹੈ। ਸੋ ਹੁਣ ਜੋ ਬਾਈਡਨ ਦੀ ਪਾਲਿਸੀ ਨੇ ਦੋਵਾਂ ਨੂੰ ਇਕੱਠੇ ਕਰ ਦਿੱਤਾ ਜੀ। ਤਾਂ ਉਸ ਪਾਲਿਸੀ ਤੋਂ ਡਰਦੇ ਆ ਕਿ ਜੇ ਚਾਈਨਾ ਨੇ ਤਾਇਵਾਨ ਤੇ ਹਮਲਾ ਕੀਤਾ ਫਿਰ ਰਸ਼ੀਆ ਵਾਲੇ ਵੀ ਉਹਨਾਂ ਦੀ ਮਦਦ ਤੇ ਆਉਣਗੇ। ਰਸ਼ੀਆ ਵਾਲੇ ਵੈਸੇ ਕਹਿ ਵੀ ਰਹੇ ਉਹਨਾਂ ਨੂੰ ਕਿ ਹੁਣ ਵਧੀਆ ਮੌਕਾ ਆ, ਅਸੀਂ ਤਾਂ ਯੂਕਰੇਨ ਨਾਲ ਗਏ ਆ, ਸਾਡੇ ਨਾਲ ਤਾਂ ਕੋਈ ਪੰਗਾ ਲੈਣ ਵਾਲਾ ਹੈ ਨਹੀਂ, ਕਿਉਂਕਿ ਡਰਦੇ ਆ ਨਿਊਕਲੀਅਰ ਵਾਰ ਤੋਂ। ਡਰਨਾ ਵੀ ਚਾਹੀਦਾ ਕਿਉਂਕਿ ਤਬਾਹੀ ਹੋ ਜਾਣੀ। ਜੀ ਜੀ ਬਿਲਕੁਲ। ਜੇ ਤੁਸੀਂ ਉਹਨਾਂ ਤੇ ਹਮਲਾ ਕੀਤਾ ਉਹ ਤੁਹਾਡੇ ਤੇ ਹਮਲਾ ਕਰਨਗੇ। ਇਹਦੇ ਵਿੱਚ ਤਾਂ ਜਿੱਤਣ ਵਾਲਾ ਕੋਈ ਹੈ ਹੀ ਨਹੀਂ, ਨੁਕਸਾਨ ਹੀ ਹੈ ਜੀ। ਦੋਹਾਂ ਪਾਸਿਆਂ ਦਾ ਨੁਕਸਾਨ ਹੋਣਾ। ਹਾਂਜੀ। ਕੋਈ ਬੰਦਾ ਬੰਕਰ ਦੇ ਵਿੱਚ, ਜਿੱਦਾਂ ਇਹਨਾਂ ਨੇ ਕੋਲਡ ਵਾਰ ਦੇ ਵਿੱਚ ਬੰਕਰ ਬਣਾਏ ਸੀ ਵੀ ਸਾਡੀ ਲੀਡਰਸ਼ਿਪ ਇੱਥੇ ਰਹਿ ਜਾਊਗੀ, ਬੰਕਰ ਦੇ ਵਿੱਚ ਵੀ ਕਿੰਨਾ ਕੁ ਚਿਰ ਬੈਠੇ ਰਹੋਗੇ ਤੁਸੀਂ? ਜੀ ਬਿਲਕੁਲ। ਇੱਕ ਦਿਨ ਤਾਂ ਬਾਹਰ ਨਿਕਲਣਾ ਹੀ ਹੈ। ਹਾਂਜੀ ਹਾਂਜੀ। ਤਾਂ ਉਦੋਂ ਝੁਲਸ ਹੋ ਜਾਣਾ ਜੀ, ਇੰਨੀ ਰੇਡੀਏਸ਼ਨ ਹੋਣੀ ਹੈ। ਜੀ ਜੀ। ਡਾਕਟਰ ਸਾਹਿਬ, ਚਾਈਨਾ ਨੇ ਅਫਗਾਨ ਗੁਆਂਢੀ ਦੇਸ਼ਾਂ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਨੂੰ ਹੋਸਟ ਕੀਤਾ ਸੀ। ਉਸ ਮੀਟਿੰਗ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਚਾਈਨਾ ਨੇ ਕਈ ਮੁੱਦੇ ਅਫਗਾਨਿਸਤਾਨ ਦੇ ਠਾਲੇ ਆ ਯੂਨਾਈਟਿਡ ਨੇਸ਼ਨਸ ਦੇ ਵਿੱਚ। ਇੱਕ ਤਾਂ ਉਹਨਾਂ ਨੇ ਪਟੀਸ਼ਨ ਸਾਰੇ ਮੁਲਕਾਂ ਦੀ ਸ਼ੁਰੂ ਕੀਤੀ ਹੈ ਕਿ US ਤੇ ਪ੍ਰੈਸ਼ਰ ਪਾਓ ਕਿ ਇਹਨਾਂ ਦਾ $7.5 ਬਿਲੀਅਨ ਜਿਹੜਾ ਫਰੀਜ਼ ਕਰਕੇ ਬੈਠੇ ਆ ਉਹ ਰਿਲੀਜ਼ ਕਰੋ। ਹਾਂਜੀ। ਉਹਨਾਂ ਦਾ ਪੈਸਾ ਆਇਆ ਉਹਨਾਂ ਨੂੰ ਦਿਓ, ਕਿਉਂਕਿ ਇਸ ਵੇਲੇ ਅਫਗਾਨਿਸਤਾਨ ਦੇ ਵਿੱਚ ਭੁੱਖਮਰੀ ਬਹੁਤ ਜ਼ਿਆਦਾ ਫੈਲ ਗਈ ਹੈ। ਹਾਂਜੀ। ਤਾਂ ਇਸ ਕਰਕੇ ਉਹਨਾਂ ਨੂੰ ਫੂਡ ਲਈ, ਮੈਡੀਸਨ ਲਈ ਪੈਸੇ ਚਾਹੀਦੇ ਆ ਜੀ। ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਤਾਇਵਾਨ, ਜਿਹੜੇ ਤਾਲਿਬਾਨ ਵਾਲੇ ਆ ਨਾ, ਪਹਿਲਾਂ ਚਾਈਨਾ ਦੀ ਇੱਕ ਸੂਬਾ ਆ ਸ਼ਿਨਜਾਂਗ, ਹਾਂਜੀ, ਜਿਹੜਾ ਅਫਗਾਨਿਸਤਾਨ ਦੇ ਬਿਲਕੁਲ ਨਾਲ ਲੱਗਦਾ, ਉੱਥੇ ਹੈਗੀ ਮੁਸਲਿਮ ਮੈਜੋਰਿਟੀ ਜੀ। ਬਿਲਕੁਲ ਸਪਾਰਸਲੀ ਪਾਪੂਲੇਟਡ ਹੈ, ਬਹੁਤ ਘੱਟ ਪਾਪੂਲੇਸ਼ਨ ਹੈ ਉੱਥੇ, ਪਰ ਫਿਰ ਵੀ ਮੈਜੋਰਿਟੀ ਜਿਹੜੀ ਹੈ ਮੁਸਲਮਾਨਾਂ ਦੀ ਉੱਥੇ। ਇਤਿਹਾਸਕ ਤੌਰ ਤੇ ਜਿਹੜਾ ਹਾਨ ਚਾਈਨੀਜ਼, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਹੜੇ ਚਾਈਨੀਜ਼ ਮੇਨ ਐਥਨੀਸਿਟੀ ਉੱਥੇ ਦੀ ਹੈਗੀ ਹਾਨ ਚਾਈਨੀਜ਼, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਜਾ ਕੇ ਸ਼ਿਨਜਾਂਗ ਦੇ ਵਿੱਚ ਵਸਣ ਤੇ ਮੁਸਲਮਾਨ ਘੱਟ ਕੀਤੇ ਜਾਣ। ਉਹ ਆਪਣੀ ਇੰਡੀਪੈਂਡੈਂਸ ਉਸ ਏਰੀਏ ਦੀ ਸ਼ਿਨਜਾਂਗ ਦੀ ਆਜ਼ਾਦੀ ਲਈ ਲੜਦੇ ਆ ਕਿ ਸਾਨੂੰ ਵੱਖਰੇ ਕਰੋ, ਕਿਉਂਕਿ ਤੁਸੀਂ ਇਸਲਾਮ ਨੂੰ ਖਤਮ ਕਰਨਾ ਇਹਨੂੰ ਖਤਮ ਕਰਨ ਦੇ ਤੁਲੇ ਹੋਏ ਆ। ਜਿਸ ਤਰ੍ਹਾਂ
ਬੁੱਧਿਜ਼ਮ ਖਤਮ ਕੀਤਾ ਤੁਸੀਂ ਤਿੱਬਤ ਦੇ ਵਿੱਚੋਂ, ਇਸੇ ਤਰ੍ਹਾਂ ਤੁਸੀਂ ਸ਼ਿਨਜਾਂਗ ਦੇ ਵਿੱਚ ਇਸਲਾਮ ਖਤਮ ਕਰੋਗੇ। ਤੇ ਤਾਲਿਬਾਨ ਉਹਨਾਂ ਦੇ ਨਾਲ ਉਹਨਾਂ ਦੀ ਸਪੋਰਟ ਕਰਦਾ ਸੀ ਜੀ, ਸ਼ਿਨਜਾਂਗ ਵਾਲਿਆਂ ਨੂੰ। ਤੇ ਚੀਨ ਵਾਲਿਆਂ ਨੇ ਇੱਕ ਤਰੀਕਾ ਲੱਭਿਆ ਪਾਕਿਸਤਾਨ ਦੇ ਥਰੂ, ਕਿਉਂਕਿ ਪਾਕਿਸਤਾਨ ਵਾਲੀ ਮਾਸੀ ਆ ਨਾ, ਉਹ ਤਾਲਿਬਾਨ ਬਣਾਈ ਉਹਨਾਂ ਨੇ ਆ, ISI ਉਹਨਾਂ ਨੂੰ ਕੰਟਰੋਲ ਕਰਦੀ ਹੈ। ਹਾਂਜੀ ਹਾਂਜੀ, ਜੋ ਕਹਿੰਦੇ ਉਹ ਕਰੀ ਜਾਂਦੇ ਆ। ਸੋ ਉਹਨਾਂ ਨੇ ਇਹਨਾਂ ਨੂੰ ਪਾਕਿਸਤਾਨ ਨੂੰ ਕਿਹਾ ਕਿ ਤਾਲਿਬਾਨ ਨੂੰ ਕਹੋ ਜੇ ਇੰਟਰਨੈਸ਼ਨਲ ਸਪੋਰਟ ਚਾਹੀਦੀ ਹੈ ਅਸੀਂ ਇਹਨਾਂ ਨੂੰ ਦਵਾ ਸਕਦੇ ਹਾਂ, ਅਸੀਂ ਦੇ ਦਿੰਦੇ ਹਾਂ, ਪਰ ਸ਼ਿਨਜਾਂਗ ਦੇ ਵਿੱਚ ਜਿਹੜਾ ਪੰਗਾ ਪਾਉਂਦੇ ਆ ਸਾਡੇ ਉਹ ਹਟਣੇ। ਪਿੱਛੇ ਜਦੋਂ ਇਮਰਾਨ ਖਾਨ ਨੂੰ ਪੁੱਛਿਆ ਸੀ ਕਿਸੇ ਨੇ ਕਿ ਤੁਸੀਂ ਆਮ ਲੋਕਾਂ ਦੀ ਗੱਲ ਕਰਦੇ ਆ, ਮੁਸਲਮਾਨਾਂ ਤੇ ਤਸ਼ੱਦਦ ਹੋਇਆ, ਕਸ਼ਮੀਰ ਦੇ ਵਿੱਚ ਗੱਲ ਕਰਦੇ ਆ ਮੁਸਲਮਾਨਾਂ ਦੀ, ਸ਼ਿਨਜਾਂਗ ਵਿੱਚ ਵੀ ਆਹੀ ਕੁਝ ਹੋ ਰਿਹਾ ਜੀ। ਉਹ ਇਮਰਾਨ ਖਾਨ ਕਹਿੰਦੇ ਮੈਨੂੰ ਇਸ ਗੱਲ ਦਾ ਪਤਾ ਨਹੀਂ, ਜਾਂ ਤੱਕ ਇਮਰਾਨ ਖਾਨ ਨੇ ਕਦੇ ਅਖਬਾਰ ਨਹੀਂ ਪੜ੍ਹੀ ਤੇ ਜਾਂ ਫਿਰ ਉਹਨੂੰ ਝੂਠ ਬੋਲਣਾ ਆਉਂਦਾ ਸਿੱਧਾ ਹੀ। ਵੈਸੇ ਨਾ ਜਦੋਂ ਕਈ ਪੋਲੀਟੀਸ਼ੀਅਨਸ ਤੋਂ ਏਦਾਂ ਕੋਈ ਸਵਾਲ ਕੀਤਾ ਜਾਂਦਾ ਕਹਿੰਦੇ ਮੇਰੀ ਨੌਲੇਜ ਵਿੱਚ ਨਹੀਂ, ਸਿੱਧਾ ਹੀ ਸ਼ਰਿਆਮ। ਹਾਂਜੀ, ਤੇ ਨੌਲੇਜ ਦੇ ਵਿੱਚ ਜੇ ਮੇਰੀ ਦੇ ਵਿੱਚ ਆ ਤਾਂ ਤੇਰੀ ਚ ਕਿਉਂ ਨਹੀਂ? ਤੁਸੀਂ ਇਲੈਕਟਡ ਬੰਦੇ ਨੇ, ਹੋਰ ਕੀ ਕੰਮ ਕਰਨਾ ਹੁੰਦਾ? ਅਸੀਂ ਹੁਣ ਪੋਲੀਟੀਕਲ ਸਾਇੰਸ ਜਿਹੜੇ ਪੜ੍ਹਾਉਂਦੇ ਆ, ਅਸੀਂ ਕਹੀਏ ਸਾਨੂੰ ਕੱਲ ਨੂੰ ਪਤਾ ਨਹੀਂ ਸੀ, ਕਹਿਣਗੇ ਪਤਾ ਨਹੀਂ ਤੁਸੀਂ ਪੜ੍ਹਾਉਂਦੇ ਕੀ ਆ ਜੀ। ਪਹਿਲਾਂ ਜਾ ਕੇ ਜਦੋਂ ਜਾਈਦਾ ਡਿਪਾਰਟਮੈਂਟ ਦੇ ਵਿੱਚ, ਤੇ ਸਾਡੇ ਡਿਪਾਰਟਮੈਂਟ ਦੇ ਵਿੱਚ ਇੱਕ ਸਟੂਡੈਂਟ ਰੱਖਿਆ ਜਿਹੜਾ ਕਿ ਸਾਰੀਆਂ ਖਬਰਾਂ ਕੱਢੀਆਂ ਹੁੰਦੀਆਂ ਦੁਨੀਆ ਦੀਆਂ, ਹਾਂਜੀ, ਉਹ ਸਾਨੂੰ ਸਾਰਿਆਂ ਨੂੰ ਭੇਜ ਦਿੰਦੇ ਆ, ਠੀਕ ਆ, ਆਹ ਪੜ੍ਹ ਲਓ। ਇਦਾਂ ਹੀ ਪੋਲੀਟੀਸ਼ੀਅਨ ਦੇ ਸਾਰਿਆਂ ਦੇ, ਇਹਨਾਂ ਦੀ ਸਾਰੇ ਉਹਨਾਂ ਨੂੰ ਸਮਰੀਜ਼ ਕੱਢ ਕੇ ਸਿੱਟੀਆਂ ਫੜਾਈਆਂ ਹੁੰਦੀਆਂ ਵੀ ਤੁਸੀਂ ਆਹ 5 ਪੇਜ ਪੜ੍ਹ ਲਓ, ਬਸ 4 ਪੇਜ ਜੀ, ਉਹ 'ਚ ਸਾਰਾ ਕੁਝ ਹੀ ਪਤਾ ਲੱਗ ਜਾਂਦਾ। ਤਾਂ ਸ਼ਿਨਜਾਂਗ ਦਾ ਨਹੀਂ ਪਤਾ ਇਮਰਾਨ ਖਾਨ ਨੂੰ, ਇਹ ਹੋ ਹੀ ਨਹੀਂ ਸਕਦਾ ਜੀ। ਪਰ ਉਹਨਾਂ ਨੇ ਅੱਖਾਂ ਮੀਟੀਆਂ ਸੀ ਇਸ ਕਰਕੇ ਕਿ ਚਾਈਨਾ ਦੀ ਸਪੋਰਟ ਹੀ ਇਸ ਕੰਡੀਸ਼ਨ ਤੇ ਮਿਲਦੀ ਸੀ ਕਿ ਤਾਲਿਬਾਨ ਵਾਲਿਆਂ ਨੂੰ ਕਹੋ ਕਿ ਸਾਡੇ ਸ਼ਿਨਜਾਂਗ ਦੇ ਵਿੱਚ ਨਾ ਪੰਗਾ ਲੈਣ, ਔਰ ਤਾਲਿਬਾਨ ਵੀ ਖੁਸ਼ ਹੋ ਗਿਆ ਇਸ ਗੱਲ ਤੋਂ ਕਿ ਜੇ ਸਾਨੂੰ ਇੰਟਰਨੈਸ਼ਨਲ ਸਪੋਰਟ ਚੀਨ ਵਾਲੇ ਦਿੰਦੇ ਆ ਤਾਂ ਕੋਈ ਗੱਲ ਨਹੀਂ। ਇੱਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਆਪਣਾ ਸੈਲਫ ਇੰਟਰਸਟ ਜਿੱਥੇ ਆ, ਹਰੇਕ ਕੰਟਰੀ, ਹਰੇਕ ਐਸੋਸੀਏਸ਼ਨ ਆ ਸੈਲਫ ਇੰਟਰਸਟ ਸਾਡੇ ਵੀ ਦੇਖ ਲਿਓ ਤੁਸੀਂ, ਜਿੱਥੇ ਆਪਣੀ ਲੀਡਰਸ਼ਿਪ ਉਹਦੀ ਬੰਦੇ ਦੀ ਲਾਈਨ ਤੇ ਸੀ, ਕਿਊਬੈਕ ਦੇ ਵਿੱਚ ਪੱਗ ਬੰਨਣੀ, ਉਹਦੇ ਸਵਾਲ ਕਰਨਾ ਵੀ ਗਲਤ ਆ ਜਗਮੀਤ ਸਿੰਘ ਦੇ, ਆਪਣਾ ਸੈਲਫ ਇੰਟਰਸਟ ਹੈ ਨਾ ਉਹਦਾ ਜੀ। ਆਪਣੇ ਖੁਦਗਰਜ਼ੀ ਦਾ ਕਰਕੇ ਤਾਲਿਬਾਨ ਨੇ ਕਹਿਤਾ ਕਿ ਠੀਕ ਹੈ ਤੁਸੀਂ ਸ਼ਿਨਜਾਂਗ ਦੇ ਵਿੱਚ ਜੋ ਕੁਝ ਕਰਦੇ ਆ ਉਹਦਾ ਅਸੀਂ ਨਾ ਉਹਨਾਂ ਦੇ ਨਾਲ ਕੋਈ ਤਾਲੁਕਾਤ ਰੱਖਾਂਗੇ ਤੇ ਨਾ ਉਹਨਾਂ ਦੀ ਸਪੋਰਟ ਕਰਾਂਗੇ। ਪਾਕਿਸਤਾਨ ਨੇ ਵੀ ਕਹਿਤਾ ਕਿ ਸ਼ਿਨਜਾਂਗ ਦੇ ਵਿੱਚ ਜੋ ਕੁਝ ਹੁੰਦਾ। ਸੋ ਚੀਨ ਹੁਣ ਅੱਜ ਕੱਲ੍ਹ ਬਹੁਤ ਐਕਟਿਵ ਹੋਇਆ ਹੈ। ਇੱਕ ਤਾਂ ਉਹਨਾਂ ਨੂੰ ਪਤਾ ਕਿ ਜਿਹੜੇ ਤਾਲਿਬਾਨ ਵਾਲੇ ਨੈਚੁਰਲੀ ਇਹ ਇੰਡੀਆ ਦੇ ਖਿਲਾਫ ਹੈ, ਹਾਂਜੀ, ਇੰਡੀਆ ਵਾਲਿਆਂ ਨੇ ਬਹੁਤ ਪੈਸੇ ਖਰਚੇ ਸੀ ਗਾਨੀ ਵਾਰੀ, ਕਾਰਜ਼ਾਈ ਵਾਰੀ, ਈਵਨ ਉਹਨਾਂ ਦੀ ਪਾਰਲੀਮੈਂਟ ਜਿਹੜੀ ਬਣੀ ਆ ਉਹ ਵੀ ਇੰਡੀਆ ਵਾਲਿਆਂ ਨੇ ਬਣਾ ਕੇ ਦਿੱਤੀ ਹੈ, ਡੈਮ ਬਣਾਏ ਜਿੱਥੇ ਕਿ ਕੋਈ $10 ਬਿਲੀਅਨ ਖਰਚਿਆ ਹੋਣਾ ਇਹਨਾਂ ਨੇ, ਪਰ ਉਹ ਸਰਕਾਰ ਉਹ ਫੇਰ ਨਹੀਂ ਰਹੀ, ਸਰਕਾਰ ਆ ਗਈ ਉਹੀ ਤਾਲਿਬਾਨ ਵਾਲੀ ਮੁੜ ਕੇ ਜੀ, ਜਿਹੜੇ ਕਿ ਹਰ ਰੋਜ਼ ਬੰਦੇ ਭੇਜਦੇ ਆ, ਟ੍ਰੇਨ ਕਰਦੇ ਕਸ਼ਮੀਰੀ ਫਾਈਟਰਸ ਨੂੰ, ਤੇ ਇਹ ਕੁਝ ਜੋ ਪਹਿਲਾਂ ਕਰਦੇ ਹੁੰਦੇ ਸੀ ਸ਼ਿਨਜਾਂਗ ਪ੍ਰੋਵਿੰਸ ਦੇ ਵਿੱਚ, ਉੱਥੋਂ ਹਟ ਗਿਆ ਕਿਉਂਕਿ ਚੀਨ ਦਾ ਹਿੱਤ ਹੈ ਕਿ ਸ਼ਿਨਜਾਂਗ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ, ਪਰ ਅਸੀਂ ਇੰਟਰਨੈਸ਼ਨਲ ਸਪੋਰਟ ਦੇਣ ਲਈ ਤਿਆਰ ਹਾਂ। ਉਹਦੇ ਵਿੱਚ ਪਾਕਿਸਤਾਨ ਦਾ ਇੰਟਰਸਟ ਇਹ ਆ ਕਿ ਚੀਨ ਉਹਨਾਂ ਦੇ ਨਾਲ ਖੜਾ ਹੈ, ਤਾਲਿਬਾਨਾਂ ਦਾ ਇੰਟਰਸਟ ਹੈ ਇਸ ਵੇਲੇ ਉਹਨਾਂ ਨੂੰ ਕੋਈ ਨਹੀਂ ਬੁਲਾਉਂਦਾ, ਸ਼ਾਇਦ ਚੀਨ ਨਾਲ ਸਾਡੀ ਬਾਂਹ ਫੜ ਲੈਣ ਜੀ, ਤੇ ਬਾਂਹ ਤਾਂ ਫੜਨਗੇ ਜੇ ਸ਼ਿਨਜਾਂਗ ਦੇ ਵਿੱਚ ਪੰਗਾ ਪਾਉਣੋਂ ਹਟਣਗੇ ਜੀ। ਬਿਲਕੁਲ ਡਾਕਟਰ ਸਾਹਿਬ, ਟਾਈਮ ਹੋ ਗਿਆ ਅੱਜ ਦੇ ਵਿਚਾਰ ਦਾ, ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਦੱਸ ਦਿਓ ਜੀ। ਅੱਜ ਦਾ ਵਿਚਾਰ ਹੈ ਜੀ ਕਿ ਇਨਸਾਨ ਦੀਆਂ ਕਾਢਾਂ ਨੇ ਵੱਡੇ ਤੋਂ ਵੱਡੀ ਦੂਰੀ ਖਤਮ ਕਰਤੀ ਹੈ, ਪਰ ਇੱਕ ਦੂਸਰੇ ਤੋਂ ਪਈ ਦੂਰੀ ਇਨਸਾਨ ਦੀ ਖਤਮ ਨਹੀਂ ਹੋਈ
ਜੀ ਬਿਲਕੁਲ ਸਹੀ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਤੁਹਾਡੇ ਸਭ ਨਾਲ ਸਾਡੀ ਮੁਲਾਕਾਤ ਹੋਊਗੀ ਜੀ ਕੱਲ ਸਵੇਰੇ ਠੀਕ 7 ਵਜੇ ਦੀਆਂ ਖਬਰਾਂ ਤੋਂ ਬਾਅਦ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।